ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵੇਲੇ ਆਪ ਜੀ ਨਾਲ ਗੱਲਾਂ ਕਰਨ ਬਹਿ ਜਾਈਦਾ। ਤੇ ਗੱਲ ਇੱਦਾਂ ਆ ਕਿ ਵੀ ਜਦੋਂ ਆਪਾਂ ਦੇਸ਼ ਦੁਨੀਆ ਦੀ ਗੱਲ ਕਰਦੇ ਹਾਂ ਉਦੋਂ ਕਈ ਵਾਰ ਫਿਕਰ ਜਿਹਾ ਹੁੰਦਾ ਵੀ ਯਾਰ ਹੁਣ ਪਤਾ ਨਹੀਂ ਕੀ ਹੋਊਗਾ। ਫਿਰ ਬੰਦਾ ਹੌਲੀ ਹੌਲੀ ਆਪਣੇ ਨੇੜੇ ਨੇੜੇ ਤੁਰਿਆ ਆਉਂਦਾ ਤੇ ਫਿਰ ਜਦੋਂ ਨੇੜੇ ਨੇੜੇ ਪਹੁੰਚਦਾ ਜਮਾਂ ਹੀ ਨੇੜੇ ਆ ਜਾਂਦਾ ਤੇ ਫਿਰ ਲੱਗਦਾ ਵੀ ਯਾਰ ਗੱਲ ਤੇ ਸਾਰੇ ਪਾਸੇ ਇੱਦਾਂ ਦੀ ਹੈ। ਸੋ ਕੁੱਲ ਮਿਲਾ ਕੇ ਹੈ ਤੇ ਟੈਨਸ਼ਨ ਹੀ ਆ, ਜਿੰਨੀ ਕੁ ਮਰਜ਼ੀ ਲਈ ਜਾਵੇ। ਤੇ ਬਾਕੀ ਹੁਣ ਟੈਨਸ਼ਨਾਂ ਦਾ ਹੱਲ ਕੀ ਆ ਇਹਦੇ 'ਤੇ ਵਿਚਾਰ ਕਰ ਲਵਾਂਗੇ। ਹੁਣ ਮੇਰੀਆਂ ਗੱਲਾਂ ਤੁਹਾਨੂੰ ਗੋਲ ਲੱਗਦੀਆਂ ਹੋਣੀਆਂ, ਥੋੜ੍ਹੀਆਂ ਖੋਲਾਂਗੇ ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਠੀਕ ਠਾਕ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਫਿਰ ਕਿੱਦਾਂ ਅੱਜ ਕੁਛ ਠੀਕ ਹੈ। ਵੇਖਿਆ ਇੰਨਾ ਹੀ ਫਰਕ ਹੁੰਦਾ ਵਾ ਸਾਰਾ। ਦੇਖੋ ਕਿਸੇ ਵੇਲੇ ਬੰਦੇ ਨੂੰ ਲੱਗਦਾ ਵੀ ਨਹੀਂ ਹੁਣ ਨਹੀਂ ਪੈਣਾ ਫਰਕ, ਮੋੜਾ ਨਹੀਂ ਪੈਣਾ। ਅਚਾਨਕ ਕਦੋਂ ਕਿਹੜੀ ਦਵਾਈ ਸੂਟ ਕਰ ਜੇ ਕੋ ਪਤਾ ਹੁੰਦਾ ਨਹੀਂ। ਰੌਲਾ ਪਤਾ ਕੀ ਹੈ, ਜੇ ਤਾਂ ਮਰੀਜ਼ ਦੇ ਕੋਲੇ ਤੁਸੀਂ ਜਾ ਕੇ ਬਹਿ ਗਏ ਕੁਛ ਨਹੀਂ ਬਣਨਾ। ਇੱਥੇ ਕੀ ਆ, ਖਤਮ ਸਾਰਾ ਕੁਛ। ਉਹਨੇ ਜਿਹੜਾ ਤਕਾਲਾਂ ਤੱਕ ਟਾਈਮ 2 ਘੰਟੇ ਕੱਢਣੇ ਵੀ ਉਹਨੇ ਪਹਿਲੇ ਕਹਿਣਾ ਯਾਰ ਆ ਜਾਓ ਲੈ ਜਾਓ ਮੈਨੂੰ, ਇੱਥੇ ਤਾਂ ਕੁਛ ਬਣਨਾ ਹੀ ਨਹੀਂ। ਮੈਂ ਤਾਂ ਇੱਦਾਂ ਕਿਹਾ ਨਹੀਂ ਵੈਸੇ ਮੈਂ ਹੀ ਕਿਹਾ ਤੁਸੀਂ ਤੇ ਮੈਂ ਨਾ ਵੀ ਤੁਸੀਂ ਮੈਨੂੰ ਲਾ ਕੇ ਬਿਠਾਓ, ਤੁਸੀਂ ਮਰੀਜ਼ ਦੇ ਕਰਾਂ ਖੜਾ ਕਰ ਦੂੰ ਚੱਕ ਕੇ। ਉਦੋਂ ਬਾਅਦ ਦੇਖੇ ਮਰੀਜ਼ ਖੁਦ ਆਹੋ ਹੈਲੋ ਕਿਹੜਾ ਡਾਕਟਰ। ਨਹੀਂ ਜੇ ਤੁਸੀਂ ਮਰੀਜ਼ ਨੂੰ ਲਾਰਾ ਹੀ ਟਿਕਟ ਤਾਂ ਲਾ ਦੋਗੇ, ਅਗਲੇ ਨੂੰ ਉੱਠ ਹੀ ਪੈਣਾ। ਉਹ ਇਹ ਨਹੀਂ ਫਰਕ ਪੈਂਦਾ। ਅਸੀਂ ਸਾਡਾ ਕੀ ਨੁਸਖਾ, ਸਾਡੀ ਕੀ ਦਵਾਈ, ਉਹ ਸਾਡੇ ਤੇ ਇੱਕ ਹੁੰਦਾ ਵੀ ਹੱਥ ਦੀ ਸਫਾਈ। ਕਹਿੰਦਾ ਬੱਲੇ ਬੱਲੇ ਵੀ ਫਲਾਨੇ ਡਾਕਟਰ ਕੋਲ ਏਡੀ ਸ਼ਫਾ ਨਾ, ਮਤਲਬ ਹੱਥ ਦੇ ਵਿੱਚ ਉਹਦੇ ਕਲਾ ਬਹੁਤ ਕਮਾਲ ਹੈ। ਉਹ ਚੀਜ਼ ਗੱਲ ਠੀਕ ਹੈ। ਪਰ ਮੈਂ ਤਾਂ ਸਵੇਰੇ ਆਉਣਾ ਸੀ, ਮੈਂ ਟੈਲੀਫੋਨ ਕੀਤਾ, ਕਹਿੰਦੇ ਹੈ ਨਹੀਂ ਗੇ ਘਰੇ, ਕਿਤੇ ਗਏ ਹੋ ਆ। ਮੈਨੂੰ ਥੋੜ੍ਹਾ ਜਿਹਾ ਸੀਗਾ, ਮੈਂ ਕਿਹਾ ਵੀ ਠੀਕ ਨਹੀਂ ਹੋਇਆ ਨਾ ਤੁਹਾਡੇ ਨਾਲ। ਮੇਰੇ ਨਾਲ ਨਹੀਂ, ਜੇ ਪੰਜਾਬ 'ਚ ਕਹਿੰਦੇ ਆ ਕਿ ਬੱਸਾਂ ਜਿਹੜੀਆਂ ਟੈਕਸ ਟੁਕਸ ਚੋਰੀ ਕਰਦੀਆਂ ਫੜ ਹੋ ਗਈਆਂ, 2-4 ਤਾਂ ਤੁਹਾਡੀਆਂ ਵੀ ਹੋਣੀਆਂ ਹੀ ਆ। ਨਹੀਂ ਤੇ ਮੇਰੀ ਗੱਲ ਸਾਡੇ ਦੇਖੋ ਟਰਾਂਸਪੋਰਟ ਬਾਠ ਸਾਹਿਬ ਦੇਖੋ ਗੱਲ ਪਤਾ ਕੀ ਆ ਯਾਰ, ਸੁਪਨਾ ਇਹ ਤੁਸੀਂ ਤੋੜਿਆ ਮੇਰਾ, ਨਹੀਂ ਤੇ ਹੋਣੀ ਸੀ ਆਪਣੀ ਵੀ ਟਰਾਂਸਪੋਰਟ। ਬਾਠ ਸੰਧਾਲੀਆ ਟਰਾਂਸਪੋਰਟ ਹੋਣੀ ਸੀ ਤੇ ਅੱਜ ਅਗਲਿਆਂ ਨੇ ਹਾਮੀ ਨਹੀਂ ਭਰੀ। ਤੁਸੀਂ ਪਤਾ ਕੀ ਕਰਨਾ ਸੀ, ਮੈਂ ਕਹਿਣਾ ਸੀਗਾ ਕਿ ਭਾਈ ਟੈਕਸ ਜਿੰਨਾ ਬਣਦਾ ਮੇਰੇ ਤੋਂ ਅੱਧੇ ਲੈ ਲਓ। ਤੁਸੀਂ ਇੱਦਾਂ ਥੋੜ੍ਹੀ ਕਹਿਣਾ ਸੀ ਨਾ ਦੇ, ਤੁਸੀਂ ਕਹਿਣਾ ਸੀ ਦੇ ਦੇ, ਪਰ ਤੁਸੀਂ ਗਾਹਾਂ ਨਹੀਂ ਤਾਰਨਾ। ਨਹੀਂ ਮੈਂ ਇਹ ਆਖਣਾ ਹੈ ਵੀ ਭਾਈ ਸਾਹਿਬ ਹੁਣ ਤੁਸੀਂ ਬੱਸ ਰੱਖ ਲਓ, ਭਾਵੇਂ ਕੋਈ ਫਰਕ ਨਹੀਂ ਪੈਂਦਾ। ਕੋਈ ਫਰਕ ਨਹੀਂ। ਮੋਸਟਲੀ ਕੀ ਆ ਜਿਹੜੇ ਵੀ ਕੰਮ ਧੰਦੇ ਇੱਦਾਂ ਦੇ ਹੁੰਦੇ ਆ, ਉਹਦੇ ਵਿੱਚ ਅਗਲਾ ਕਹਿੰਦਾ ਵੀ ਜਿੰਨੇ ਕੁ ਦੀ ਬੱਸ ਪਾਈ ਸੀ ਉਹ ਤੋਂ ਕਈ ਗੁਣਾ ਕਮਾ ਲਏ ਆ, ਤੇ ਜਿੰਨਾ ਕਿ ਟੈਕਸ ਬਣਾਈ ਫਿਰਦੇ ਉਹਨੇ ਦੀ ਤਾਂ ਬੱਸ ਵੀ ਹੈ ਨਹੀਂ। ਹੁਣ ਇਹ ਕਰਕੇ ਕਹਿੰਦਾ ਵੀਰ ਤੂੰ ਬੱਸ ਰੱਖ, ਸਾਡੇ ਲੋਂ ਬੱਸ ਆ ਹੁਣ ਇਹ ਕਾਰੋਬਾਰ। ਆ ਚਾਬੀਆਂ ਲੈ ਤਾਂ ਅਸੀਂ ਚੱਲੇ ਆ, ਮੈਂ ਟੈਲੀਫੋਨ ਕਰਕੇ ਟੈਕਸੀ ਸੱਦ ਲੈਣਾ। ਬਾਕੀ ਸੰਧਾਲੀਆ ਸਾਹਿਬ ਵੈਸੇ ਚਲੋ ਤੁਹਾਡੀਆਂ ਨਾ ਹੋਣ, ਕਿਉਂਕਿ ਤੁਸੀਂ ਕਿਹੜਾ ਨਾਂ ਤੇ ਪਾਉਣੀਆਂ, ਇਹ ਤਾਂ ਸਾਰੀ ਦੁਨੀਆ ਨੂੰ ਪਤਾ। ਨਾਂ ਦੇ ਤੁਸੀਂ ਮੇਰੇ ਵਰਗਾ ਕੋਈ 2 4 5 10 ਬੰਦੇ ਰੱਖੇ ਹੋਣੇ, ਇੱਕ ਡੂਡ ਬੱਸ ਉਹਨਾਂ ਦੇ ਨਾਂ ਤੇ ਪਾ ਲੈਣੀ ਹੈ। ਪਰ ਸਾਨੂੰ ਨਹੀਂ ਪਤਾ ਕੱਲ੍ਹ ਨੂੰ ਕੀ ਹੋਣਾ। ਅੱਗੇ ਵੀ ਕਈ ਸਰਕਾਰਾਂ ਆਈਆਂ, ਜਦੋਂ ਸਰਕਾਰਾਂ ਬਦਲਦੀਆਂ, ਜਦੋਂ ਨਵੇਂ ਮੰਤਰੀਆਂ ਨੂੰ ਕੰਮ ਕਰਨ ਦਾ ਮੌਕਾ ਮਿਲਦਾ, ਉਹ ਸ਼ੁਰੂ ਦੇ ਵਿੱਚ ਛਾਪੇ ਬਹੁਤ ਵੱਜਦੇ ਆ। ਸ਼ੁਰੂ ਦੇ ਵਿੱਚ ਬਿਨਾਂ ਪਰਮਿਟ ਤੋਂ ਬੱਸਾਂ ਚੱਕ ਕੇ ਅੰਦਰ ਬਹੁਤ ਦਿੰਦੇ ਆ। ਸ਼ੁਰੂ ਦੇ ਵਿੱਚ ਟੈਕਸ ਚੋਰੀ ਕਰਦੀਆਂ ਬੱਸਾਂ ਜਿਹੜੀਆਂ ਨੇ, ਉਹਨਾਂ ਦਾ ਕੰਮਕਾਰ ਬਹੁਤ ਸੂਦ ਕਰਦੇ ਆ। ਬਾਅਦ 'ਚ ਪਤਾ ਨਹੀਂ ਕੀ ਗੱਲ ਹੁੰਦਾ, ਫਿਰ ਕੰਮ ਘੀਂਗੇ ਜਿਹਾ ਪੈ ਜਾਂਦਾ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ, ਸ਼ਾਇਦ ਉਹ ਚੰਨੀ ਸਾਹਿਬ ਦੀ ਕੈਬਨਿਟ ਦੇ ਇੱਕੋ ਇੱਕ ਮੰਤਰੀ ਨੇ ਜਿਹੜੇ ਇੰਨੇ ਜ਼ਿਆਦਾ ਸਰਗਰਮ ਨੇ। ਪਹਿਲਾਂ ਬਠਿੰਡੇ ਦੇ ਵਿੱਚੋਂ ਜਿਹੜਾ ਨਜਾਇਜ਼ ਇੱਕ ਖੋਖਾ ਜਿਹਾ ਚੁਕਾਇਆ, ਉਹਦੇ ਤੋਂ ਬਾਅਦ ਲੁਧਿਆਣੇ ਦੇ ਨੇੜੇ ਜਾ ਕੇ ਜਦੋਂ ਬੱਸ ਅੱਡੇ ਦੇ ਅੰਦਰ ਸਫਾਈ ਕੀਤੀ। ਇਹਦੇ ਨਾਲ ਹੀ ਲੁਧਿਆਣੇ ਦੇ ਆਸ-ਪਾਸ ਜਦੋਂ ਇੱਕ ਵੀਡੀਓ ਆ ਗਈ ਸੀ, ਮਲੇਰਕੋਟਲੇ ਦੇ ਭਾਈ ਸਾਹਿਬ ਕਹਿੰਦੇ ਸੀ ਕਿ ਮੈਂ ਕਸ਼ਮੀਰੀ ਗੇਟ ਦਿੱਲੀੋਂ ਚੜ੍ਹਿਆ, ਲੁਧਿਆਣੇ ਤੱਕ ਆਉਣਾ ਸੀ, ਪੈਸੇ ਵੀ ਇੰਨੇ ਲੈ ਲੈ, ਖਰਾਬ ਵੀ ਕੀਤਾ, ਕੁੱਟਿਆ ਵੀ। ਉਹਦੇ ਤੋਂ ਬਾਅਦ ਲੁਧਿਆਣੇ ਬੱਸ ਅੱਡੇ ਦੇ ਬਾਹਰ ਸਪੈਸ਼ਲ ਜਿਹੜੀਆਂ ਚੱਲਦੀਆਂ 2 ਨੰਬਰ 'ਚ ਚੱਲਦੀਆਂ, ਉਹਨਾਂ ਦਾ ਵੀ ਕੰਮ ਜਾ ਕੇ ਨਿਬੇੜਿਆ। ਹੁਣ 2 ਕੰਮ ਹੋਰ ਕੀਤੇ। ਇੱਕ ਤਾਂ ਇੱਕ WhatsApp ਨੰਬਰ ਜਾਰੀ ਕਰ ਦਿੱਤਾ ਕਿ ਪੰਜਾਬ ਭਰ ਦੇ ਵਿੱਚ ਪਬਲਿਕ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਜਿਹੜੀਆਂ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੋਵੇ, ਤੁਸੀਂ ਇਹ 'ਤੇ ਬਸ WhatsApp ਕਰ ਦੇਣਾ। ਉਹਦੇ ਤੋਂ ਬਾਅਦ ਅਸੀਂ ਜਾਣੀਏ ਤੇ ਸਾਡਾ ਜਾਣੇ ਕੰਮ। ਮੈਂ ਕਹਿੰਦਾ ਕਿ ਚੰਗਾ ਕੀਤਾ। ਦਿੱਲੀ ਦੇ ਵਿੱਚ ਕਈ ਡਿਪਾਰਟਮੈਂਟਾਂ ਦੇ ਇੱਦਾਂ ਨੰਬਰ ਹੈਗੇ ਆ, ਲੋਕ ਉੱਥੇ ਸ਼ਿਕਾਇਤ ਕਰਦੇ ਆ, ਦੇਰ ਸਵੇਰ ਕੋਈ ਨਾ ਕੋਈ ਕਾਰਵਾਈ ਹੋ ਜਾਂਦੀ ਹੈ। ਨਹੀਂ ਤਾਂ ਉੱਥੇ ਲਿਖਿਆ ਹੁੰਦਾ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਹੇਠ ਲਿਖੇ ਨੰਬਰਾਂ ਦੇ ਉੱਤੇ ਸੰਪਰਕ ਕਰੋ, ਤੇ ਕਈ ਵਾਰੀ ਉਹ ਨੰਬਰ ਡਰਾਈਵਰ ਕੋਲ ਵੱਜਦਾ ਹੁੰਦਾ। ਹੇਠ ਲਿਖੇ ਨੰਬਰਾਂ ਦੇ ਉੱਤੇ ਸ਼ਿਕਾਇਤ ਕਰੋ, ਤੇ ਉਹ ਕਈ ਵਾਰੀ ਉਹਨਾਂ ਦੇ ਵਿੱਚੋਂ ਇੱਕ ਅੱਧੇ ਨੰਬਰ ਦਾ ਰੰਗ ਲਾਇਆ ਹੁੰਦਾ। ਜੇ ਕੋਈ ਇਦਾਂ ਦਾ WhatsApp ਨੰਬਰ ਹੋਊਗਾ, ਜੇ ਸਿੱਧੀ ਮੰਤਰੀ ਸਾਹਿਬ ਜਾਂ ਉਹਨਾਂ ਦੇ ਸਹਾਇਕ ਅਮਲੇ ਫੈਲੇ ਦੇ ਕੋਲ ਕੋਈ ਸ਼ਿਕਾਇਤ ਚਲੇ ਜਾਊ, ਤਾਂ ਹੋ ਸਕਦਾ ਭਾਈ ਕਿ ਮਾੜਾ ਮੋਟਾ ਲੋਕਾਂ ਨੂੰ ਸਾਹ ਸੁੱਖ ਦਾ ਆ ਜਾਏ। ਪਰ ਫਿਰ ਉਹੀ ਗੱਲ, ਅਜੇ ਕੰਮ ਨਵਾਂ ਲਗਾਤਾਰ ਚੱਲਦਾ ਰਹੇ ਤਾਂ ਬਹੁਤ ਵਧੀਆ। ਨਹੀਂ ਦੇਖੋ ਜਿਸ ਹਿਸਾਬ ਨਾਲ ਤੇ ਉਹ ਲੱਗੇ ਜਾਂਦੇ, ਉਹ ਤੋਂ ਜਾਪਦਾ ਤੇ ਇੱਦਾਂ ਵੀ ਏਡੀ ਛੇਤੀ ਰੁਕਣ ਵਾਲਾ ਕੰਮ ਹੈ ਨਹੀਂ। ਕਿਉਂਕਿ ਇਹ ਗੱਲ ਤੁਹਾਡੀ ਸਹੀ ਹੈ ਵੀ ਉਹ ਪਹਿਲੇ ਮੰਤਰੀ ਜਿਹੜੇ ਡੈਡਲਾਈਨਾਂ ਦੇ ਕੇ ਕੰਮ ਕਰਦੇ ਪਏ। ਹੁਣ ਇੱਕ ਡੈਡਲਾਈਨ ਉਹਨਾਂ 10 ਨਵੰਬਰ ਦੀ ਵੀ ਦੇਤੀ ਹੈ। ਇਹ 10 ਨਵੰਬਰ ਵੈਸੇ ਤਾਂ ਪੰਜਾਬ ਦੇ ਵਿੱਚ ਕਈ ਲੀਡਰਾਂ ਨੂੰ ਚੇਤੇ ਰਹਿਣੀ ਹੈ, ਕਿਉਂਕਿ ਪਿਛਲੇ ਦਿਨੀ ਇੱਕ ਜਥੇਦਾਰ ਸਾਹਿਬ ਨੇ ਵੀ 10 ਨਵੰਬਰ ਦਿੱਤੀ ਹੈ ਵੀ ਜੀ ਉਦੋਂ ਤੱਕ ਪ੍ਰਬੰਧ ਕਰ ਲਓ ਆਪਣਾ। ਪਰ ਇਹਨਾਂ ਨੇ 10 ਨਵੰਬਰ ਦਿੱਤੀ ਹੈ ਵੀ 850 ਬੱਸਾਂ ਪੰਜਾਬ ਦੇ ਵਿੱਚ ਲੈ ਆਉਣੀਆਂ। ਉਹਦੇ ਤੋਂ ਵੀ ਕਹਿੰਦੇ 250 ਜਿਹੜੀਆਂ ਉਹਦੇ ਆਈਆਂ ਲਾਓ,
ਤੇ ਬਾਕੀ ਦੀਆਂ ਉਹ ਕਹਿੰਦੇ ਵੀ ਕੰਪਨੀ ਨੂੰ ਆਪਾਂ ਕਹਿ ਦਿੱਤਾ ਵੀ ਵੀਰ ਭਾਵੇਂ ਜਿਹਦੀ ਮਰਜ਼ੀ ਤੁਸੀਂ ਉਹ ਬਿਲਟੀ ਹੁੰਦੀ ਬਿਲਟੀ ਜੀ ਕੱਟ ਦਿਓ, ਜਿਹਦਾ ਮਰਜ਼ੀ ਨਾ ਕੱਟ ਦਿਓ, ਸਾਨੂੰ ਸਭ ਤੋਂ ਪਹਿਲਾਂ ਬੱਸਾਂ ਚਾਹੀਦੀਆਂ ਤੇ ਉਦੋਂ ਬਾਅਦ ਤੁਸੀਂ ਨਵੀਆਂ ਬੱਸਾਂ ਪਾਂ ਕਰਦੀਆਂ ਦੇਖੋਗੇ ਸਰਕਾਰੀ ਬੱਸ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਇਸ ਡੈਡਲਾਈਨ ਦੇ ਨਾਲ ਉਹਨਾਂ ਨੇ ਇੱਕ ਡੈਡਲਾਈਨ ਹੋਰ ਦੇ ਦਿੱਤੀ। ਉਹਨਾਂ ਨੇ ਕਿਹਾ ਕਿ ਜਿੰਨੇ ਮੈਨੇਜਰ ਨੇ ਜ਼ਿਲ੍ਹਿਆਂ ਦੇ, ਪੈਪਸੂ, ਪੰਜਾਬ ਰੋਡਵੇਜ਼ ਦੇ, ਉਹਨਾਂ ਨੂੰ ਡੈਡਲਾਈਨ ਦਿੱਤੀ ਕਿ ਤੁਹਾਨੂੰ ਘੰਟੇ ਦਿੱਤੇ 48, ਤੁਸੀਂ 48 ਘੰਟਿਆਂ ਦੇ ਵਿੱਚ ਇੱਕ ਲਿਸਟਾਂ ਬਣਾ ਕੇ ਮੇਰੇ ਕੋਲੇ ਸਬਮਿਟ ਕਰਨੀਆਂ। ਤੇ ਲਿਸਟਾਂ ਕਾਹਦੀਆਂ ਬਣਾਉਣੀਆਂ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ, ਜਿਸ ਜ਼ਿਲ੍ਹੇ ਦੇ ਤੁਸੀਂ ਟਰਾਂਸਪੋਰਟ ਖੇਤਰ ਦੇ ਰਾਜੇ ਹੋ, ਉਹਨਾਂ ਨੇ ਰਾਜਾ ਵੜਿੰਗ ਸਾਹਿਬ ਨੂੰ ਲਿਸਟਾਂ ਸਬਮਿਟ ਕਰਨੀਆਂ। ਤੇ ਲਿਸਟਾਂ 'ਚ ਕੀ ਦੇਣਾ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਜ਼ਿਲ੍ਹਾ ਮੈਨੇਜਰ ਆ, ਉਹਨਾਂ ਨੇ ਦੱਸਣਾ ਹੈ ਕਿ ਕੋਈ ਸਪੈਸ਼ਲ ਬੱਸ ਤਾਂ ਨਹੀਂ ਚੱਲਦੀ। ਸਪੈਸ਼ਲ ਆਮ ਤੌਰ ਤੇ ਲਾਈਆਂ ਜਾਂਦੀਆਂ ਬਾਹਰੋਂ ਬਾਹਰ ਹੀ, ਕੋਈ ਬਿਨਾ ਪਰਮਿਟ ਤੋਂ ਤਾਂ ਨਹੀਂ ਚੱਲਦੀ, ਕੋਈ ਟੈਕਸ ਚੋਰੀ ਵਾਲੀ ਤਾਂ ਨਹੀਂ ਚੱਲਦੀ ਜਿਹਦੇ ਨਾਲ ਕਿ ਆਪਾਂ ਨੂੰ ਘਾਟਾ ਹੋਵੇ। ਉਹ ਕਹਿੰਦੇ ਬਕਾਇਦਾ ਬੱਸ ਵਾਲੀ ਕੰਪਨੀ, ਬੱਸ ਦਾ ਨੰਬਰ, ਬੱਸ ਕਿੱਥੋਂ ਚੱਲਦੀ ਹੈ, ਕਿੰਨੇ ਵਜੇ ਚੱਲਦੀ ਹੈ, ਕਦੋਂ ਤੋਂ ਚੱਲਦੀ ਹੈ, ਤੇ ਜੇ ਅੱਜ ਤੱਕ ਚੱਲਦੀ ਹੈ ਤਾਂ ਉਹਦੇ ਤੇ ਕਿਸੇ ਨੇ ਕਾਰਵਾਈ ਕਿਉਂ ਨਹੀਂ ਕੀਤੀ, ਕੀ ਕਿਸੇ ਨੇ ਸ਼ਿਕਾਇਤ ਵੀ ਨਹੀਂ ਦਿੱਤੀ, ਜੇ ਸ਼ਿਕਾਇਤ ਦਿੱਤੀ ਹੈ ਤਾਂ ਕੀ ਕਾਰਵਾਈ ਨਹੀਂ ਕੀਤੀ। ਸਾਰੀ ਡੀਟੇਲ ਕੱਲ ਸਵੇਰੇ 10 ਵਜੇ ਤੱਕ ਮੰਗ ਲਈ ਹੈ। ਤੇ ਦੂਸਰਾ, ਉਹ ਕਹਿੰਦੇ ਇੱਕ ਮੈਨੂੰ ਹੋਰ ਪਤਾ ਲੱਗਾ ਕਿ ਕਈ ਅੱਡਾ ਇੰਚਾਰਜ ਵੀ ਹੈਗੇ ਆ। ਅੱਡਾ ਇੰਚਾਰਜ ਨੇ ਸਾਰਾ ਦੇਖਣਾ ਹੁੰਦਾ ਕਿ ਟਾਈਮ ਦੇ ਉੱਤੇ ਸਾਰੀਆਂ ਬੱਸਾਂ ਨੂੰ ਠੀਕ ਟਾਈਮ ਮਿਲ ਰਿਹਾ, ਕੋਈ ਇੱਧਰ ਉੱਧਰ ਤਾਂ ਨਹੀਂ ਹੋ ਰਿਹਾ। ਕਹਿੰਦੇ ਪਤਾ ਲੱਗਾ ਕਈ ਅੱਡਾ ਇੰਚਾਰਜ ਵੀ ਪ੍ਰਾਈਵੇਟ ਬੱਸ ਕੰਪਨੀਆਂ ਦੇ ਨਾਲ ਰਲ ਮਿਲ ਕੇ ਪੰਜਾਬ ਰੋਡਵੇਜ਼ ਤੇ ਪੈਪਸੂ ਨੂੰ ਚੂਨਾ ਬਥੇਰਾ ਲਾਉਂਦੇ ਆ ਤੇ ਸਵਾਰੀਆਂ ਨੂੰ ਥੁੱਕ ਲਾਉਂਦੇ ਆ। ਉਹਨਾਂ ਅੱਡਾ ਇੰਚਾਰਜਾਂ ਦੀਆਂ ਵੀ ਕਹਿੰਦੇ ਕਈ ਸ਼ਿਕਾਇਤਾਂ ਪੁੱਜੀਆਂ, ਖਿੱਚਦੇ ਆ ਥੋੜਾ। ਦੇਖੋ ਕਹਿੰਦੇ ਨੇ, ਦੇਖੋ ਇੱਕ ਗੱਲ ਹੁਣ ਤੱਕ ਮੈਂ ਨਹੀਂ ਕਹਿੰਦਾ ਵੀ ਮੈਂ ਐਵੇਂ ਵੇਚਾਂ ਦੇ ਨੇ ਵੀ ਤੂੰ ਯਾਰ ਕਿਉਂ ਇਹੋ ਜਿਹੀਆਂ ਗੱਲਾਂ ਕਰਦਾ, ਪਰ ਮੈਂ ਤਾਂ ਕਹਿੰਦਾ ਵੀ ਵੇਖੋ ਜਿਨ੍ਹਾਂ ਦੇ ਹੱਥ ਰਲੇ ਆ, ਜਿਨ੍ਹਾਂ ਦਾ ਹੱਥ ਉਦੋਂ ਤੱਕ ਵੀ ਰੌਲਾ ਪੈਂਦਾ ਵੀ ਭਾਈ ਸਾਹਿਬ ਵੀ ਸਰਕਾਰੀ ਬੱਸ ਅਗਲਿਆਂ ਦਿੱਲੀ ਤੱਕ ਨਹੀਂ ਚੱਲਣ ਦਿੱਤੀ, ਪਰ ਉਹਨਾਂ ਦੀ ਚੱਲਦੀ ਜੀ। ਹੁਣ ਗੱਲ ਇਹ ਹੈ ਵੀ ਜਿਹੜੇ ਅੱਡਾ ਇੰਚਾਰਜ ਜਾਂ ਹੋਰ ਦੂਜੇ ਤੀਜੇ ਇੱਧਰ ਉੱਧਰ ਮੁਲਾਜ਼ਮ ਹੋਣਗੇ, ਹੁਣ ਇਹ ਤੇ ਹੈ ਨਹੀਂ ਕਿ ਵੀ ਅਗਲੇ ਬੰਦੇ ਵੈਸੇ ਹੀ ਮੰਨੀ ਜਾਂਦੇ ਹੁਣ ਵੀ ਸਾਹਮਣੇ ਦੀਦਾ ਵੀ ਆ ਵੀ ਭਾਈ ਸਾਹਿਬ ਨੰਬਰ ਤੇ ਆਪਣੇ ਭਾਂਸੋਰਾਂ ਵਾਲੀ ਰੋਡਵੇਜ਼ ਦਾ, ਇੱਧਰ ਲਿਸ਼ਕਵੀਂ ਵੀਡੀਓ ਕੋਚ ਕਿਸੇ ਹੋਰ ਦੀ ਲੱਗੀ ਉਸੇ ਨੰਬਰ ਤੋਂ, ਹੈ ਨਾ। ਉਹ ਜਿਹੜਾ ਹਿਸਾਬ ਕਿਤਾਬ ਜਿਹੜੇ ਵੀ ਬੰਦਿਆਂ ਦੇ ਅੰਦਰ ਹੁੰਦਾ ਹੋਊਗਾ, ਉਹ ਬੰਦਿਆਂ ਦੀ ਜੇ ਸਾਂਝ ਉਹਨਾਂ ਨਾਲ ਹੈਗੀ ਹੈ ਪਹਿਲੀ, ਤੇ ਅਗਲੇ ਵੀ ਤੇ ਘੂਰੀ ਵੱਟਦੇ ਹੋਣਗੇ ਨਾ ਵੀ ਉਦੋਂ ਦੇ ਬੜਾ ਫਿਰ ਮੂੰਹ ਚੁੱਕ ਕੇ ਆ ਜਾਣਾ ਵੀ ਇੰਨੇ ਚਾਹੀਦੇ ਉਹਨੇ ਚਾਹੀਦੇ ਹੋਣ। ਅੱਗੇ ਤੈਨੂੰ ਪਾਲਦੇ ਹੀ ਲੜਨ ਦਾ ਵੇਲਾ ਤਾਂ ਹੋਣਾ ਆ। ਹਾਂ, ਜੇ ਨਾ ਸਾਡਾ ਆ ਗਿਆ ਨਾ ਤੇ ਤੇਰਾ ਨਾਂ ਕਿੱਥੇ ਆਉਣਾ, ਫਿਰ ਤੂੰ ਦੇਖ ਲਈ। ਵੀ ਅਗਲੇ ਨੇ ਘਰੋਂ ਸੋਫਾ ਵੀ ਚੱਕ ਲੈਣਾ, ਮੁੜ ਕੇ ਮਹਿੰਗੇ ਮੁੱਲ ਦਾ ਲਿਆਂਦਾ। ਮਤਲਬ ਇਹ ਮੈਂ ਨਹੀਂ ਕਹਿੰਦਾ ਵੀ ਸਾਰਿਆਂ ਨਾਲ ਹੋਣਾ, ਕੋਈ ਹੋ ਸਕਦਾ ਇੱਕਾ ਦੁੱਕਾ ਇਹੋ ਜਿਹੇ ਬੰਦੇ ਨਿਕਲ ਆਉਣ, ਪਰ ਜੇ ਨਿਕਲ ਵੀ ਆਉਣ ਨਾ ਤੇ ਮੇਰੇ ਖਿਆਲ ਨਾਲ ਰਾਜਾ ਵੜਿੰਗ ਸਾਹਿਬ ਥੋੜੀ ਜਿਹੀ ਸਖਤੀ ਕਰਦੇ, ਜਿੱਦਾਂ ਉਹ ਹੈ ਤੇ ਮਕਈ ਦੇ ਤੋਤਿਆਂ ਵਾਲੀ ਗੱਲ ਇਹ ਵੀ ਇੱਕ ਦਾ ਕਾਂ ਮਾਰ ਕੇ ਟੰਗਿਆ ਹੋਵੇ ਨਾ, ਫਿਰ ਨਹੀਂ ਆਉਂਦੇ। ਵੈਸੇ ਮੈਂ ਇੱਕ ਗੱਲ ਦੇਖੀ ਆ, ਲੀਡਰਾਂ ਤੋਂ ਕੋਈ ਜਿੱਤ ਨਹੀਂ ਸਕਦਾ। ਕਿਉਂ ਜੀ? ਆਹ ਗੱਲ ਹੁਣ ਟੀਵੀ ਤੇ ਕਰਕੇ ਤੁਸੀਂ ਉਹਨਾਂ ਬੰਦਿਆਂ ਨੂੰ ਸਿੱਧੀ ਚੁਣੌਤੀ ਦੇ ਦਿੱਤੀ, ਸਾਡਾ ਨਾਂ ਨਹੀਂ ਜੇ ਲੈਣਾ, ਜੇ ਸਾਡਾ ਲਿਆ ਅਸੀਂ ਤੁਹਾਡਾ ਵੀ ਲੈ ਦੇਣਾ। ਵੈਸੇ ਗੱਲ ਹੀ ਕੀਤੀ ਆ, ਮੇਰੀ ਥੋੜਾ ਗੱਲ ਹੈ, ਮੈਂ ਤਾਂ ਸਿਰਫ ਤਾਂ ਗੱਲ ਕੀਤੀ ਆ ਵੀ ਅਗਲਿਆਂ ਨੂੰ ਫੋਨ ਚਲੇ ਵੀ ਗਏ ਹੋਣੇ, ਕੀ ਪਤਾ ਅਗਲਿਆਂ ਨੇ ਆਪ ਫੋਨ ਕਰਕੇ ਦੱਸਿਆ ਜੀ ਇਹ ਨੋਟਿਸ ਆ ਗਿਆ, ਹੁਣ ਕਹਿੰਦੇ ਲਿਸਟ ਬਣਾਉਣੀ ਹੈ ਜੀ, ਫਿਰ ਕਿੱਦਾਂ ਕਰੀਏ, ਤੁਸੀਂ ਵੇਲੀ ਡੱਕ ਲਓ ਥੋੜੇ ਦਿਨ। ਬਾਕੀ ਸੰਧਾਲੀਆ ਸਾਹਿਬ ਕਹਿੰਦੇ ਆ 14 ਕੁ ਬੱਸਾਂ ਜਿਹੜੀਆਂ ਟੈਕਸ ਨਹੀਂ ਸੀ ਤਾਰਿਆ ਤੇ ਪਰ ਪੰਜਾਬ ਦੀਆਂ ਸੜਕਾਂ ਦੇ ਉੱਤੇ ਸਵਾਰੀਆਂ ਨੂੰ ਤਾਰਦੀਆਂ ਫਿਰਦੀਆਂ ਸੀ ਕਿ ਤੁਹਾਡਾ ਪਿੰਡ ਆ ਗਿਆ, ਤੁਹਾਡਾ ਅੱਡਾ ਆ ਗਿਆ, ਉਹ ਬੱਸਾਂ ਫੜ ਲਈਆਂ। ਬਠਿੰਡੇ 'ਚੋਂ ਵੀ ਫੜੀਆਂ, ਲੁਧਿਆਣਿਓਂ ਵੀ ਫੜੀਆਂ, ਅੰਮ੍ਰਿਤਸਰੋਂ ਵੀ ਫੜੀਆਂ। ਤੇ ਜੇ ਕੰਮ ਇਦਾਂ ਹੀ ਚੱਲਦਾ ਰਿਹਾ, ਰਾਜਾ ਵੜਿੰਗ ਹੋਰਾਂ ਨੇ ਕਿਹਾ ਹੈਗਾ ਕਿ ਜਿਹੜਾ ਵੀ ਨਿਯਮ ਤੋਂ ਬਾਹਰ ਜਾ ਕੇ ਕੰਮ ਕਰਦਾ ਹੋਇਆ, ਭਾਵੇਂ ਸਾਡਾ ਤੇ ਭਾਵੇਂ ਕਿਸੇ ਦਾ, ਕਿਉਂਕਿ ਹੈਗੀਆਂ ਤਾਂ ਬਹੁਤੀਆਂ ਬੱਸਾਂ ਲੀਡਰਾਂ ਦੀਆਂ ਹੀ ਨੇ। ਤੇ ਟਰਾਂਸਪੋਰਟ ਮਾਫੀਆ ਇੱਕ ਸ਼ਬਦ ਬੜਾ ਚੱਲਦਾ ਸੀ, ਇਹ ਕਾਂਗਰਸੀ ਚਲਾਉਂਦੇ ਜਦੋਂ ਅਕਾਲੀ ਭਾਜਪਾ ਸਰਕਾਰ ਸੀ, ਹੁਣ ਅਗਲੇ ਚਲਾਉਂਦੇ ਜਦੋਂ ਇਹਨਾਂ ਦੀ ਸਰਕਾਰ ਹੈ। ਜੇ ਤਾਂ ਟਰਾਂਸਪੋਰਟ ਮਾਫੀਆ ਖਤਮ ਕਰਨਾ ਹੈ, ਪੰਜਾਬ ਰੋਡਵੇਜ਼ ਤੇ ਪੈਪਸੂ ਨੂੰ ਪੈਰਾਂ ਸਿਰ ਲਿਆਉਣਾ, ਫਿਰ ਤਾਂ ਆਹ ਰਫ਼ਤਾਰ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਹੋਰ ਬੜੇ ਕੰਮ ਨੇ ਕਰਨ ਵਾਲੇ, ਸਟੈਪ ਬਾਈ ਸਟੈਪ ਕਰੀ ਜਾਓ। ਪਰ ਜੇ ਬਿਲਕੁਲ ਦੂਜਿਆਂ ਦਾ ਹੀ ਸਾਹ ਕੁੱਟਣਾ, ਆਪਦੇ ਵਾਲੇ ਛੱਡ ਲੈਣੇ ਆ, ਫਿਰ ਲੋਕਾਂ ਨੇ ਕੱਲ ਨੂੰ ਸਵਾਲ ਵੀ ਕਰਨੇ ਆ। ਰਫ਼ਤਾਰ ਜਾਰੀ ਰਹੇ ਤਾਂ ਚੰਗਾ। ਇਹਦੇ 'ਚ ਇੱਕ ਗੱਲ ਹੋਰ ਐਡ ਕਰਦੀ ਹੈ, ਦੇਖੋ ਲੋਕਾਂ ਨੂੰ ਜਿਹੜੇ ਬੰਦੇ ਇਸ ਵਕਤ ਨਹੀਂ ਨਜ਼ਰ ਆ ਰਹੇ, ਉਹ ਬੰਦੇ ਕੰਮ ਤੇ ਲੱਗੇ ਆ, ਐਂਡ ਉਹ ਅੱਜ ਆ ਜਾਣ, ਕੱਲ ਆ ਜਾਣ, ਪਰਸੋਂ ਆ ਜਾਣ, ਚੌਥੇ ਆ ਜਾਣ, 15 ਦਿਨਾਂ ਨੂੰ ਆ ਜਾਣ, ਉਹਨਾਂ ਨੇ ਸਾਹਮਣੇ ਆਉਣਾ। ਇਹ ਤੇ ਇਸ ਵਕਤ ਇਹ ਦੱਸ ਨਾ ਵੀ ਮਤਲਬ ਰਾਜਾ ਵੜਿੰਗ ਸਾਹਿਬ ਲੱਗੇ ਆ, ਨਾਲ ਉਹਨਾਂ ਦਾ ਡਿਪਾਰਟਮੈਂਟ ਲੱਗਾ, ਉਹਨਾਂ ਦੇ ਅਫਸਰ ਲੱਗੇ ਆ, ਹੋਰ ਦੂਰ ਨੇੜੇ ਦਾ ਅਮਲਾ ਫੈਲਾ ਲੱਗਾ ਹੈ ਨਾ, ਪਰ ਉਹ ਵਾਲੇ ਬੰਦੇ, ਉਹਨਾਂ ਦਾ ਵੱਡਾ ਸਾਰਾ ਮਹਿੰਗਾ ਸਾਰਾ ਦਫ਼ਤਰ ਹੈ, 5-4 ਬੰਦੇ ਹੋਰ ਕਾਲੇ ਕੋਟ ਪਾ ਕੇ ਟਿਕ ਕਰਨ ਵਾਲੇ ਹੋਣੇ, ਐਂਡ ਉਹ ਉਸੇ ਵੇਲੇ ਕਹਿੰਦੇ ਨੇ ਵੀ ਓਕੇ ਉਹ ਫਲਾਨਾ ਕਾਨੂੰਨ ਲਿਆਓ, ਢੀਂਗੜਾ ਲਿਆਓ, ਉਦੋਂ ਫਿਰ ਕਿੱਦਾਂ ਹੋਇਆ, ਇਹਦੇ 'ਚ ਕਿਹੜੀ ਪ੍ਰੋਵੀਜ਼ਨ ਆ, ਇੱਥੋਂ ਕਿਹੜੀ ਚੀਜ਼ ਕਿੱਥੇ ਫਿੱਟ ਕਰਨੀ ਆ, ਤਾਂ ਜੋ ਜਿੱਦਣ ਫਿਰ ਇਹ ਸਾਰਾ ਰੌਲਾ ਰੱਪਾ ਜਿਹਾ ਪਾਉਣ, ਉਹਦੇ ਨਾਲ ਏਡੀ ਵੱਡੀ ਪੰਡ ਬਣ ਕੇ ਕਾਗਜ਼ਾਂ ਦੀ ਆਪਾਂ ਅਦਾਲਤ 'ਤੇ ਚੱਲ ਜਾਣਾ। ਫਿਰ ਇੱਕ ਕੋਈ ਸਟੇ ਆਰਡਰ ਹੁੰਦਾ, ਕਹਿੰਦੇ ਮਿਲ ਜਾਂਦਾ, ਉਹ ਬਸ ਫਿਰ ਜਦੋਂ ਮਿਲ ਗਿਆ ਨਾ ਇੱਕਰਾਂ, ਫਿਰ ਰਾਜਾ ਵੜਿੰਗ ਸਾਹਿਬ ਨੇ ਕਹਿਣਾ ਵੀ ਹੁਣ ਕਰੀਏ, ਕੁਛ ਵੀ ਨਹੀਂ, ਹੁਣ ਤੁਸੀਂ ਕਰਨਾ ਕੁਛ ਨਹੀਂ, ਸਟੇਟਸ ਕੋ ਲਾਤਾ ਹੀ ਜੈਸੇ ਥੇ। ਮੈਂ ਤਾਂ ਕਿਹਾ ਕਿ ਵੀ ਇਹ ਕਿਸੇ ਨੂੰ ਇਹ ਨਾ ਲੱਗੇ ਵੀ ਉਹ ਸਾਰਾ ਕੁਛ ਏਦਾਂ ਹੋ ਜਾਣਾ, ਕਿਉਂਕਿ ਹੁਣ
ਜਿਨ੍ਹਾਂ ਨੇ ਪਾਈਆਂ ਵੀਰ ਉਹਨਾਂ ਨੂੰ ਫਿਰ ਚਲਾਉਣੀਆਂ ਵੀ ਆਉਂਦੀਆਂ। ਆਹੋ ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ, ਜਿਨ੍ਹਾਂ ਨੂੰ ਪਾਈਆਂ ਚਲਾਉਣੀਆਂ ਵੀ ਆਉਂਦੀਆਂ, ਤੇ ਇਹ ਵੀ ਗੱਲ ਹੈ ਕਿ ਜਿਨ੍ਹਾਂ ਦੇ ਸਾਹਮਣੇ ਇੱਥੇ ਵੀ ਗੱਲ ਉਹ ਆ ਜਾਣੀ ਆ ਡਾ ਇੰਚਾਰਜ ਵਾਲੇ ਵੀ ਹਾਂ ਤੈਨੂੰ ਦਿੰਦੇ ਸੀ, ਇੱਥੇ ਉਹ ਜਿਹੜੇ ਮਤਲਬ ਬੰਦੇ ਰੱਖੇ ਆ ਵਕੀਲ ਸਾਹਿਬ, ਐਵੇਂ ਕੋਈ ਗੱਲ ਨਹੀਂ ਜੀ, ਕਦੀ ਕਦਾਈ ਲੋੜ ਪੈਣੀ ਆ ਤੁਹਾਡੀ, ਹੁਣ ਫਿਰ ਕੀ ਫਰਕ ਪੈਂਦਾ ਜੀ, ਰਾਤ ਜਾਗਣਾ ਵੀ ਪੈਂਦਾ। ਰਾਤ ਜਾਗਣਾ ਵੀ ਪੈਂਦਾ। ਬਾਕੀ ਇਹ ਵੀ ਗੱਲ ਹੈ, ਜਿਨ੍ਹਾਂ ਨੇ ਪਾਈਆਂ ਜਿਨ੍ਹਾਂ ਨੂੰ ਚਲਾਉਣੀਆਂ ਆਉਂਦੀਆਂ ਤੇ ਜਿਨ੍ਹਾਂ ਦੇ ਸਾਹਮਣੇ ਪਈਆਂ, ਤਾਂ ਜੇ ਇਮਾਨਦਾਰ ਹੋਏ ਤਾਂ ਫਿਰ ਰੁਕਣੀਆਂ ਵੀ ਆਉਂਦੀਆਂ ਹੋਣੀਆਂ। ਮਸਲਾ ਇੱਥੇ ਇੱਛਾ ਸ਼ਕਤੀ ਦਾ। ਜੇ ਅਗਲਿਆਂ ਦੇ ਕੋਲੇ ਵਕੀਲ ਹੈਗੇ, ਅਗਲਿਆਂ ਦੇ ਕੋਲੇ ਹਿਸਾਬ ਕਿਤਾਬ ਹੈਗਾ, ਤੇ ਇਹਨਾਂ ਦੇ ਕੋਲੇ ਸਰਕਾਰ ਹੈਗੀ ਹੈ, ਇਹਨਾਂ ਦੇ ਕੋਲੇ ਵੀ ਸਰਕਾਰੀ ਵਕੀਲ ਆ, ਸਰਕਾਰੀ ਵਕੀਲਾਂ ਦਾ ਸਾਰਾ ਰੌਲਾ ਪਿਆ, ਉਹਨਾਂ ਤੋਂ ਕੰਮ ਲੈ ਲਓ ਭਾਈ, ਅਗਲੇ ਜੇ ਰੱਖੇ ਹੀ ਆ ਤਾਂ ਜੇ ਕੰਮ ਲੈ ਲਓਗੇ ਤਾਂ ਸ਼ਾਇਦ ਉਹਨਾਂ ਦਾ ਵਿਰੋਧ ਕਰਨ ਵਾਲੇ ਨੂੰ ਮੌਕਾ ਨਾ ਮਿਲੇ। ਹਾਂ, ਜੇ ਕੰਮ ਨਹੀਂ ਲੈਣਾ, ਕੱਲੇ ਚੈੱਕ ਦੇਣੇ ਆ, ਤਨਖਾਹਾਂ ਦੇਣੀਆਂ, ਬੈਂਕ ਖਾਤੇ ਟ੍ਰਾਂਸਫਰ ਕਰਨੀਆਂ, ਫਿਰ ਔਖਾ। ਰਾਜਾ ਵੜਿੰਗ ਸਾਹਿਬ ਦੇ ਨਾਲ ਹੀ ਇੱਕ ਮੰਤਰੀ ਸਾਹਿਬ ਹੋਰ ਚਰਚਾ 'ਚ ਨੇ। ਉਹ ਮੰਤਰੀ ਸਾਹਿਬ ਆ ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਗ੍ਰਹਿ ਵਿਭਾਗ ਆ, ਪੁਲਿਸ ਅਧੀਨ ਆ। ਹੁਣ ਪੁਲਿਸ ਦੇ ਵੱਡੇ ਵੱਡੇ ਅਧਿਕਾਰੀਆਂ ਦੀਆਂ ਬਦਲੀਆਂ ਹੁੰਦੀਆਂ। ਆਪਾਂ ਕਈ ਵਾਰੀ ਦੇਖਿਆ ਪਰਿਵਾਰਾਂ 'ਚ ਹੁੰਦਾ, ਰਿਸ਼ਤੇਦਾਰੀਆਂ 'ਚ ਹੁੰਦਾ, ਜਾਂ ਜਿਹੜੇ ਜਾਣਕਾਰਾਂ ਦੇ ਦਾਇਰੇ 'ਚ ਹੁੰਦਾ, ਉਹ ਬੰਦੇ ਨੂੰ ਕਹਿੰਦੇ ਯਾਰ ਇਹ ਬਦਲੀ ਹੋ ਗਈ, ਉਹ ਕਹਿੰਦੇ ਨੇ ਮੇਰਾ ਅਫਸਰ ਸਾਹਿਬ ਨਾਲ ਬੜਾ ਸੂਤ ਆ, ਉਹ ਫਿਰ ਜਿੱਥੇ ਬਦਲੀ ਹੁੰਦੀ ਮੈਨੂੰ ਨਾਲ ਲੈ ਜਾਂਦੇ ਆ, ਉਹ ਫਿਰ ਮੈਂ ਤਾਂ ਫਿਰ ਉਹਨਾਂ ਦੇ ਨਾਲ ਹੀ, ਹੁਣ ਉੱਥੇ ਆ, ਹੁਣ ਉੱਥੇ ਆ, ਮੈਂ ਨਾਲ, ਆਪਾਂ ਠੀਕ ਆ, ਕੰਮ ਵਧੀਆ। ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਹਿੰਦੇ, ਨਾਲ ਡੀਜੀਪੀ ਸਾਹਿਬ ਵੀ, ਉਹ ਕਹਿੰਦੇ ਜੀ ਪਤਾ ਲੱਗਾ ਕਿ ਬਦਲੀ ਤਾਂ ਅਸੀਂ ਅਫਸਰ ਦੀ ਕਰਦੇ ਆ, ਅਫਸਰ ਦੇ ਜਿਹੜੇ ਗਨਮੈਨ ਨੇ, ਅੰਗ ਰੱਖਿਅਕ ਨੇ, ਉਹ ਤਾਂ ਨਾਲ ਜਾਂਦੇ ਆ, ਸਮਝ ਆਉਂਦੀ ਆ, ਪਰ ਬਾਕੀ ਕਹਿੰਦੇ ਅਮਲਾ ਫੈਲਾ ਵੀ ਪਹਿਲਾਂ ਜਿੱਥੇ ਅਸੀਂ 5-7 ਜਣੇ ਉਦੋਂ ਵੀ ਨਾਲ ਹੀ ਆ ਗਏ, ਹੁਣ ਜਿੱਥੇ ਉਹ ਚੱਲਦੇ ਆ ਬਿਨਾਂ ਸਾਨੂੰ ਦੱਸੇ ਉੱਥੇ ਵੀ ਨਾਲ। ਹੁੰਦਾ ਕੀ ਸੀ, ਵੱਡੇ ਅਫਸਰ ਦੀ ਬਦਲੀ ਹੋ ਗਈ, ਨਾਲ 5-7 ਜਿਹੜੇ ਛੋਟੇ ਅਧਿਕਾਰੀ ਨੇ ਉਹਨਾਂ ਦੀ ਤਨਖਾਹ ਪੁਰਾਣੇ ਥਾਣੇ 'ਚ ਪਈ ਜਾਣੀ ਆ, ਸਰਕਾਰੀ ਕਾਗਜ਼ਾਂ ਦੇ ਵਿੱਚ ਕੰਮ ਉੱਥੇ ਹੀ ਕਰਦੇ ਆ, ਪਰ ਚੱਲ ਗਏ ਅਫਸਰ ਸਾਹਿਬ ਦੇ ਨਾਲ ਨਵੇਂ ਥਾਂ ਤੇ, ਕਿਉਂਕਿ ਸਾਰੇ ਹੀ ਇਦਾਂ ਕਰਦੇ ਆ ਤਕਰੀਬਨ। ਇਸ ਕਰਕੇ ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਭਾਈ ਤੇਰੀ ਤਨਖਾਹ ਉੱਥੇ ਪੈਂਦੀ, ਤੂੰ ਕੰਮ ਉੱਥੇ ਕਾਹਤੋਂ ਕਰਦਾ। ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਕਿਹਾ ਕਿ ਭਾਈ ਗੱਲ ਬੜੀ ਸਿੱਧੀ ਹੈ, ਜੇ ਕਿਸੇ ਨੇ ਉੱਪਰਲੇ ਹੇਠਲੇ ਅਧਿਕਾਰੀ ਨੇ ਬਦਲੀ ਕਰਾਉਣੀ ਆ ਤਾਂ ਪ੍ਰੋਪਰ ਉਹਦਾ ਪ੍ਰੋਸੀਜਰ ਆ। ਇਹ ਨਹੀਂ ਕਿ ਜਿੱਥੇ ਵੱਡੇ ਅਫਸਰ ਦੀ ਬਦਲੀ ਕੀਤੀ ਤੁਸੀਂ ਸਾਰੇ ਨਾਲ ਹੀ ਜਾਣਾ, ਇਹ ਫਿਰ ਉਸੇ ਹਿਸਾਬ ਦੇ ਨਾਲ ਕੰਮ ਚੱਲਣਾ, ਨਹੀਂ ਤਾਂ ਕਾਰਵਾਈ ਹੋ ਜਾਊਗੀ। ਤੁਹਾਨੂੰ ਦਿਨ 2 ਦਿੱਤੇ, ਆਪੋ ਆਪਣੀ ਥਾਂ ਦੇ ਉੱਤੇ ਮੁੜ ਕੇ ਆ ਕੇ ਕੰਮ ਕਰੋ। ਹੋ ਸਕਦਾ ਕਿ ਜੇ ਇਦਾਂ ਮਾੜਾ ਮੋਟਾ ਕੰਮ ਕਰਨ ਲੱਗੇ ਤਾਂ ਜਿਹੜੇ ਇੱਕ ਗੱਠ ਜੁੜ ਜਿਹਾ ਬਣੇ ਹੁੰਦੇ ਆ, ਜਿੱਥੇ ਮਰਜ਼ੀ ਆ ਕੇ ਸਾਹਿਬ ਗੱਲ ਕਿਹੜੀ ਆ ਕਰਾ ਦੇਣੇ ਗੱਲ, ਤੁਸੀਂ ਦੱਸੋ ਸਹੀ ਮਾਮਲਾ ਕਿਹੜਾ। ਨਹੀਂ ਮਾਮਲਾ ਤਾਂ ਕਿਹੜਾ, ਮੈਨੂੰ ਨਾ ਪਤਾ ਨਹੀਂ ਕਿਉਂ ਐ ਲੱਗਣ ਡਿਆ ਵੀ ਇਹ ਪੰਜਾਬ ਸਰਕਾਰ ਦੇ ਵਿੱਚ ਆ ਜਿਹੜੀ ਤਬਦੀਲੀ ਆਈ ਨਾ ਪਿਛਲੇ ਸਮੇਂ 'ਚ, ਇਹ ਕੰਮ ਉਹ ਹੋਇਆ ਵੀ ਮਾਤਾ ਦੇ ਗੁਜ਼ਰ ਜਾਣ ਤੋਂ ਬਾਅਦ ਨਾ ਸੰਦੂਕ ਖੋਲਿਆ ਨਿਆਣਿਆਂ ਨੇ, ਵੀ ਹੁਣ ਪਤਾ ਲੱਗਣਾ ਉਹ ਤੇਰਾ ਭਲਾ ਹੋ ਜੇ, ਆਹ ਸਰਾਣੇ ਕਦੋਂ ਲੈ ਸੀ ਯਾਰ, ਉਹ ਆਹ ਪੱਖੀਆਂ ਕਦੀ ਕੱਢੀਆਂ ਨਹੀਂ, ਅੱਛਾ ਆਹ ਕੀ ਆ, ਕਹਿੰਦਾ ਕੱਢੋ ਤਾਂ ਸਹੀ, ਉਹ ਤੇਰਾ ਭਲਾ ਲੈ, ਮਾਤਾ ਦੀ ਦਾਜ ਦੀਆਂ ਰਜਾਈਆਂ ਵੀ ਅਜੇ ਪਈਆਂ। ਇਹ ਕੰਮ ਉਹ ਚੱਲਣ ਡਿਆ ਵੀ ਜਦ ਤੱਕ ਤੇ ਕਿਸੇ ਸਾਹਿਬ ਨੇ ਉੱਪਰੋਂ ਥੱਲੇ ਧਿਆਨ ਮਾਰੇ ਨਹੀਂ ਤੇ ਉਹ ਥੱਲੇ ਆਪਣੇ ਹਿਸਾਬ ਨਾਲ ਪ੍ਰਬੰਧ ਚੱਲੀ ਜਾਂਦਾ, ਕਿਸੇ ਨੂੰ ਕੋਈ ਲੈਣਾ ਨਹੀਂ ਦੇਣਾ ਨਹੀਂ, ਅਗਲੇ ਨੂੰ ਕੀ ਲੋੜ ਪਈ ਪੁੱਛਣ ਦੀ। ਪਰ ਹੁਣ ਜਦੋਂ ਮੰਤਰੀ ਸਾਹਿਬ ਜਿਹੜੇ ਵੀ 1 2 3 4 5 ਕੰਮ ਕਰ ਰਹੇ ਨੇ, ਉਹਨਾਂ ਨੂੰ ਹੁਣ ਸਮਝ ਆ ਰਹੀ ਉਹ ਤੇਰਾ ਭਲਾ ਜੇ ਆਹ ਕੀ ਚੱਲੀ ਜਾਂਦਾ ਭਾਈ ਸਾਹਿਬ। ਤੇ ਮੈਨੂੰ ਇਹ ਜਾਪਦਾ ਵੀ ਇਹਦੇ 'ਚ ਸਿਰਦਰਦੀ ਆ ਬਹੁਤ ਜ਼ਿਆਦਾ ਸਿਰਦਰਦੀ ਲੈਣ ਦੀ ਅਜੇ ਲੋੜ ਪੈਣੀ ਆ। ਤੇ ਜੇ 3-4 ਮਹੀਨੇ ਇਸੇ ਤਰ੍ਹਾਂ ਹੁਣ ਵਾਲੀ ਟੀਮ ਦੇ ਵਿੱਚੋਂ ਜਿੰਨੇ ਕੁ ਵੀ ਬੰਦੇ ਕੰਮ ਕਰਦੇ ਜਾਂ ਜਿੰਨੇ ਕੁ ਵੀ ਕਰਨਗੇ, ਜੇ ਉਹ ਸਿਰਦਰਦੀ ਲੈ ਜਾਣ ਤੇ ਸ਼ਾਇਦ ਆਪਾਂ ਕਹਿ ਸਕਦੇ ਵੀ ਵੋਟਾਂ ਤੱਕ ਜਾਂਦਾ ਕੁਛ ਨਾ ਕੁਛ ਲੋਕਾਂ ਨੂੰ ਦੱਸਣ ਸੁੱਖਣ ਜੋਗੇ ਹੋ ਜਾਣਗੇ। ਨਹੀਂ, ਸੰਭਾਵਨਾ ਲੱਗਦੀ ਹੈ। ਦੇਖੋ, ਕੰਮ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਸਾਰੇ ਪਰਖ ਕੇ ਉਹਨਾਂ ਨੇ ਦੇਖ ਲਿਆ ਕਿ ਕਿਹੜੀ ਪਾਰਟੀ ਦਾ ਕਿਹੜਾ ਬੰਦਾ ਕੰਮ ਕਰਦਾ, ਕੋਈ ਉਹਨਾਂ ਨੂੰ ਲੈਣਾ ਦੇਣਾ ਨਹੀਂ। ਉਹਨਾਂ ਨੂੰ ਕੰਮ ਹੋਣਾ ਚਾਹੀਦਾ ਤੇ ਲੋਕ ਪੱਖੀ। ਸਿਰਫ ਇਹ ਨਾ ਹੋਵੇ ਕਿ ਆਣ ਕੇ ਕਿਸੇ ਨੂੰ ਟਰੋਫੀ ਫੜਾ ਗਿਆ ਤੇ ਕਿਸੇ ਤੋਂ ਟਰੋਫੀ ਫੜ ਲਈ, ਕਿਤੇ ਰੀਬਨ ਕੱਟ ਦਿੱਤਾ, ਕਿਤੇ ਪੈਚ ਵਰਕ ਲਾਤਾ। ਉਹ ਇਹ ਨਹੀਂ ਚਾਹੁੰਦੇ, ਉਹ ਹੁਣ ਅਸਲੀ ਅਰਥਾਂ 'ਚ ਕੰਮ ਚਾਹੁੰਦੇ। ਉਹਨਾਂ ਵੱਲੋਂ ਭਾਵੇਂ ਕੋਈ ਕਰੀ ਜਾਏ। ਮੈਂ ਫਿਰ ਕਹਿਣਾ, ਆਪਾਂ ਕਈ ਵਾਰ ਚਰਚਾ ਕਰਦੇ ਹੁੰਦੇ ਕਿ ਅਰਵਿੰਦ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ, ਪੰਜਾਬ 'ਚੋਂ ਸੀਐਮ ਦਾ ਦਾਅਵੇਦਾਰ ਕਿਹਨੂੰ ਬਣਾਉਂਦਾ ਹੈ, ਪੰਜਾਬ ਦੇ ਵਿੱਚ ਉਹ ਆਪਣੀ ਪਾਰਟੀ ਦੇ ਪ੍ਰਤੀ ਕਿੱਦਾਂ ਦੀਆਂ ਪਾਲਿਸੀਜ਼ ਜਿਹੜੀਆਂ ਨੇ ਉਹਨਾਂ ਨੂੰ ਲਾਗੂ ਕਰਦਾ, ਉਹਦਾ ਉਹਨਾਂ ਦੇ ਮੁੱਖ ਮੰਤਰੀਸ਼ਿਪ ਦੇ ਨਾਲ ਸੰਬੰਧ ਕੋਈ ਨਹੀਂ। ਉਹ ਦਿੱਲੀ ਦੇ ਸੀਐਮ ਦੇ ਤੌਰ ਦੇ ਉੱਤੇ ਫੈਸਲੇ ਕੀ ਕਰਦੇ ਆ, ਉਹ ਵੱਖਰੇ ਤੌਰ ਦੇ ਉੱਤੇ ਨਾਪੇ ਤੋਲੇ ਜਾਣਗੇ। ਉਹ ਸਿਆਸੀ ਲੀਡਰ ਦੇ ਤੌਰ ਤੇ ਆਪਣੀ ਪਾਰਟੀ ਦੇ ਮੁਖੀ ਦੇ ਤੌਰ ਦੇ ਉੱਤੇ ਕਿਸੇ ਹੋਰ ਸੂਬੇ ਦੇ ਪ੍ਰਤੀ ਆਪਣੀ ਪਾਰਟੀ 'ਚ ਫੈਸਲੇ ਕੀ ਕਰਦੇ ਉਹ ਵੱਖਰੇ ਨੇ। ਇਦਾਂ ਹੀ ਭਾਵੇਂ ਸੁਖਜਿੰਦਰ ਸਿੰਘ ਰੰਧਾਵਾ ਨੇ, ਭਾਵੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਭਾਵੇਂ ਪ੍ਰਗਟ ਸਿੰਘ ਹੋਰੀਆਂ, ਇਹ ਸਾਰੇ ਜਿਹੜੇ ਲੀਡਰ ਨੇ ਉਹ ਪਾਰਟੀ 'ਚ ਕੀ ਕਰਦੇ ਰਹੇ, ਪਹਿਲਾਂ ਕੀ ਕਰਦੇ ਰਹੇ, ਕੌਣ ਕਿਹਦੇ ਉੱਤੇ ਸਿਆਸੀ ਦੋਸ਼ ਲਾਉਂਦਾ ਰਿਹਾ, ਇੱਕ ਵੱਖਰੀ ਗੱਲ ਆ। ਪਰ ਵਿਭਾਗ ਦੇ ਹੈੱਡ ਹੋਣ ਦੇ ਨਾਤੇ ਜੇ ਉਹ ਚੰਗਾ ਕੰਮ ਕਰ ਜਾਣਗੇ ਤਾਂ ਸਿਆਸੀ ਭਵਿੱਖ ਉਹਨਾਂ ਦਾ ਵੀ ਠੀਕ ਹੋ ਜਾਊ। ਜੀ ਵੈਸੇ ਹੁਣ ਕੰਮ ਵਾਲੇ ਪਾਸੇ ਤੇ ਪੰਜਾਬ ਦਾ ਵੀ ਸਾਰੇ ਪਾਸੇ ਹੀ ਕੰਮ ਹੋ ਗਿਆ। ਹੁਣ ਮੈਨੂੰ ਨਹੀਂ ਪਤਾ ਵੀ ਇਹ ਮਹਿਕਮਾ ਰੰਧਾਵਾ ਸਾਹਿਬ ਦੇ ਅੰਡਰ ਆਉਂਦਾ ਜਾਂ ਨਹੀਂ ਆਉਂਦਾ, ਇਹ ਤੇ ਚਲੋ ਪਤਾ ਲੱਗ ਜੂ। ਪਰ ਗਰਦੌਰੀ ਲਈ ਵੀ ਤਾਂ ਉਹਨਾਂ ਨੇ ਕਹਿ ਤਾ ਨਾ ਵੀ ਆਹ ਜਿਹੜੀ ਗੁਲਾਬੀ ਸੁੰਡੀ ਏ ਵੀਰ ਜੀ, ਇਹਦੀ ਗਰਦੌਰੀ ਚੰਦ ਦੇਣਾ ਚਾਹੀਦੀ, ਕਿਉਂਕਿ ਮੁਆਵਜ਼ਾ ਜਿਹੜਾ ਦੇਣਾ ਆਪਾਂ ਦੀਵਾਲੀਓਂ ਪਹਿਲਾਂ ਦੇਣਾ। ਇਹ ਨਹੀਂ ਵੀ ਮਤਲਬ ਉਦੋਂ ਬਾਅਦ ਬੰਦਾ ਆਖੇ ਵੀ ਦੀਵਾਲੀ ਵੀ ਲੰਘ ਗਈ, ਉਦੋਂ ਬਾਅਦ ਮਤਲਬ ਦੁਸਹਿਰਾ ਵੀ ਲੰਘ ਗਿਆ, ਨਵਾਂ ਸਾਲ ਵੀ ਲੰਘ ਗਿਆ, ਵੋਟਾਂ ਵੀ ਆ ਗਈਆਂ, ਸਰਕਾਰ ਪਤਾ ਨਹੀਂ ਰਹਿੰਦੀ ਹੈ ਕਿ ਆਉਂਦੀ ਹੈ ਕਿ ਜਾਂਦੀ ਹੈ,
ਤੇ ਉਹ ਵਿਚਾਰੇ ਇਹੋ ਡੀਕਣ ਵੀ ਫਲਾਨਾ ਸਿਆ ਕਿੱਧਰ ਚੱਲਿਆ, ਪੁੱਛਣ ਚੱਲਿਆ ਪਟਵਾਰੀ ਨੂੰ ਵੀ ਭਲਾ ਆਇਆ ਕੋਈ ਚੈੱਕ ਚੁੱਕ ਆਪਣਾ ਕਿ ਨਹੀਂ। ਦੇਖੋ ਆ ਤਾਂ ਗੱਲ ਬਹੁਤ ਚੰਗਾ ਜੇ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਉਦੋਂ ਤੱਕ ਮਜ਼ਦੂਰਾਂ ਤੇ ਕਿਸਾਨਾਂ ਨੂੰ ਕੁਝ ਮੁਆਵਜ਼ਾ ਦੇਣ, ਪਰ ਜਿਹੜਾ ਉਹਨਾਂ ਨੇ ਵਿੱਚ ਸ਼ਬਦ ਵਰਤੇ ਨਾ ਦੀਵਾਲੀ, ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜਦੀਆਂ। ਗੁਲਾਬੀ ਸੁੰਡੀ ਦੇ ਕਰਕੇ ਖਰਾਬਾ ਹੋਇਆ ਤੇ ਉਹਦਾ ਖਰਾਬਾ ਕਹਿੰਦੇ ਦੀਵਾਲੀ ਤੱਕ ਦੇਣਾ, ਤੇ ਗੁਲਾਬੀ ਸੁੰਡੀ ਦੇ ਕਰਕੇ ਜਿਹੜਾ ਖਰਾਬਾ ਹੋਇਆ ਉਹਦੇ ਲਈ 5 ਜ਼ਿਲ੍ਹਿਆਂ ਦੇ ਕਿਸਾਨ ਤੇ ਮਜ਼ਦੂਰ ਇੱਕ ਮੰਤਰੀ ਸਾਹਿਬ ਦੇ ਘਰ ਮੂਹਰੇ ਬੈਠੇ, ਤੇ ਮੰਤਰੀ ਸਾਹਿਬ ਦਾ ਨਾਮ ਮਨਪ੍ਰੀਤ ਸਿੰਘ ਬਾਦਲ ਹੈ, ਪੈਸੇ ਉਹਨਾਂ ਦੇ ਖਜ਼ਾਨੇ 'ਚ ਆਉਣੇ ਆ। ਹੁਣ ਗੁਲਾਬੀ ਸੁੰਡੀ ਦੇ ਨਾਲ ਹੀ ਦੀਵਾਲੀ ਵਾਲਾ ਸ਼ਬਦ ਜੁੜਦਾ, ਗੁਲਾਬੀ ਸੁੰਡੀ ਵਾਲੇ ਬੰਦੇ ਮਨਪ੍ਰੀਤ ਸਿੰਘ ਬਾਦਲ ਦੇ ਘਰ ਮੂਹਰੇ ਬੈਠੇ ਆ, ਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਦੋਂ ਮੁਫਤ ਸਮਾਰਟਫੋਨ ਦੇਣੇ ਸੀ 2 ਵਾਰੀ ਕਿਹਾ ਸੀ। ਪੱਤਰਕਾਰ ਨੇ ਪੁੱਛਿਆ ਜੀ ਕਦੋਂ ਦੇਣੇ, ਇਸ ਦੀਵਾਲੀ ਨੂੰ ਦੇਾਂਗੇ, ਇਸ ਦੀਵਾਲੀ ਤੋਂ ਸ਼ੁਰੂ ਕਰ ਦਾਂਗੇ। 2 ਦੀਵਾਲੀਆਂ ਨਿਕਲ ਗਈਆਂ ਸੀ ਇਸ ਕਰਕੇ, ਪਰ ਉਹ ਮਨਪ੍ਰੀਤ ਸਿੰਘ ਬਾਦਲ ਸੀ, ਇਹ ਸੁਖਜਿੰਦਰ ਸਿੰਘ ਰੰਧਾਵਾ ਨੇ। ਮੈਨੂੰ ਲੱਗਦਾ ਕਿ ਇਹ ਦੀਵਾਲੀ ਖਾਲੀ ਨਹੀਂ ਜਾਣੀ ਚਾਹੀਦੀ। ਦੇਖੋ ਗੱਲ ਪਤਾ ਕੀ ਹੈ, ਇਹ ਦੀਵਾਲੀ ਦਾ ਵੀ ਫਰਕ ਹੈ ਵੀਰ ਜੀ। ਉਹਨਾਂ ਵਾਲੀ ਦੀਵਾਲੀ ਤੇ ਚਲੋ ਡੀਕਦੇ ਰਹੇ, ਨਹੀਂ ਆਈ, ਹੁਣ ਦੇਖਦੇ ਰੰਧਾਵਾ ਸਾਹਿਬ ਵਾਲੀ ਦੀਵਾਲੀ ਆਉਂਦੀ ਕਿ ਨਹੀਂ ਆਉਂਦੀ। ਆ ਜਾਣੀ ਆ ਕਿਉਂਕਿ ਵੋਟਾਂ, ਮੈਂ ਤਾਂ ਹੀ ਕਹਿ ਰਿਹਾ ਵੀ ਮਤਲਬ ਹੁਣ ਆਖਰੀ ਹੈ ਸਮਾਂ। ਹੁਣ ਇਹ ਤੇ ਮਨਪ੍ਰੀਤ ਬਾਦਲ ਸਾਹਿਬ ਨੂੰ ਮੇਰੇ ਖਿਆਲ ਨਾਲ ਹੁਣ ਤੱਕ ਸਾਰਿਆਂ ਨੇ ਸਮਝਾ ਲੈਣਾ ਵੀ ਵੇਖੋ ਵੀਰ ਜੀ ਗੱਲ ਪਤਾ ਕੀ ਆ, ਖਜ਼ਾਨਾ ਭਾਵੇਂ ਖਾਲੀ ਹੈ ਤੇ ਭਾਵੇਂ ਖਜ਼ਾਨੇ ਦੇ ਵਿੱਚ ਜਮਾਂ ਮੋਰੀਆਂ ਹੋਈਆਂ। ਇਹ ਰੁਪਈਆ ਭਾਵੇਂ ਜਿੱਥੋਂ ਮਰਜ਼ੀ ਲੱਭ ਕੇ ਲਿਆਉਣਾ ਪਵੇ, ਭਾਵੇਂ ਥੋੜੇ ਥੋੜੇ ਜੇਬ ਚੋਂ ਪਾਉਣੇ ਪੈਣ, ਇੱਕ ਕਰਾਂ ਤੇ ਦੇਣੇ ਪੈਣੇ। ਹਾਂ ਉਦੋਂ ਬਾਅਦ ਜੇ ਸਰਕਾਰ ਬਣ ਗਈ ਫੇਰ ਭਾਵੇਂ ਤੁਸੀਂ ਕੁੰਡਾ ਲਾ ਕੇ ਕਹਿ ਦਿਓ ਨਹੀਂ ਨਹੀਂ ਵੀ ਖਜ਼ਾਨਾ ਖਾਲੀ ਆ, ਅੰਦਰ ਨਾ ਆਏ, ਅੰਦਰ ਨਹੀਂ ਕੀ ਹੋਇਆ, ਮੈਂ ਖਜ਼ਾਨੇ ਖਾਲੀ ਚੋਂ ਪੈਸੇ ਗਿਣਦਾ ਹੀ ਹੈ ਨਾ। ਚਲੋ ਇਹ ਕੁੱਲ ਮਿਲਾ ਕੇ ਇੱਕ ਗੱਲ ਤੇ ਹੈਗੀ ਆ ਵੀ ਹੁਣ ਹੌਲੀ ਹੌਲੀ ਜਿਸ ਹਿਸਾਬ ਨਾਲ ਪੰਜਾਬ ਸਰਕਾਰ ਕੰਮ ਕਰਨ ਲੱਗ ਪਈ, ਜਾਪਦਾ ਤੇ ਹੈ ਵੀ ਉਹਨਾਂ ਨੂੰ ਕੁਛ ਨਾ ਕੁਛ ਕਰ ਲੈਣਗੇ। ਚੰਨੀ ਸਾਹਿਬ ਦੀ ਵੀਡੀਓ ਤੇ ਬਹੁਤ ਵਾਇਰਲ ਹੈ ਨਾ। ਕਿਵੇਂ ਲੈ ਦੱਸੋ, ਤੁਹਾਨੂੰ ਪਤਾ ਹੀ ਨਹੀਂ। ਕਹਿੰਦੇ ਦੇਖੋ ਹੋਰ ਕੋਈ ਹੁੰਦਾ ਤੇ ਉਹਨੇ ਕਿਤੇ ਆਉਣਾ ਹੈ ਕਾਕਾ, ਵੇਖੋ ਵੀਰ ਮੇਰੇ ਉਹ ਮੈਂ ਆਇਆ ਕਿ ਨਹੀਂ, ਮੇਰੇ ਤੇ ਯਕੀਨ ਕਰੋ ਤੁਸੀਂ। ਆਪਾਂ ਇਦਾਂ ਕਰਦੇ ਹਾਂ 11 ਨੂੰ ਮਿਲਦੀ ਨਹੀਂ, ਪਤਾ ਕੀ ਗੱਲ ਆ, ਘਰ ਵਿਆਹ ਵਾ, 3-4 ਦਿਨ ਮੈਂ ਬਿਜ਼ੀ ਹੋ ਜਾਣਾ, ਫਿਰ ਉਦੋਂ ਬਾਅਦ ਜਦੋਂ ਹੀ ਵਿਆਹ ਨਿਬੜਦਾ ਤੁਸੀਂ ਆ ਜਿਓ ਤੇ ਆਪਾਂ ਬਹਿ ਕੇ ਤੁਹਾਡੀ ਗੱਲ ਸੁਣ ਲੈਨੇ। ਤੇ ਤੁਸੀਂ ਹੁਣ ਵੀਰ ਬਣ ਕੇ ਟੈਂਕੀ ਤੇ ਨਹੀਂ ਚੜਨਾ ਚੰਗਾ, ਫਿਰ ਬੁਰੇ ਲੱਗੀਦਾ। ਨਹੀਂ ਤੁਸੀਂ ਦੇਖੋ ਗੱਲ ਉਹਨਾਂ ਦਾ ਕੰਮ ਬੜਾ ਸਿੱਧਾ, ਉਤਰੋਗੇ ਨਾ ਟੈਂਕੀ ਤੋਂ, ਚੜੋਗੇ ਤਾਂ ਨਾ ਟੈਂਕੀ ਤੋਂ, ਤੁਸੀਂ ਫਿਰ ਦੇਖ ਲਓ ਉੱਥੋਂ ਧਰਨਾ ਚੱਕੋ, ਤੁਸੀਂ ਪਹਿਲਾਂ ਆ ਜਾਓ, ਗੱਲ ਸਵੇਰੇ ਕਰੋ, ਗੱਲ 4 ਜਣੇ ਆਓ ਇਕੱਠੇ ਹੋ ਕੇ, ਜਿਹੜੇ ਚੰਗੇ ਗੱਲ ਕਰ ਹੈਗੇ ਆ ਜਾਓ, ਆਪਾਂ ਸਵੇਰੇ ਮਸਲਾ ਨਿਬੇੜਦੇ ਨੇ। ਉਹ ਵੀ ਨਿਬੇੜੋਗੇ ਨਾ ਤੇ ਅਗਲੇ ਤਾਂ ਉੱਪਰ ਚੜੇ ਹੀ ਉਤਰਨ ਨੂੰ ਸੀਗੇ, ਉਹ ਤਾਂ ਕਾਹਲੇ ਆ ਵੀ ਕੋਈ ਮੁੱਖ ਮੰਤਰੀ ਆਵੇ। ਚੰਗਾ ਹੋਇਆ ਕਿ ਚੰਨੀ ਸਾਹਿਬ ਆਪ ਮਿਲਦੇ ਆ, ਚਲੋ ਉਹਨਾਂ ਦੇ ਘਰ ਦੇ ਨਸੋ ਦੇ ਆ, ਵਿਆਹ ਆਇਆ 2 ਦਿਨ ਉਹਨਾਂ ਦੇ ਲੱਗਦੇ ਵੀ ਆ। 5ਵੇਂ ਦਿਨ ਜਿਨ੍ਹਾਂ ਨੇ 5 ਸਾਲ ਇੰਤਜ਼ਾਰ ਕਰ ਲਿਆ ਨਾ, ਉਹ 5 ਦਿਨ ਵੀ ਇੰਤਜ਼ਾਰ ਕਰ ਲੈਣਗੇ। ਪਰ ਚੰਨੀ ਸਾਹਿਬ ਹੁਣ ਪਹਿਲਾਂ ਵਾਲੇ ਵਰਗੀ ਨਾ ਕਰਿਓ। ਨਹੀਂ ਉਹ ਮੈਨੂੰ ਲੱਗਦਾ ਵੀ ਹੁਣ ਤਾਂ ਲਾਗੇ ਜਿਹੜੇ ਵਿਚਾਰੇ ਅਫਸਰ ਨੇ ਉਹ ਵੀ ਹਾਮੀ ਭਰਨ ਲੱਗ ਪਏ। ਐਸਪੀ ਸਾਹਿਬ ਲਾ ਕੇ ਕੋਈ ਨਹੀਂ ਜੀ ਮੈਂ ਲੈ ਆਉਂਗਾ ਜਨਾਬ ਇਹਨੂੰ, ਫਿਰ ਐਸਪੀ ਸਾਹਿਬ ਹੁਣ ਲੈ ਆਉਣਗੇ ਤੁਹਾਨੂੰ, ਫਿਰ ਹੁਣ ਨਾ ਇਹ ਕੰਮ ਕਰੋ ਚੰਗਾ। ਚਲੋ ਜੋ ਵੀ ਆ, ਮੈਂ ਨਹੀਂ ਆਂਦਾ ਵੀ ਉਹਦੇ 'ਚ ਕੋਈ ਲਾਰਾ ਆ, ਉਹਦੇ 'ਚ ਕੀ ਆ ਕੀ ਨਹੀਂ ਆ। ਮੇਰੇ ਖਿਆਲ ਨਾਲ ਉਹ ਜਿਹੜੇ ਬੰਦੇ ਵਿਚਾਰੇ ਉੱਥੇ ਚੜੇ ਹੋਣੇ ਉਹ ਡੀਕਦੇ ਤੇ ਹੋਣੇ ਵੀ ਯਾਰ ਕੋਈ ਤਹਿਸੀਲਦਾਰ ਸਾਹਿਬ ਹੀ ਆ ਜਾਣ, ਕੋਈ ਜਾਣੇ ਮੰਗ ਪੱਤਰੀ ਲੈ ਜਾਣ, ਕੋਈ ਜਾਣੇ ਕੋਈ ਜੂਸ ਦਾ ਗਲਾਸ ਬਲੂਸ ਫੜੀ ਜਾਵੇ ਵੀ ਆਓ ਕਾਕਾ ਭੁੱਖ ਹੜਤਾਲ ਤੋੜੀਏ। ਜੇ ਮੁੱਖ ਮੰਤਰੀ ਆਪ ਆ ਗਿਆ ਆਖੀ ਜਾਂਦਾ ਵੀ ਯਾਰ ਦੇਖੋ ਗੱਲ ਆ ਵੀ ਵਿਆਹ ਆ, 4 ਦਿਨ ਮੈਂ ਰੁੱਝਾਂ, ਉਦੋਂ ਬਾਅਦ ਆਪਾਂ ਕਰ ਲੈਨੇ ਆ। ਮੇਰੇ ਖਿਆਲ ਨਾਲ ਮਹੀਨਾ ਤੋਂ ਨਾ ਵੈਸੇ ਗੱਲ ਗੁਰੂਓ ਮੈਂ ਲਾਗੇ ਖਲੋਤਾ, ਆ ਚੰਨੀ ਸਾਹਿਬ ਖਲੋਤੇ, ਆ ਮੈਂ ਖਲੋਤਾ, ਉਹਨਾਂ ਵਾਅਦਾ ਕੀਤਾ, ਹੁਣ ਐਡੀ ਥੋੜਾ ਗੱਲ ਹੈ। ਨਹੀਂ ਹੁਣ ਅਜੇ ਨਾ ਤੁਸੀਂ ਕਰਿਓ, ਅਜੇ ਦਰੀ ਦੁਰੀ ਚੱਕ ਲਓ ਆਪਣੀ, ਵੀ ਇਦਾਂ ਨਹੀਂ ਬੰਦੇ ਠੀਕ ਲੱਗ ਵਧੋ ਵਧੀ ਮੈਂ 10-15 ਦਿਨ ਪੈ ਜਾਣੇ ਆ। ਚਲੋ ਵਧੀਆ ਗੱਲ ਆ। ਨਹੀਂ ਚੰਗਾ, ਜੇ ਲੀਡਰ ਦੀ ਆਮ ਬੰਦੇ ਨਾਲ ਮੁਲਾਕਾਤ ਹੁੰਦੀ ਵਧੀਆ, ਜੋ ਕੁਝ ਵਾਅਦੇ ਕੀਤੇ ਇੰਪਲੀਮੈਂਟ ਹੋ ਜਾਣ, ਬਸ ਇੰਨਾ ਕਰੋਲਾ। ਆਹੋ ਇਹ ਤੇ ਗੱਲ ਹੈਗੀ, ਪਰ ਚਲੋ ਹੁਣ ਆਸ ਉਮੀਦ ਤੇ ਕਰਦੇ ਆ। ਬਾਕੀ ਸੰਧਾਲੀਆ ਸਾਹਿਬ ਹੁਣ ਆਪਾਂ ਸਿੱਧੇ ਇੱਕ ਵਾਰੀ ਫੇਰ ਲਖੀਮਪੁਰ ਵਾਲੇ ਪਾਸੇ ਜਾਣਾ ਹੈ। ਨਹੀਂ ਆਪਾਂ ਇਕੱਲੇ ਜਾਣਾ ਕਿ ਸਿੱਧੂ ਸਾਹਿਬ ਨਾਲ ਗੱਡੀਆਂ ਨਾਲ ਜਾਣਾ ਕਿਤੇ? ਨਹੀਂ ਆਪਾਂ ਪਹਿਲਾਂ ਇਕੱਲੇ ਜਾਣਾ ਹੀ। ਅੱਛਾ, ਫਿਰ ਮੈਨੂੰ ਇਹ ਸੀ ਵੀ ਸਿੱਧੂ ਸਾਹਿਬ ਨੇ 10,000 ਗੱਡੀ ਖੜਨੀ। ਨਹੀਂ ਉਹ ਲੰਬੀ ਚੌੜੀ ਗੱਲ ਆ, ਪਰ ਆਪਾਂ ਰੁੱਕ ਕੇ ਕਰਨੀ ਆ। ਅੱਛਾ, ਉਹਦਾ ਕਾਰਨ ਇਹ ਕਿ ਜਿਹੜੇ ਪਹਿਲਾਂ ਉੱਥੇ ਪਹੁੰਚ ਗਏ ਆ, ਤੁਸੀਂ ਇਹ ਦੇਖੋ ਕਿ ਜਦੋਂ ਤਾਂ ਉਹ ਘਟਨਾ ਲਖੀਮਪੁਰ ਖੀਰੀ ਵਾਲੀ ਵਾਪਰੀ, ਇੱਕਦਮ ਯੋਗੀ ਸਰਕਾਰ ਨੇ ਸਾਰਾ ਕੁਝ ਬੰਦ ਕਰ ਦਿੱਤਾ ਕਿ ਭਾਈ ਉੱਥੇ ਇੰਟਰਨੈਟ ਵੀ ਬੰਦ, ਆਲੇ ਦੁਆਲੇ ਲੀਡਰਾਂ ਦਾ ਆਉਣਾ ਵੀ ਬੰਦ, ਕਿਸਾਨ ਲੀਡਰਾਂ ਦਾ ਆਉਣਾ ਵੀ ਬੰਦ, ਇਕੱਠ ਵੀ ਬੰਦ, ਧਾਰਾ ਲਾਤੀਆਂ ਕਈ ਕਿ ਭਾਈ ਇੱਥੇ ਆ ਕੁਛ ਹੋ। ਬੜੀ ਚਰਚਾ ਚੱਲੀ। ਬੀਬੀ ਪ੍ਰਿਯੰਕਾ ਗਾਂਧੀ 2 ਦਿਨ, ਇੱਕ ਦਿਨ ਹਿਰਾਸਤ 'ਚ, ਇੱਕ ਦਿਨ ਗ੍ਰਿਫਤਾਰ ਰਹੇ। ਉਹਦੇ ਤੋਂ ਬਾਅਦ ਰਾਹੁਲ ਗਾਂਧੀ ਹੋਰਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ, ਨਾ ਸੰਜੇ ਸਿੰਘ ਨੂੰ ਜਾਣ ਦਿੱਤਾ, ਨਾ ਅਖਿਲੇਸ਼ ਯਾਦਵ ਨੂੰ ਜਾਣ ਦਿੱਤਾ, ਨਾ ਚੰਦਰ ਸ਼ੇਖਰ ਨੂੰ ਜਾਣ ਦਿੱਤਾ, ਇਧਰਲੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਵੀ ਨਾ ਜਾਣ ਦਿੱਤਾ। ਆਮ ਆਦਮੀ ਪਾਰਟੀ ਦਾ ਵਫਦ ਪੰਜਾਬ ਤੇ ਦਿੱਲੀ ਤੋਂ ਗਿਆ, ਰਾਹ 'ਚ ਡੱਕ ਲਿਆ। ਹੁਣ ਸਥਿਤੀਆਂ ਤਬਦੀਲ ਹੋਈਆਂ ਕਿਉਂਕਿ ਬੰਦਿਆਂ ਦਾ ਸੰਸਕਾਰ ਹੋ ਗਿਆ। ਹੁਣ ਥੋੜੇ ਥੋੜੇ ਜਾਣ ਦਿੱਤੇ ਆ। ਰਾਹੁਲ ਗਾਂਧੀ ਹੋਰਾਂ ਦੇ ਨਾਲ 2 ਮੁੱਖ ਮੰਤਰੀ ਗਏ, ਬਘੇਲ ਸਾਹਿਬ ਤੇ ਚੰਨੀ ਸਾਹਿਬ, ਤੇ ਦਿੱਲੀੋਂ ਤੁਰਨ ਤੋਂ ਪਹਿਲਾਂ ਰਾਹੁਲ ਗਾਂਧੀ ਹੋਰੀ ਕਹਿੰਦੇ ਕਿ ਬਹੁਤ ਮਾੜਾ ਮੋਦੀ ਸਾਹਿਬ ਦੀ ਸਰਕਾਰ, ਉਹ ਕਹਿੰਦੇ ਕਿਸਾਨ ਵਿਰੋਧੀ ਹੈ। ਪਹਿਲਾਂ ਭੂਮੀ ਗ੍ਰਹਿਣ ਕਾਨੂੰਨ ਲੈ ਆਂਦਾ, ਉਹਦੇ ਤੋਂ ਬਾਅਦ ਖੇਤੀਬਾੜੀ ਕਾਨੂੰਨ ਲੈ ਆਂਦੇ, ਕਿਸਾਨ ਦਾ ਗਲਾ ਘੁੱਟਿਆ ਜਾ ਰਿਹਾ, ਕੋਈ ਉਹਨਾਂ ਦੀ ਗੱਲ ਨਹੀਂ ਸੁਣਦਾ ਤੇ ਅਸੀਂ ਚੱਲੇ ਆ। ਪਹਿਲਾਂ ਆਗਿਆ ਨਹੀਂ ਸੀ ਮਿਲੀ, ਬਾਅਦ ਵਿੱਚ ਲਖਨਊ ਜਾ ਕੇ ਕਹਿੰਦੇ ਜੀ ਗੱਡੀਆਂ ਸਾਡੀਆਂ ਜਾਣਾ, ਉੱਥੇ ਧਰਨੇ ਤੇ ਬੈਠੇ ਰਹਿ, ਚਲੋ ਉਹਦੇ ਤੋਂ ਬਾਅਦ ਤੁਰ ਪਏ।
ਫਿਰ ਰਾਤ ਵਿੱਚ ਬੀਬੀ ਪ੍ਰਿਯੰਕਾ ਗਾਂਧੀ ਨੂੰ ਮਿਲੇ, ਉਹਨੂੰ ਵੀ ਨਾਲ ਲਿਆ, ਤੇ ਕੁਝ ਘੰਟੇ ਪਹਿਲਾਂ ਅੱਧੀ ਕੁ ਰਾਤ ਨੂੰ ਜਿਹੜੇ ਕਿਸਾਨਾਂ ਦੀ ਮੌਤ ਹੋਈ ਸੀ ਸਮੇਤ ਪੱਤਰਕਾਰ ਉਹਨਾਂ ਦੇ ਘਰੀਂ ਗਏ, ਪਰਿਵਾਰਾਂ ਨੂੰ ਜੱਫੀਆਂ ਪਾ ਕੇ ਮਿਲੇ, ਮਾਹੌਲ ਭਾਵੁਕ ਵੀ ਹੋਇਆ। ਇਹ ਵੀ ਕਹਿੰਦੇ ਕਿ ਭਾਈ ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਸੰਧਾਲੀਆ ਸਾਹਿਬ, ਜਿਹੜਾ ਸਰਕਾਰ ਨੂੰ ਲੱਗਦਾ ਸੀ ਕਿ ਇਹ ਕੰਮ ਮੱਠਾ ਪੈ ਜਾਣਾ, ਸੰਸਕਾਰ ਹੋ ਗਿਆ, 45 ਲੱਖ ਦੇ ਦਿੱਤਾ, 10 ਲੱਖ ਦੇ ਦਿੱਤਾ, ਨੌਕਰੀਆਂ ਦਾ ਵਾਅਦਾ ਕਰ ਦਿੱਤਾ, SIT ਬਣਾਤੀ, ਹੁਣ ਆ ਲੈਣ ਦਿਓ। ਪਰ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ 2 ਮੁੱਖ ਮੰਤਰੀਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਤੁਰੇ ਆ, ਪ੍ਰਿਯੰਕਾ ਗਾਂਧੀ 2 ਦਿਨ ਉੱਥੋਂ, ਬਹੁਤੇ ਲੀਡਰ ਵਾਪਸ ਆ ਜਾਂਦੇ ਆ, ਪਰ ਉਹ ਬੀਬੀ ਤੁਰ ਹੋ ਕੇ ਆਈ ਆ, ਅਜੇ ਵੀ ਉੱਥੇ ਨੇੜੇ ਹੀ ਆ। ਇਹਦੇ ਤੋਂ ਪਤਾ ਲੱਗਦਾ, ਤੇ ਖਾਸ ਤੌਰ ਤੇ ਜਦੋਂ ਚੰਨੀ ਸਾਹਿਬ ਵੀ ਕਹਿੰਦੇ ਕਿ ਅਸੀਂ ਪੰਜਾਬ ਸਰਕਾਰ ਵੱਲੋਂ 50 ਲੱਖ ਦੇਵਾਂਗੇ ਮਰਨ ਵਾਲਿਆਂ ਨੂੰ, ਉਧਰ ਬਘੇਲ ਸਾਹਿਬ ਕਹਿੰਦੇ ਅਸੀਂ ਵੀ ਛੱਤੀਸਗੜ੍ਹ ਸਰਕਾਰ ਵੱਲੋਂ 50 ਲੱਖ ਦੇਵਾਂਗੇ। ਅਖਿਲੇਸ਼ ਯਾਦਵ ਦੀ ਹੁਣ ਤੋਂ ਥੋੜੇ ਘੰਟੇ ਬਾਅਦ ਤਿਆਰੀ ਹੈ। ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਵਾਲੇ ਜਿਹੜੇ ਰਾਹ 'ਚ ਰੋਕੇ ਸੀ, ਕੁਲਤਾਰ ਸਿੰਘ ਸੰਧਵਾ, ਬੀਬੀ ਬਲਜਿੰਦਰ ਕੌਰ, ਰਾਘਵ ਚੱਡਾ, ਸੰਦੋਆ ਸਾਹਿਬ, ਇਹ ਸਾਰੇ ਬੰਦੇ ਜਿਹੜੇ ਆ, ਉਹ ਸਾਰੇ ਬੰਦਿਆਂ ਨੂੰ, ਚੀਮਾ ਸਾਹਿਬ, ਹਰਪਾਲ ਸਿੰਘ ਹੋਰੀ, ਇਹਨਾਂ ਨੂੰ ਵੀ ਬਾਅਦ ਵਿੱਚ ਉੱਥੇ ਜਾਣ ਦਿੱਤਾ ਕਿ ਭਾਈ ਤੁਸੀਂ ਜਾਇਓ, ਕੱਲੇ ਪਰਿਵਾਰ ਦੇ ਕੋਲੇ ਦਰੀ ਤੇ ਬਹਿ ਕੇ ਇਹ ਵੀ ਆਏ ਆ। ਹੁਣ ਇਹਦੇ ਤੋਂ ਸਾਬਤ ਕੀ ਹੁੰਦਾ ਕਿ ਭਾਈ ਵਿਧਾਨ ਸਭਾ ਦੀਆਂ ਚੋਣਾਂ ਤੱਕ ਜੇ ਤੁਸੀਂ ਕਹੋ ਕਿ ਉਹ ਆਵਾਜ਼ ਜਿਹੜੀ ਉਸ ਵੇਲੇ ਗੱਡੀਆਂ ਉਹਨਾਂ ਦੇ ਵਿੱਚ ਲੱਗੀਆਂ ਸੀ ਤੇ ਹੱਡੀਆਂ ਤੋੜਦੀਆਂ ਗਾਂਹ ਲੰਘ ਗਈਆਂ, ਕਿਸੇ ਨੂੰ ਘੜੀਸਦੀਆਂ ਗਾਂਹ ਲੰਘ ਗਈਆਂ, ਉਹ ਵਿਧਾਨ ਸਭਾ ਦੀ ਚੋਣਾਂ ਤੱਕ ਆਵਾਜ਼ ਮੱਠੀ ਨਹੀਂ ਪੈਣ ਲੱਗੀ। ਇਹ ਤੇ ਗੱਲ ਪੱਕੀ ਆ। ਤੇ ਮੇਰੇ ਖਿਆਲ ਨਾਲ ਇਹਦੇ 'ਚ ਜਿਹੜੀ ਚੀਜ਼ ਧਿਆਨ ਦੇਣ ਵਾਲੀ ਉਹ ਇਹ ਹੈ ਕਿ ਜਿਹੜਾ ਮੁਆਵਜ਼ਾ ਉਹ 4 ਕਿਸਾਨਾਂ ਦੇ ਨਾਲ ਉਹ ਪੱਤਰਕਾਰ ਦੇ ਲਈ ਵੀ ਅਨਾਉਂਸ ਕੀਤਾ ਗਿਆ ਜੀ, ਐਂਡ ਉਹਦੀ ਡਿਮਾਂਡ ਇੱਕ ਵੱਖਰੇ ਤੌਰ ਤੇ ਚੱਲ ਪਈ ਸੀ, ਕਿਉਂਕਿ ਉਹਦਾ ਪਰਿਵਾਰ ਵੀ ਆਣ ਕੇ ਉੱਤੇ ਬੈਠਾ ਸੀ। ਫਿਰ ਜਿਹੜੀਆਂ ਕਹ ਲਓ ਕਿ ਮੀਡੀਆ ਨਾਲ ਸੰਬੰਧਿਤ ਜਥੇਬੰਦੀਆਂ, ਉਹਨਾਂ ਨੇ ਵੀ ਡਿਮਾਂਡ ਰੱਖੀ ਵੀ ਉਹਦਾ ਵਿਚਾਰੇ ਦਾ ਕੀ ਕਸੂਰ ਸੀਗਾ, ਉਹ ਸਭ ਕਵਰ ਕਰ ਨਹੀਂ ਗਿਆ ਸੀ ਸਾਰਾ ਕੁਝ, ਉਹਨੂੰ ਥੋੜਾ ਪਤਾ ਸੀ ਵੀ ਮੈਂ ਮੁੜਨਾ ਹੀ ਨਹੀਂ। ਹੁਣ ਕਈ ਲੋਕ ਇਹਨੂੰ ਇਦਾਂ ਵੀ ਦੇਖ ਰਹੇ ਆ ਵੀ ਅੱਛਾ ਯਾਰ ਇਹ ਹੁਣ ਨਾ ਪੈਸੇ ਦੇ ਕੇ ਆਪੋ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕੀਤੀ ਯਾਰ। ਆਪਾਂ ਮੇਰਾ ਖਿਆਲ ਕੱਲ ਵੀ ਗੱਲ ਕੀਤੀ ਸੀ ਵੀ ਉਹ ਤਾਂ ਮੰਗਦੇ ਹੀ ਨਹੀਂ, ਵੀਡੀਓ ਵੀ ਤੇ ਆਈ ਸੀ ਉਹਨਾਂ ਦੀ, ਉਹ ਕਹਿੰਦੇ ਵੀ ਸਾਨੂੰ ਸਾਡੇ ਟੱਬਰ ਦਾ ਜੀ ਦੇ ਦਿਓ ਜਾਂ ਇਨਸਾਫ ਦੇ ਦਿਓ, ਸਾਨੂੰ ਪੈਸੇ ਨਹੀਂ ਚਾਹੀਦੇ ਜੀ। ਹੁਣ ਸਵਾਲ ਇਹ ਆ ਵੀ ਚਲੋ ਅਗਲੇ ਸਿੰਪਥੀ ਦਾ ਕਰਕੇ ਜਾਂਦੇ ਆ, ਹਮਦਰਦੀ ਦਾ ਕਰਕੇ ਜਾਂਦੇ ਆ, ਰਾਜਨੀਤੀ ਦਾ ਕਰਕੇ ਜਾਂਦੇ ਆ, ਕਿਸੇ ਪਾਸੇ ਵੀ ਜਾਂਦੇ ਆ, ਪਰ ਇੱਕ ਉਹ ਪ੍ਰੈਸ਼ਰ ਤੇ ਬਿਲਡ ਹੋ ਰਿਹਾ ਨਾ, ਤੇ ਮੇਰੇ ਖਿਆਲ ਨਾਲ ਉਹੀ ਪ੍ਰੈਸ਼ਰ ਆ ਜਿਹਦਾ ਕਰਕੇ ਜਦੋਂ ਇਹ ਸਾਰਾ ਕੁਝ ਯੂਪੀ 'ਚ ਹੋ ਰਿਹਾ ਸੀ, ਉਦੋਂ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਸਾਹਿਬ ਦੇ ਨਾਲ ਉਹੀ ਗ੍ਰਹਿ ਰਾਜ ਮੰਤਰੀ ਸਾਹਿਬ ਬੈਠੇ ਸੀ ਤੇ ਕਹਿੰਦੇ ਸੀ ਵੀ ਉਦੋਂ ਕਨਸੂਆਂ ਇਹ ਬਾਹਰ ਆਉਂਦੀਆਂ ਵੀ ਸ਼ਾਇਦ ਉਹ ਬੈਠੇ ਨੇ ਅਜੇ ਮਿਸ਼ਰਾ ਸਾਹਿਬ ਵੀ ਬਚਾਓ ਮਹਾਰਾਜ ਇੱਦਾਂ ਨਾ ਕਰੋ, ਤੇ ਆਸ ਇਹ ਸੀ ਵੀ ਸ਼ਾਇਦ ਪਿੱਠ ਦੇ ਉੱਪਰ ਆ ਜਾਣਗੇ ਗ੍ਰਹਿ ਮੰਤਰੀ ਸਾਹਿਬ ਤੇ ਕਹਿਣਗੇ ਨਹੀਂ ਏਡੀ ਕੋਈ ਗੱਲ, ਇਹਨਾਂ ਦਾ ਕਸੂਰ ਕੋਈ ਨਹੀਂ। ਪਰ ਖਬਰ ਕਹਿੰਦੇ ਉਧਰੋਂ ਇਹ ਆਈ ਆ ਵੀ ਨਹੀਂ ਜੀ, ਜਾਂਚ ਵਿੱਚ ਤੁਹਾਨੂੰ ਸ਼ਾਮਲ ਹੋਣਾ ਹੀ ਪੈਣਾ। ਸੰਧਾਲੀਆ ਸਾਹਿਬ, 2 ਬਹੁਤ ਵੱਡੇ ਅਸਾਰ ਸੀ। ਇੱਕ ਅਸਾਰ ਸੀ ਕਿ ਸ਼ਾਇਦ ਉਹ ਅਸਤੀਫਾ ਦੇ ਦੇਣਗੇ, ਨੈਤਿਕਤਾ ਨਾਂ ਦੀ ਕੋਈ ਚੀਜ਼ ਹੁੰਦੀ ਹੈ ਜਿਹੜੀ ਕਿ ਬਹੁਤੇ ਲੀਡਰਾਂ 'ਚ ਹੈ ਨਹੀਂ। ਦੂਸਰਾ ਇਹ ਸੀ ਕਿ ਸ਼ਾਇਦ ਉਹ ਪਿੱਠ ਤੇ ਖੜ ਜਾਣਗੇ, ਨਾ ਅਸਤੀਫਾ ਦਿੱਤਾ ਨਾ ਪਿੱਠ ਤੇ ਖੜੇ, ਵਿਚਾਲੇ ਰਹੇ ਜੈਸੇ ਥੇ, ਕੋਈ ਗੱਲ ਨਹੀਂ, ਸਟੇਟਸ ਕੋ ਆਪਾਂ ਫਿਰ ਲਾ ਦਿੰਨੇ ਆ। ਨਹੀਂ ਪਰ ਇੱਕ ਸੁਨੇਹਾ ਦੇ ਦੇਤਾ ਨਾ ਵੀ ਯਾਰ ਵੀਰ ਤੂੰ ਆਪਣੀ ਨਿਬੇੜ, ਨਿਬੇੜ, ਐਵੇਂ ਤੇਰਾ ਕਰਕੇ ਅਸੀਂ ਬਦਨਾਮ ਹੋਣੇ, ਅਸੀਂ ਉਹ ਕੰਮ ਨਹੀਂ ਕਰਨਾ, ਵੀ ਸਾਡਾ ਅਕਸ ਧੁੰਦਲਾ ਹੋਵੇ, ਅਸੀਂ ਉਹ ਬਰਦਾਸ਼ਤ ਨਹੀਂ ਕਰਨਾ। ਚਲੋ ਚੰਗੀ ਹੈ ਵੀ ਪਿੱਠ ਤੇ ਨਹੀਂ ਆਏ, ਕਿ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਹੋਵੋ, ਠੀਕ ਹੈ। ਉਹ ਮੰਤਰੀ ਮਿਸ਼ਰੇ ਨੂੰ ਫਿਰ ਪੁੱਛਿਆ ਕਿ ਭਾਈ ਕਿੱਦਾਂ, ਉਹ ਕਹਿੰਦਾ ਮੇਰਾ ਹੱਥ ਨਹੀਂ, ਮੇਰੇ ਮੁੰਡੇ ਦਾ ਹੱਥ ਨਹੀਂ, ਇਦਾਂ ਦੀ ਗੱਲ ਹੀ ਕੋਈ ਨਹੀਂ, ਜਾਂਚ ਪੜਤਾਲ ਚੱਲ ਰਹੀ ਹੈ, ਜਾਂਚ ਪੜਤਾਲ ਨੇ ਸਭ ਕੁਝ ਆਪੇ ਦੱਸ ਦੇਣਾ। ਪਰ ਸੰਧਾਲੀਆ ਸਾਹਿਬ, ਇਸ ਸਾਰੀ ਪ੍ਰਕਿਰਿਆ ਦੇ ਵਿੱਚ ਇੱਕ ਜਿਹੜੀ ਗੱਲ ਬਹੁਤ ਧਿਆਨ ਦੇ ਨਾਲ ਵਾਚਣ ਵਾਲੀ ਆ, ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਉਹਦਾ ਜ਼ਿਕਰ ਕੀਤਾ ਸੀ ਕਿ ਇੱਕ ਚਰਚਾ ਚੱਲੀ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਵੱਡੇ ਮੀਡੀਆ ਨੇ, ਮੇਨ ਸਟਰੀਮ ਮੀਡੀਆ ਨੇ ਇਹ ਚਰਚਾ ਚਲਾਤੀ ਜੀ, ਦੇਖੋ ਕਿਸਾਨਾਂ ਨੇ ਕੀ ਕੀਤਾ, ਹਮਲਾ ਕੀਤਾ, ਲਾਠੀਆਂ ਨਾਲ ਕੁੱਟ ਰਿਹਾ, ਕਰ ਰਿਹਾ, ਜਾਣੀ ਜਿੰਨੀ ਕੁ ਬਦਨਾਮੀ ਕੀਤੀ ਜਾ ਸਕਦੀ ਸੀ ਸਿਖਰ ਤੱਕ ਉਹ ਕੀਤੀ। ਦੇਖੋ ਜਿੰਨੇ ਵੀ ਬੰਦੇ ਮਰੇ, ਜਾਂਚ ਪੜਤਾਲ ਹੋਣੀ ਚਾਹੀਦੀ, ਜਿਹੜਾ ਵੀ ਦੋਸ਼ੀ ਹੈ ਦੋਨਾਂ ਧਿਰਾਂ ਦੇ ਵਿੱਚੋਂ ਸਜ਼ਾ ਮਿਲੇ। 8 ਬੰਦਿਆਂ ਦੇ ਪ੍ਰਾਣ ਗਏ ਨੇ, ਇਹ ਤਾਂ ਪਤਾ ਲੱਗੂ ਨਾ ਕਿ ਕਿਹਦੇ ਕਸੂਰ ਕਰਕੇ ਗਏ ਆ। ਦੂਸਰੀ ਗੱਲ, ਜਦੋਂ ਵੀਡੀਓ ਸਾਹਮਣੇ ਆਉਣ ਲੱਗ ਪਈਆਂ ਕਿ ਭਾਈ ਆ ਦੇਖੋ ਉਹਨਾਂ ਤੇ ਬੱਟੇ ਮਾਰੇ ਨਹੀਂ, ਉਹ ਤਾਂ ਔਨ ਮੂੰਹ ਕਰਕੇ ਤੁਰੇ ਜਾਂਦੇ, ਗੱਡੀਆਂ ਪਿੱਛੋਂ ਚੜਾਈਆਂ ਉਹਨਾਂ ਦੇ ਉੱਪਰ ਤਾਂ ਰੋਕੀਆਂ ਵੀ ਨਹੀਂ ਮੁੜ ਕੇ। ਉਹਦੇ ਤੋਂ ਬਾਅਦ ਇੱਕਦਮ ਸਭ ਕੁਝ ਬਦਲ ਗਿਆ। ਉਸੇ ਮੀਡੀਆ ਅਦਾਰਿਆਂ ਦੇ ਵਿੱਚੋਂ ਕਈਆਂ ਨੇ ਇਨਡਾਇਰੈਕਟਲੀ ਇਹ ਗੱਲ ਚੁੱਕਣੀ ਸ਼ੁਰੂ ਕਰ ਦਿੱਤੀ, ਸੋਸ਼ਲ ਮੀਡੀਆ ਤੇ ਵੀ ਇੱਕਦਮ ਇੱਕ ਵਰਗ ਵਿਸ਼ੇਸ਼ ਨੇ ਕੰਮ ਸ਼ੁਰੂ ਕਰ ਦਿੱਤਾ ਕਿ ਭਾਈ ਲੜਾਈ ਪਾ ਦਿਓ, ਇੰਨੀ ਛੇਤੀ ਸਮਝੌਤਾ ਕਿੱਦਾਂ ਕਰ ਲਿਆ, ਟਕੈਤ ਨੂੰ ਉੱਥੇ ਜਾਣ ਦਿੱਤਾ, ਬਾਕੀਆਂ ਨੂੰ ਕਿਉਂ ਨਹੀਂ ਜਾਣ ਦਿੱਤਾ, ਟਕੈਤ ਇਕੱਲਾ ਹੀ ਉੱਥੇ ਕਿੱਦਾਂ ਚਲਾ ਗਿਆ, ਜਾਣੀ ਲੋਕਾਂ ਦੇ ਵਿੱਚ ਇਸ ਤਰੀਕੇ ਦੀ ਇੱਕ ਭਾਵਨਾ ਭਰਨ ਦੀ ਕੋਸ਼ਿਸ਼ ਕਰ ਦਿੱਤੀ ਕਿ ਸ਼ਾਇਦ ਸੰਯੁਕਤ ਕਿਸਾਨ ਮੋਰਚੇ 'ਚ ਸਭ ਅੱਛਾ ਨਹੀਂ, ਸ਼ਾਇਦ ਟਕੈਤ ਸਾਹਿਬ ਇਕੱਲੇ ਹੀ ਸਮਝੌਤਾ ਕਰਿਆ ਤਾਂ ਬਾਕੀ ਬੰਦੇ ਆ ਜਾਂ ਪਰਿਵਾਰ ਜਿਹੜੇ ਆ ਮੰਨਦੇ ਨਹੀਂ। ਰਾਕੇਸ਼ ਟਕੈਤ ਨੇ ਠੋਕ ਕੇ ਜਵਾਬ ਦਿੱਤਾ, ਦੇਖੋ ਅਸੀਂ ਕਹਿੰਦੇ ਆ ਕਿ ਚਾਹੇ ਕੋਈ ਪੱਤਰਕਾਰ, ਚਾਹੇ ਕੋਈ ਧਾਰਮਿਕ ਲੀਡਰ, ਚਾਹੇ ਕੋਈ ਸਮਾਜਿਕ ਲੀਡਰ, ਚਾਹੇ ਕੋਈ ਕਲਾਕਾਰ, ਚਾਹੇ ਕਿਸਾਨ ਆਗੂ, ਸਾਰਿਆਂ ਦੇ ਉੱਤੇ ਨਜ਼ਰ ਰੱਖੋ ਤਾਂ ਜੋ ਕੋਈ ਵੀ ਬੰਦਾ ਸੱਜਿਓਂ ਖੱਬੇ ਨਾ ਹੋ ਸਕੇ, ਸਿੱਧਾ ਹੋ ਕੇ ਤੁਰੇ ਤੁੱਕੇ ਵਾਂਗੂ। ਪਰ ਇੱਥੇ ਰਾਕੇਸ਼ ਟਕੈਤ ਨੇ ਸਿੱਧੇ ਤੌਰ ਤੇ ਉੱਥੇ ਲਖੀਮਪੁਰ 'ਚ ਹੀ ਸੀ, ਉਹ ਕਹਿੰਦੇ ਮੈਂ ਅੱਜ ਕਲੀਅਰ ਕਰ ਦਿੰਨਾ ਗੱਲ,
10,000 ਬੰਦੇ ਦਾ ਇਕੱਠ ਸੀ, ਪਰਿਵਾਰਾਂ ਦੀ ਸਹਿਮਤੀ ਦੇ ਨਾਲ ਸਾਰਾ ਕੁਝ ਹੋਇਆ। ਤੇ ਉਹ ਕਹਿੰਦੇ ਕਿ ਅੱਜ ਜਿਹੜਾ ਸਮਝੌਤੇ ਦੀ ਚਰਚਾ ਚੱਲਦੀ ਹੈ, ਕਿਉਂਕਿ ਯੂਪੀ ਦੇ ਇੱਕ ਮੰਤਰੀ ਨੇ ਬਿਆਨ ਦਿੱਤਾ ਵੀਡੀਓ ਦੇ ਵਿੱਚ ਆ ਕੇ, ਉਹ ਕਹਿੰਦੇ ਕਿਸਾਨਾਂ ਦਾ ਇੱਕ ਆਗੂ ਵਿੱਚ ਬੈਠਾ ਸੀ, ਸਮਝੌਤਾ ਹੋਇਆ, ਸਾਰਾ ਕੁਝ ਹੋ ਗਿਆ, ਸਾਰੇ ਹੀ ਖੁਸ਼ ਆ। ਉਹ ਜਿਨ੍ਹਾਂ ਦੇ ਮੁੰਡੇ ਮਰ ਗਏ ਖੁਸ਼ ਵੀ ਹੋਣਗੇ ਉਹ? ਯਾਨੀ ਤੁਸੀਂ ਦੇਖੋ ਕਿ ਸੰਵੇਦਨਹੀਨਤਾ ਦੀ ਹੱਦ। ਉਹ ਬੰਦਾ ਕਹੀ ਜਾਂਦਾ ਜੀ ਸਾਰੇ ਖੁਸ਼ ਨੇ, ਗੱਡੀ ਉੱਪਰ ਦੀ ਚੜ ਗਈ, ਕੋਈ ਬੰਦਾ ਦਿੱਲੀ ਦੇ ਹਸਪਤਾਲ 'ਚ ਪਿਆ, ਕੋਈ ਲਖਨਊ ਦੇ ਹਸਪਤਾਲ 'ਚ ਪਿਆ, ਕੋਈ ਲਖੀਮਪੁਰ ਦੇ ਹਸਪਤਾਲ 'ਚ ਪਿਆ, ਕਈਆਂ ਦੇ ਪਰਿਵਾਰਾਂ ਦੇ ਜੀ ਚਲੇ ਗਏ, ਮੁੜ ਕੇ ਹਿਸਾਬ ਕਿਤਾਬ ਕੋਈ ਨਹੀਂ ਰਿਹਾ, ਤੇ ਤੂੰ ਕਹੀ ਜਾਂਦਾ ਕਿ ਭਾਈ ਸਾਰੇ ਖੁਸ਼ ਹੋ ਗਏ। ਇਦਾਂ ਦੀ ਤਾਂ ਬਿਆਨ ਹੈ। ਹੁਣ ਸੰਧਾਲੀਆ ਸਾਹਿਬ ਰਕੇਸ਼ ਟਕੈਤ ਨੇ ਕਲੀਅਰ ਕੀਤਾ, ਉਹ ਕਹਿੰਦੇ ਕਿ ਭਾਈ ਜੇ ਕੋਈ ਬੰਦਾ ਆਖਦਾ ਸਮਝੌਤਾ ਹੋ ਗਿਆ ਤਾਂ ਗਲਤ ਹੈ। ਜੇ ਮੰਤਰੀ ਇਦਾਂ ਆਖਣਗੇ ਕਿ ਭਾਈ ਪੈਸੇ ਦੇ ਦਿੱਤੇ ਸਮਝੌਤਾ ਹੋ ਗਿਆ ਤਾਂ ਅਕਾਊਂਟ ਨੰਬਰ ਦਿਓ, ਦੁੱਗਣੇ ਮੋੜਦੇ ਆ। ਤੇ ਤੀਸਰੀ ਗੱਲ ਉਹ ਕਹਿੰਦੇ 4-5 ਬੰਦਿਆਂ ਦਾ ਅਸੀਂ ਅੰਤਮ ਅਰਦਾਸ ਦਾ ਸਮਾਗਮ ਇਕੱਠਾ ਕਰਨਾ ਹੀ, ਸਾਰਾ ਸੰਯੁਕਤ ਕਿਸਾਨ ਮੋਰਚਾ ਇੱਥੇ ਆਊਗਾ। ਸਾਡੀ ਮੰਗ ਹੈ ਕਿ ਮੰਤਰੀ ਅਸਤੀਫਾ ਦੇਵੇ, ਮੰਤਰੀ ਦੇ ਪੁੱਤ ਸਮੇਤ ਸਾਰੇ ਕਥਿਤ ਮੁਲਜ਼ਮ ਗ੍ਰਿਫਤਾਰ ਹੋਣ, ਜਾਂਚ ਤੇਜ਼ੀ ਨਾਲ ਹੋਵੇ, ਇਨਸਾਫ ਮਿਲੇ। ਤਾਂ 4 ਦਿਨ ਤਾਂ 5 ਹੋ ਗਏ ਅੱਜ। ਜੇ ਕਹਿੰਦੇ ਅੰਤਮ ਅਰਦਾਸ ਦੇ ਮੌਕੇ ਤੱਕ ਇਨਸਾਫ ਨਾ ਮਿਲਿਆ, ਗ੍ਰਿਫਤਾਰੀਆਂ ਨਾ ਹੋਈਆਂ, ਤੇ ਉਦੋਂ ਫਿਰ ਸੰਯੁਕਤ ਕਿਸਾਨ ਮੋਰਚਾ ਡਿਸੀਜਨ ਲਊਗਾ ਕਿ ਭਾਈ ਅਸੀਂ ਅਗਲਾ ਸਖਤ ਪੈਂਤੜਾ ਕਿਹੜਾ ਅਪਣਾਉਣਾ। ਪਰ ਜਿਸ ਤਰੀਕੇ ਦੇ ਨਾਲ ਕਦੇ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਸੀ, ਕਦੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਸੀ, ਕਦੇ ਉਦਯੋਗਪਤੀਆਂ ਤੇ ਕਿਸਾਨਾਂ ਨੂੰ ਆਪਸ ਵਿੱਚ ਉਲਝਾਉਣ ਦੀ ਕੋਸ਼ਿਸ਼ ਸੀ, ਬਿਲਕੁਲ ਉਸੇ ਤਰੀਕੇ ਦੇ ਨਾਲ ਇਸ ਘਟਨਾ ਨੂੰ ਜਿਹੜਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਲੱਗਦਾ ਕਿ ਰਕੇਸ਼ ਟਕੈਤ ਦੇ ਬਿਆਨ ਨੇ ਬਹੁਤ ਕੋਈ ਠੰਡਾ ਕੀਤਾ ਹੈ। ਨਹੀਂ, ਉਹਦੇ 'ਚ ਇੱਕ ਗੱਲ ਜਿਹੜੀ ਹੋਰ ਨਾ ਕਲੀਅਰ ਕੀਤੀ, ਮੇਰਾ ਖਿਆਲ ਉਹ ਵੀ ਬੜਾ ਧਿਆਨ ਮੰਗਦੀ ਹੈ। ਉਹ ਕਹਿੰਦੇ ਵੀ ਦੇਖੋ ਕਾਰਨ ਇਹ ਹੈ ਵੀ 4 ਡੈੱਡ ਬੋਡੀਜ਼ ਪਈਆਂ, 10,000 ਬੰਦੇ ਦਾ ਇਕੱਠ ਆ, ਉੱਥੇ ਆ ਕੇ ਸਾਡੇ ਤੇ ਗੱਲਾਂ ਚੱਲ ਰਹੀਆਂ ਵੀ ਹਾਂਜੀ ਕੌਣ ਦੋਸ਼ੀ ਨਹੀਂ। ਉਹ ਕਹਿੰਦੇ ਵੀ ਦੇਖੋ ਅਸੀਂ ਜਿਹੜੀ ਸਭ ਤੋਂ ਵੱਡੀ ਚੀਜ਼ ਦੇਖੀ ਉਹ ਇਹ ਦੇਖੀ ਵੀ ਯਾਰ ਆ ਜਿਹੜੀਆਂ ਲਾਸ਼ਾਂ ਇਹਨਾਂ ਤੇ ਸਿਆਸਤ ਨਹੀਂ ਕਰਨੀ, ਨਾ ਇਹਨਾਂ ਲਾਸ਼ਾਂ ਦੇ ਉੱਪਰ ਸਾਡਾ ਅੰਦੋਲਨ ਨਹੀਂ ਚੱਲਣਾ ਚਾਹੀਦਾ, ਕਿਉਂਕਿ ਸਾਡਾ ਅੰਦੋਲਨ ਵੱਖਰਾ, ਇਹ ਜੋ ਘਟਨਾ ਵਾਪਰੀ ਵੱਖਰੀ ਵਾਪਰੀ। ਪਹਿਲਾਂ ਆਪਾਂ ਉਹਨਾਂ ਦਾ ਸੰਸਕਾਰ ਕਰ ਲਈਏ ਵੀ ਸੰਸਕਾਰ ਇੱਕ ਵਾਰਾਂ ਹੋ ਜਾਵੇ। ਉਹ ਇੱਕ ਹੁੰਦਾ ਨਾ ਆਪਣੇ ਪੰਜਾਬੀ ਕਹਿੰਦੇ ਵੀ ਯਾਰ ਕਿਸੇ ਦੀ ਮਿੱਟੀ ਨਹੀਂ ਖਰਾਬ ਕਰਨੀ ਚਾਹੀਦੀ। ਬੇਸਿਕਲੀ ਉਹਨਾਂ ਨੇ ਕਿਹਾ ਵੀ ਮਾਹੌਲ ਚਾਲ ਉਦੋਂ ਇਹੋ ਜਿਹਾ ਵੀ ਆਪਾਂ ਕਿਸੇ ਦੀ ਮਿੱਟੀ ਖਰਾਬ ਨਹੀਂ ਕਰਨੀ, ਇੱਕ ਵਾਰਾਂ ਇਹਨੂੰ ਇੱਕ ਵਾਰਾਂ ਸਾਈਡ ਤੇ ਲਾ ਲਓ, ਕਿਸੇ ਤਰ੍ਹਾਂ ਵੀ ਨਿਬੜਦਾ ਕੰਮ। ਆ ਜਿਹੜੀਆਂ ਮੰਗਾਂ ਇਹਨਾਂ ਦੇ ਉੱਪਰ ਸਹੀ ਮਰਵਾ ਲਓ। ਐਂਡ ਸਹੀ ਇਹਨਾਂ ਨੇ ਮਾਰੀ, 10,000 ਬੰਦੇ ਦੇ ਸਾਹਮਣੇ ਮਾਰੀ। ਐਂਡ ਉਹਦੇ 'ਚ ਜਿਹੜੀ ਮੇਨ ਡੀਲ ਜਿੱਦਾਂ ਤੁਸੀਂ ਦੱਸਿਆ ਹੀ ਉਹ ਇਹ ਆ ਵੀ ਉਹ ਬੰਦਾ ਅਸਤੀਫਾ ਦੇਵੇ ਤੇ ਜਿਹੜਾ ਬੰਦਾ ਦੋਸ਼ੀ ਉਹ ਅੰਦਰ ਚਾਹੀਦਾ ਜੀ। ਤੇ ਜੇ ਉਹ ਨਹੀਂ ਹੁੰਦਾ ਤੇ ਫਿਰ ਅਸੀਂ ਆਪਾਂ ਨਾਲ ਖੜੇ। ਮੇਰੇ ਖਿਆਲ ਨਾਲ ਇਹ ਵਧੀਆ ਕੀਤਾ ਟਕੈਤ ਸਾਹਿਬ ਨੇ ਵੀ ਜਿਹੜਾ ਉਹਨੇ ਕਲੀਅਰ ਕਰਤੀ ਵੀ ਭਾਈ ਸਾਹਿਬ ਫਟਾਫਟ ਸੰਸਕਾਰ ਕਰਾਤਾ ਜੀ। ਤੇ ਜਿਹੜੀ ਚੀਜ਼ ਉਹਨੇ ਕਹੀ ਵੀ ਅਸੀਂ ਕਿਉਂ ਇਹ ਸਾਰਾ ਕੁਝ ਕੀਤਾ ਉਹ ਆ ਸੁਣ ਲਓ, ਆ ਗੱਲ ਸੀਗੀ। ਦੂਜੀ ਚੀਜ਼ ਮੇਰੇ ਖਿਆਲ ਨਾਲ ਚੜੂਨੀ ਸਾਹਿਬ ਵਾਲੀ ਚੀਜ਼ ਐਡ ਕੀਤੀ ਜਾਂਦੀ ਸੀ ਵੀ ਉਹ ਚੜੂਨੀ ਸਾਹਿਬ ਨੂੰ ਤਾਂ ਫੜ ਲਿਆ ਗਿਆ, ਟਕੈਤ ਨੂੰ ਬਹੁਤ ਵਧੀਆ ਉੱਥੇ ਅੱਗੇ ਲਾਇਆ ਕਿਉਂਕਿ ਚੜੂਨੀ ਬੰਦਾ ਤੱਤਾ, ਉਹਨੇ ਜਾ ਕੇ ਖਲਾਰਾ ਪਾ ਰਹੇ। ਮੇਰੇ ਖਿਆਲ ਨਾਲ ਜਿਹੜਾ ਚੜੂਨੀ ਸਾਹਿਬ ਨੇ ਬਾਅਦ 'ਚ ਕਹਿਤਾ ਵੀ ਇਹੋ ਜਿਹੀ ਗੱਲ ਕੋਈ ਨਹੀਂ ਭਾਈ ਸਾਹਿਬ, ਜਿਹੜੀ ਚੀਜ਼ ਹੋ ਗਈ ਬਹੁਤ ਵਧੀਆ, ਅਸੀਂ ਨਾਲ ਖੜੇ ਹਾਂ ਤੇ ਸਾਰੇ ਇਕੱਠੇ ਹਾਂ ਜੀ। ਉਹ ਵੀ ਇੱਕ ਮੈਸੇਜ ਚੱਲੇਗਾ ਵੀ ਇੱਦਾਂ ਨਹੀਂ ਮਤਲਬ ਜੇ ਸਾਲ ਹੋ ਗਿਆ ਇਹ ਤਾਂ ਇਕੱਠੇ ਤੁਰੇ ਉਹਨੇ। ਤੇ ਮੇਰੇ ਖਿਆਲ ਨਾਲ ਚੜੂਨੀ ਸਾਹਿਬ ਨਾਲ ਤਾਂ ਹੁਣ ਤੱਕ ਕਈ ਖਿਲਾਰੇ ਪਾਉਣ ਦੀ ਕੋਸ਼ਿਸ਼ ਹੋਈ ਹੈ, ਕਈ ਵਾਰ ਹੋਈ ਹੈ। ਬਾਕੀ ਸੰਧਾਲੀਆ ਸਾਹਿਬ ਉਹਦੇ ਵਿੱਚੋਂ ਇੱਕ ਗੱਲ ਉਹਨੇ ਹੋਰ ਵੀ ਕਲੀਅਰ ਕੀਤੀ ਹੈ। ਟਕੈਤ ਹੋਰੀ ਕਹਿੰਦੇ ਕਿ ਜਦੋਂ ਮੈਂ ਪਹੁੰਚ ਗਿਆ ਸੀ ਛੇਤੀ, ਉਦੋਂ ਅਜੇ ਨਾਕੇ ਲੱਗੇ ਹੀ ਨਹੀਂ ਸੀ, ਨਾਕੇ ਬਾਅਦ ਚ ਲੱਗ ਗਏ ਆ। ਵੈਸੇ ਵੀ ਸੰਧਾਲੀਆ ਸਾਹਿਬ ਜੇ ਇੱਕ ਮੋਟੀ ਜੀ ਗੱਲ ਆਪਾਂ ਦੇਖੀਏ, ਇੰਟਰਨੈਟ ਬੰਦ ਹੋ ਗਿਆ ਹੋਵੇ, ਨਾਕੇ ਲੱਗ ਗਏ ਹੋਣ, ਕੋਈ ਸਿਆਸਤਦਾਨ ਕੋਈ ਕਿਸਾਨ ਲੀਡਰ ਉੱਥੇ ਆਉਣ ਨਾ ਦਿੱਤਾ ਗਿਆ ਹੋਵੇ, ਜਿਹੜਾ ਸਥਾਨਕ ਮੇਨ ਲੀਡਰ ਸੀ ਉਹ ਹਸਪਤਾਲ ਪਿਆ ਹੋਵੇ, ਉਸ ਵੇਲੇ ਕੋਈ ਨਾ ਕੋਈ ਫੈਸਲਾ ਤਾਂ ਹੋਣਾ ਸੀ। ਅਸੀਂ ਇਹ ਨਹੀਂ ਕਹਿੰਦੇ ਕਿ ਬਹੁਤ ਉਮਦਾ ਬਹੁਤ ਕਮਾਲ ਦਾ ਫੈਸਲਾ ਹੋ ਗਿਆ ਨਾ। ਸਭ ਤੋਂ ਵੱਡੀ ਗੱਲ ਇਨਸਾਫ ਦੀ ਹੈ ਕਿ ਇਨਸਾਫ ਮਿਲਣਾ ਚਾਹੀਦਾ। ਰੁਪਈਏ ਤੇ ਇੱਕ ਪਾਸੇ ਦੀ ਗੱਲ ਆ ਨਾ, ਹੁਣ ਤਾਂ ਕਰੋੜ ਰੁਪਈਆ ਬਾਹਰੋਂ ਆ ਗਿਆ, 50-50 ਲੱਖ ਰੁਪਈਆ ਪੰਜਾਬ ਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੇ ਵੀ ਦੇ ਦਿੱਤਾ। ਯੂਪੀ ਸਰਕਾਰ ਦਾ ਮੁਆਵਜ਼ਾ ਤਾਂ ਛੋਟਾ ਰਹਿ ਗਿਆ, ਅੱਧ ਤੋਂ ਵੀ ਥੱਲੇ ਰਹਿ ਗਿਆ। ਹੋਰ ਵੀ ਕਿਉਂਕਿ ਜਿੰਨੇ ਕਿਸਾਨਾਂ ਦੀ ਮੌਤ ਹੋਈ ਹੈ, ਲੋਕ ਯੋਗਦਾਨ ਦੇਣ ਵਾਲੇ ਬਹੁਤ ਨੇ। ਪਰ ਹੁਣ ਇੱਥੇ ਜਿਹੜੀ ਇੱਕ ਗੱਲ ਸਭ ਤੋਂ ਵੱਡੀ ਦੇਖਣ ਵਾਲੀ ਹੈ, ਔਲਖ ਸਾਹਿਬ ਨੇ ਉੱਥੋਂ ਦੇ ਇੱਕ ਮਿਨਿਸਟਰ ਨੇ ਯੂਪੀ ਸਰਕਾਰ ਦੇ, ਕੋਈ ਗੱਲ ਨਹੀਂ ਆਪਾਂ ਤਾਂ ਇਨਸਾਨੀਅਤ ਦੀ ਗੱਲ ਕਰਦੇ ਹਾਂ। ਜਿੱਦਾਂ ਆਪਾਂ ਪਹਿਲਾਂ ਇੱਕ ਮੰਤਰੀ ਸਾਹਿਬ ਦੀ ਗੱਲ ਕੀਤੀ, ਉਹ ਕਹਿੰਦੇ ਸਾਰੀਆਂ ਤਰ੍ਹਾਂ ਬਹੁਤ ਖੁਸ਼ ਨੇ, ਸ਼ਬਦ ਵਰਤਣ ਲੱਗੇ ਪਰਹੇਜ਼ ਕਰਨਾ ਚਾਹੀਦਾ। 19-20 ਸਾਲ ਦੇ ਮੁੰਡੇ ਮਰੇ ਹੁਣ ਤੇ ਤੁਸੀਂ ਕਹੋ ਖੁਸ਼ ਨੇ। ਦੂਸਰਾ ਔਲਖ ਸਾਹਿਬ ਕਹਿੰਦੇ ਜੀ ਦੇਖੋ ਗੱਲ ਤਾਂ ਅਚਾਨਕ ਵਾਪਰਿਆ ਇੱਕ ਹਾਦਸਾ, ਦੁੱਖ ਬੜਾ ਹੈ, ਪਰ ਇਦਾਂ ਹੋਣਾ ਨਹੀਂ ਚਾਹੀਦਾ। ਜਿਹੜਾ ਕਿਸਾਨ ਤੇਜਿੰਦਰ ਵਿਰਕ ਉੱਥੇ ਹਸਪਤਾਲ 'ਚ ਪਿਆ ਉਹ ਸਮਾਜਵਾਦੀ ਪਾਰਟੀ ਦਾ ਬੰਦਾ। ਮੈਂ ਕਹਿੰਦਾ ਕਿ ਉਹ ਜਿਹੜੀ ਮਰਜ਼ੀ ਊੜਾ ਆੜਾ ਈਡੀ ਪਾਰਟੀ ਦਾ ਬੰਦਾ, ਬੰਦਿਆਂ ਦੇ ਉੱਪਰ ਗੱਡੀ ਤੇ ਚੜੀ ਆ ਨਾ, ਜੇ ਕਿਸੇ ਵੀ ਨਿਆਣੇ ਨੂੰ ਵੀ ਵੀਡੀਓ ਦਿਖਾ ਦੋ ਤਾਂ ਹਾਦਸਾ ਨਹੀਂ ਲੱਗਦਾ। ਜੇ ਕਿਸੇ ਨਿਆਣੇ ਨੂੰ ਵੀ ਵੀਡੀਓ ਦਿਖਾ ਦੋ, ਇਹਦੇ ਬਾਵਜੂਦ ਵੀ ਜੇ ਆਪਾਂ ਉਹ ਮਾਈਨੋਰਟੀ ਡਿਪਾਰਟਮੈਂਟ ਦੇ ਮਿਨਿਸਟਰ ਨੇ, ਐਗਰੀਕਲਚਰ ਡਿਪਾਰਟਮੈਂਟ ਦੇ ਮਿਨਿਸਟਰ ਨੇ, ਕਿਸਾਨਾਂ ਦੇ ਉੱਪਰ ਦੀ ਗੱਡੀ ਚੜੀ ਹੈ, ਤੁਸੀਂ ਫੇਰ ਕਹੀ ਜਾਓ। ਯਾਨੀ ਸੁਖਾਲਾ ਨਹੀਂ।
ਤਿੰਨ ਚੀਜ਼ਾਂ ਜਿਹੜੀਆਂ ਭਾਰਤ ਦੇ ਲੋਕਾਂ ਨੂੰ ਇਸ ਲਖੀਮਪੁਰ ਖੀਰੀ ਵਾਲੀ ਘਟਨਾ ਤੋਂ ਬਹੁਤ ਧਿਆਨ ਦੇ ਨਾਲ ਸਿੱਖਣ ਤੇ ਵਾਚਣ ਦੀ ਲੋੜ ਹੈ। ਪਹਿਲੀ ਗੱਲ ਕਿ ਕਿਸੇ ਦੀ ਹਿੰਮਤ ਕਿੱਦਾਂ ਪੈ ਜਾਵੇ ਕਿ ਭਾਈ ਜੋ ਕੋਈ ਬੰਦਾ ਐਜੀਟੇਸ਼ਨ ਕਰਦਾ ਹੈ ਤੇ ਅਸੀਂ ਉਹਦੇ ਉੱਪਰ ਗੱਡੀਆਂ ਚਾੜ ਦੇਣੀਆਂ। ਦੂਸਰੀ ਗੱਲ, ਮੀਡੀਆ ਦੀ ਜਿਹੜੀ ਭੂਮਿਕਾ ਹੈ ਉਹਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਅੱਜ ਅਸੀਂ ਟੀਵੀ ਲਾ ਕੇ ਬਹਿੰਦੇ ਆ, ਰੇਡੀਓ ਸੁਣਦੇ ਆ, ਅਖਬਾਰ ਪੜ੍ਹਦੇ ਆ ਤੇ ਉਸ ਅਖਬਾਰ ਪੜ੍ਹਦੇ ਆ ਵੀ ਸਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਰਹਿਣੀ ਚਾਹੀਦੀ ਹੈ ਕਿ ਸਾਨੂੰ ਕਿਸੇ ਹੋਰ ਤਰੀਕੇ ਵਰਗਲਾਇਆ ਜਾ ਰਿਹਾ ਹੋ ਸਕਦਾ। ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਸ਼ਾਇਦ ਉਹ ਅਧੂਰੀ ਹੋਵੇ, ਸ਼ਾਇਦ ਉਹ ਇੱਕ ਪਾਸੜ ਹੋਵੇ। ਸਾਨੂੰ ਮੀਡੀਆ ਦੇ ਉੱਤੇ ਵੀ ਆਪ ਖੁਦ ਸੈਂਸਰ ਲਾ ਕੇ ਦੇਖਣਾ ਪਊਗਾ। ਤੀਸਰੀ ਗੱਲ, ਆ ਜਿਹੜਾ ਲੀਡਰਸ਼ਿਪ ਨੇ ਕੰਮ ਕੀਤਾ, ਭਾਵੇਂ ਪੰਜਾਬ ਵਾਲਿਆਂ ਨੇ, ਭਾਵੇਂ ਯੂਪੀ ਵਾਲਿਆਂ ਨੇ, ਭਾਵੇਂ ਸੱਤਾਧਾਰੀਆਂ ਨੇ, ਭਾਵੇਂ ਵਿਰੋਧੀ ਪਾਰਟੀਆਂ ਵਾਲਿਆਂ ਨੇ, ਨਾ ਯੂਪੀ ਵਾਲੇ ਇਕੱਠੇ ਹੋਏ ਨਾ ਪੰਜਾਬ ਵਾਲੇ ਇਕੱਠੇ ਹੋਏ, ਆਪੋ ਆਪਣੀਆਂ ਰੋਟੀਆਂ ਸੇਕੀ ਜਾਂਦੇ ਆ। ਕੀ ਬੀਬੀ ਮਾਇਆਵਤੀ, ਅਖਿਲੇਸ਼ ਯਾਦਵ, ਜਯੰਤ ਚੌਧਰੀ ਤੇ ਬੀਬੀ ਪ੍ਰਿਯੰਕਾ ਗਾਂਧੀ ਇਕੱਠੇ ਨਹੀਂ ਹੋ ਸਕਦੇ? ਇਕੱਠੇ ਹੋਵੋ। ਆ ਪੰਜਾਬ ਚੋਂ ਆਪ ਵਾਲੇ, ਅਕਾਲੀਆਂ ਦਲ ਵਾਲੇ, ਕਾਂਗਰਸ ਵਾਲੇ ਇਕੱਠੇ ਨਹੀਂ ਹੋ ਸਕਦੇ? ਕਿਉਂ ਨਹੀਂ ਇਕੱਠੇ ਹੁੰਦੇ? ਵੀ ਕਿਉਂ ਨਹੀਂ ਉੱਥੇ ਇਕੱਠੇ ਹੋ ਕੇ ਜਾਂਦੇ? ਅੱਡ ਅੱਡ ਗੱਡੀਆਂ 'ਚ ਕਿਉਂ ਤੁਰੇ ਆ? ਅਗਲੇ ਧੂ ਕੇ ਤੁਹਾਨੂੰ ਥਾਣੇ ਸੁੱਟ ਦਿੰਦੇ ਆ ਮੁੜ ਕੇ। ਜਾਣੀ ਜੇ ਏਡੀ ਵੱਡੀ ਘਟਨਾ ਦੇ ਬਾਵਜੂਦ ਵੀ ਇਹ ਇਕੱਠੇ ਹੋ ਕੇ ਨਹੀਂ ਜਾਂਦੇ ਤਾਂ ਲੋਕ ਕਿਉਂ ਨਾ ਸਮਝਣ ਕਿ ਤੁਸੀਂ ਆਪਦੀਆਂ ਵੋਟਾਂ ਇਕੱਠੀਆਂ ਕਰਨ ਜਾਂਦੇ ਹੋ? ਜੀ ਦੇਖੋ, ਲੋਕ ਸਮਝੀ ਜਾਣਾ। WhatsApp ਦੇਖੋ, ਚੀਚੀ ਹੈ ਨਾ ਮੇਰੀ, ਆਹ ਇੱਥੇ ਵਿਚਾਲੇ ਪਿਆ ਹੋਵੇ ਰੰਗ, ਦੋਵੇਂ ਵੀਰ ਆਪਾਂ ਲਾ ਲਈਏ ਚੀਚੀ ਨੂੰ ਤੇ ਫਿਰ ਨਾਂ ਤੇ ਆਪਣੇ ਦੋਵਾਂ ਦਾ ਵੱਜੀ ਜਾਣਾ। ਠੀਕ ਹੈ ਨਾ। ਇਹ ਅਗਲਾ ਬੰਦਾ ਲਗਾ ਕੇ ਕਹਿੰਦਾ ਵੀ ਮੈਂ ਲਾ ਕੇ ਫਟਾਫਟ ਵਿਖਾ ਨਾ, ਵੀ ਆਹ ਵੇਖੋ ਮੈਂ ਜੇ, ਇਹ ਥੋੜਾ। ਸੋ ਇਹ ਵੀ ਇੱਕ ਕਾਰਨ ਹੁੰਦਾ। ਸੋ ਕੋਲ ਮਿਲਾ ਕੇ ਦੇਖੋ, ਮੈਂ ਨਾ ਵੀ ਤੁਹਾਡੀ ਬੜੀ ਕੋਸ਼ਿਸ਼ ਹੁੰਦੀ ਇਕੱਠੇ ਜੋ ਇਕੱਠੇ, ਮੈਂ ਨਾ ਲੋਕ ਇਕੱਠੇ ਹੋ ਜਾਣ ਇੰਨਾ ਹੀ ਬੜਾ। ਲੀਡਰ ਫੇਰ ਵੀ ਅੱਡੋ ਅੱਡ ਰਹਿਣ ਦਿਓ। ਉਹ ਜਾਣੇ ਕੋਈ ਗੱਲ ਨਹੀਂ, ਇੱਕ ਦੂਜੇ ਨੂੰ ਕੋਈ ਨਾ ਕੋਈ ਆਂਦਾ ਤਾਂ ਹੈ ਕਿ ਨਹੀਂ ਵੀ ਤੂੰ ਫਲਾਨਿਆ ਇੱਥੋਂ ਆ ਕੀਤਾ, ਤੂੰ ਫਲਾਨਾ ਇੱਥੋਂ ਆ ਕੀਤਾ। ਉਹ ਜਿਹੜੇ ਬਾਹਰ ਤਾਂ ਘੱਟੋ ਘੱਟ ਅੱਡੋ ਅੱਡ ਨਜ਼ਰ ਆਉਂਦੇ ਨਾ, ਅੰਦਰ ਖਾਤੇ ਕੌਣ ਕਿਹਦੇ ਨਾਲ ਕਿੱਦਾਂ, ਉਹ ਤੇ ਸਾਰਿਆਂ ਨੂੰ ਪਤਾ ਹੀ ਹੈ। ਇਹ ਵੀ ਤੇ ਰੌਲਾ ਨਾ, ਇਹ ਰੌਲਾ। ਹਾਂ। ਬਾਕੀ ਸੰਧਾਲੀਆ ਸਾਹਿਬ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਬਹੁਤ ਕੁਝ ਘਟਨਾ ਵਾਪਰਨਾ। ਅੱਜ ਅਖਿਲੇਸ਼ ਯਾਦਵ ਹੋਰੀ ਉੱਥੇ ਜਾਣਗੇ, ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਸਟੇਟਮੈਂਟ ਦਿੱਤੀ, ਕਿਉਂਕਿ ਉਹ ਦਿੱਲੀ ਦੇ ਮੁੱਖ ਮੰਤਰੀ ਨੇ। ਦੋ ਮੁੱਖ ਮੰਤਰੀ ਉੱਥੇ ਪਹੁੰਚੇ ਹੋਆ। ਦਿੱਲੀ ਵਾਲੇ ਮੁੱਖ ਮੰਤਰੀ ਉੱਥੇ ਬੈਠ ਕੇ ਬੋਲਦੇ ਆ। ਝਾਰਖੰਡ ਦੀਆਂ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਨਿੰਦਾ ਕੀਤੀ ਆ ਕਿ ਬਹੁਤ ਮਾੜੀ ਗੱਲ ਹੋਈ ਹੈ। ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਕੀ ਸੀ? ਉਹ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਸੰਬੋਧਿਤ ਹੋਏ ਆਪਦੀ ਵੀਡੀਓ ਦੇ ਵਿੱਚ। ਉਹ ਕਹਿੰਦੇ ਜੀ ਦੇਖੋ ਪ੍ਰਧਾਨ ਮੰਤਰੀ ਸਾਹਿਬ, ਤੁਸੀਂ ਲਖਨਊ ਗਏ ਸੀ ਆਜ਼ਾਦੀ ਦੇ ਨਾਲ ਸੰਬੰਧਿਤ ਇੱਕ ਸਮਾਗਮ 'ਚ ਹਿੱਸਾ ਲੈਣ। ਉਧਰ ਤੁਸੀਂ ਆਜ਼ਾਦੀ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਸੀ, ਇੱਧਰਲੇ ਪਾਸੇ ਵਿਰੋਧੀ ਧਿਰ ਦੇ ਲੀਡਰਾਂ ਨੂੰ ਉੱਥੇ ਨਹੀਂ ਸੀ ਜਾਣ ਦਿੱਤਾ ਜਾਂਦਾ। ਤੁਸੀਂ ਕਿਸਾਨਾਂ ਦੇ ਲਈ ਇੱਕ ਮਿੰਟ ਵੀ ਨਹੀਂ ਬੋਲੇ। ਉਹਨਾਂ ਨੇ ਇੱਥੋਂ ਤੱਕ ਕਹਿਤਾ, ਕਹਿੰਦੇ ਉਹ ਜੀਪ ਇਹ ਨਾ ਸੋਚੋ ਕਿ ਕਿਸਾਨਾਂ ਤੇ ਚੜੀ ਹੈ, ਲੋਕਤੰਤਰ ਤੇ ਚੜ ਗਈ ਹੈ। ਇਹ ਨਾ ਸੋਚੋ ਕਿ ਉਹ ਜੀਪ ਕਿਸਾਨਾਂ ਤੇ ਚੜੀ ਹੈ, ਉਹ ਜੀਪ ਤਾਂ ਐਂ ਲੱਗਦਾ ਕਿ ਲੋਕਤੰਤਰੀ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਦਰੜ ਕੇ ਲੰਘ ਗਈ ਹੈ। ਹੁਣ ਜਦੋਂ ਇਸ ਤਰੀਕੇ ਦੀ ਬਿਆਨਬਾਜ਼ੀ ਆਉਣ ਲੱਗ ਪਈ ਹੈ, ਤਾਨਾਸ਼ਾਹ ਤੱਕ ਸ਼ਬਦ ਜਿਹੜਾ ਵਿਰੋਧੀ ਧਿਰਾਂ ਦੇ ਨੇਤਾ ਪ੍ਰਯੋਗ ਕਰਨ ਲੱਗ ਪਏ ਆ, ਇਹਦਾ ਮਤਲਬ ਹੈ ਕਿ ਇਹ ਮੁੱਦਾ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਪੈਣ ਵਾਲੇ ਦਿਨ ਤੱਕ ਇਸੇ ਤਰੀਕੇ ਰਹਿਣਾ। ਅਜੇ ਭਾਵੇਂ 5-5 ਬੰਦਿਆਂ ਨੂੰ ਜਾਣ ਦੀ ਆਗਿਆ ਦਿੱਤੀ ਗਈ ਹੈ, ਇੱਕ ਵੀ ਪਾਰਟੀ ਨੇ ਘੱਟ ਨਹੀਂ ਕਰਨੀ, ਕਿਉਂਕਿ ਸਿਆਸੀ ਪਾਰਟੀਆਂ ਨੂੰ ਵੀ ਪਤਾ ਉੱਤਰ ਪ੍ਰਦੇਸ਼ ਦੀਆਂ ਨੂੰ ਕਿ ਭਾਈ ਲਖਨਊ ਦੇ ਵਿਚਲੀ ਵਿਧਾਨ ਸਭਾ ਦਾ ਰਸਤਾ ਜਿਹੜਾ ਹੁਣ ਲਖੀਮਪੁਰ ਖੀਰੀ ਦੇ ਵਿੱਚ ਦੀ ਹੋ ਕੇ ਜਾਣਾ। ਇੱਕ ਚੀਜ਼ ਹੋਰ ਆਪਾਂ ਐਡ ਕਰਦੇ, ਮੇਰਾ ਖਿਆਲ ਆਪਾਂ 2 ਦਿਨ ਪਹਿਲਾਂ ਵੀ ਉਹ ਜ਼ਿਕਰ ਕੀਤਾ ਸੀ ਕਿ ਵੀ ਇਹਦੇ ਧਾਰਮਿਕ ਰੰਗਤ ਤੇ ਹੋ ਨਹੀਂ ਸਕਦਾ ਵੀ ਅੱਜ ਦੀ ਡੇਟ ਦੇ ਵਿੱਚ ਕੋਈ ਘਟਨਾ ਕਿਤੇ ਵਾਪਰ ਜੋ ਧਾਰਮਿਕ ਰੰਗਤ ਨਾ ਹੋਵੇ। ਉਹ ਸ਼ਾਹਰੁਖ ਖਾਨ ਦਾ ਮੁੰਡਾ ਫੜਿਆ ਗਿਆ, ਉਹਦੇ ਤੇ ਵੀ ਇੱਕ ਕੇਸ ਚੱਲੀ ਜਾਂਦਾ ਕੰਮ। ਉਹ ਕਹਿੰਦੇ ਇਹ ਤਾਂ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਹੋਣਾ ਹੀ ਥਾ ਕਿਉਂਕਿ ਉਹ ਮੁਸਲਿਮ ਹੈ। ਐਂਗਲ ਹੀ ਦੇਣਾ ਹੈ ਨਾ। ਹੁਣ ਇੱਥੇ ਇਹ ਘਟਨਾ ਇੱਕ ਇਹ ਵੀ ਹੈ ਕਿ ਵੀ 1-2 ਥਾਵਾਂ ਤੋਂ ਰਿਪੋਰਟਾਂ ਆ ਰਹੀਆਂ ਨੇ ਜਿਹੜੇ ਉਹ 3 ਸ਼ਖਸ ਹੋਰ ਮਰੇ ਨੇ। ਉਹਨਾਂ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਵੀ ਹਾਂਜੀ, ਕੋਈ ਕਹਿੰਦਾ ਉਹ ਬੀਜੇਪੀ ਦੇ ਸਪੋਰਟਰ ਨੇ, ਇੱਕ ਬੰਦਾ ਹੋਰ ਸਾਹਮਣੇ ਆ ਉਹ ਕਹਿੰਦਾ ਜੀ ਨਹੀਂ ਸਪੋਰਟਰ ਤੇ ਕੋਈ ਨਹੀਂ ਸੀ, ਉਹ ਤੋਂ ਦੰਗਲ ਦੇਖਣੇ ਗਏ ਥੇ। ਹੁਣ ਉਹਨਾਂ ਵੀਡੀਓਜ਼ ਦੇ ਵਿੱਚ ਸ਼ਬਦ ਮੈਂ 2 ਵੇਖੀਆਂ, ਉਹਨਾਂ ਦੇ ਵਿੱਚ ਵਰਤਿਆ ਜਾ ਰਿਹਾ ਕਿ ਸਰਦਾਰ ਨੇ ਪੀਟ ਕਰ ਹਮਾਰਾ ਬੰਦਾ ਮਾਰ ਦਿਆ। ਸਵਾਲ ਇਹ ਆ, ਸਰਦਾਰ ਨੇ ਪੀਟ ਕਰ ਹਮਾਰਾ ਬੰਦਾ ਮਾਰ ਦਿਆ। ਹੁਣ ਮੈਂ ਨਾ ਵੀ ਜੇ ਅਜੇ ਤੇ ਇਹ ਗੱਲ ਸ਼ੁਰੂ ਹੋਈ ਹੈ, ਹੋ ਸਕਦਾ ਵੀ 2-4-10 ਦਿਨਾਂ ਤੱਕ ਇਹ ਮਸਲਾ ਇੱਕ ਪਾਸੇ ਲੱਗ ਜੇ, ਕਲੀਅਰ ਹੋ ਜੇ ਵੀ ਆਹ ਮਸਲਾ ਇੱਦਾਂ ਹੋਇਆ ਸੀ, ਇੱਦਾਂ ਨਹੀਂ ਹੋਇਆ ਸੀ। ਪਰ ਜਿਹੜੀ ਉਹ ਵਿਚਾਰੀ ਗਰੀਬ ਜਨਤਾ ਜਿਨ੍ਹਾਂ ਤੱਕ ਇਹ ਇੰਪਰੈਸ਼ਨ ਇੱਕ ਵਾਰਾਂ ਚਲਾ ਗਿਆ ਜਾਂ ਜਿਹੜੀ ਇਹ ਚਰਚਾ ਚਲੀ ਗਈ, ਇੱਕ ਬੜਾ ਸਾਫ਼ ਆ ਵੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਦੋਹਰੇ ਜਾ ਕੇ ਜੇ ਤੁਸੀਂ ਸਮਝਾਉਣਾ ਚਾਹੋ ਵੀ ਯਾਰ ਅਸਲ 'ਚ ਆਹ ਗੱਲ ਹੋਈ ਸੀ, ਉਹਨਾਂ ਦੀ ਸਮਝ ਨਹੀਂ ਆਉਣਾ, ਮੁਸ਼ਕਲ ਹੋ ਜਾਂਦੀ। ਉਹ ਪ੍ਰਭਾਵ ਇੱਕੇ ਰੇ ਚਲੇ ਜਾਣਾ ਵੀ ਅੱਛਾ ਯਾਰ ਇਹ ਸਰਦਾਰ ਨੇ ਪੀਟ ਕਰ ਹਮਾਰਾ ਬੰਦਾ ਮਾਰ ਦਿਆ। ਇਹ ਮੇਰੇ ਖਿਆਲ ਨਾਲ ਹੁਣ ਜਿਹੜਾ ਵੀ ABC ਬੰਦਾ ਇਸ ਚੀਜ਼ ਦੇ ਉੱਪਰ ਖੁਸ਼ ਹੁੰਦਾ ਹੋਊਗਾ, ਉਹ ਜ਼ਰੂਰ ਇਹ ਗੰਢ ਦੇ ਲੇ ਵੀ ਇਹ ਚੀਜ਼ ਕੱਲ੍ਹ ਨੂੰ ਤੰਗ ਕਰਨਾ ਉਹਨਾਂ ਨੂੰ ਕਰਨਾ ਨਹੀਂ। ਬਹੁਤ ਵੱਡਾ ਮਸਲਾ ਪੈਦਾ ਹੋ ਜਾਣਾ ਜੇ ਉੱਥੇ ਇੱਕ ਟੀ-ਸ਼ਰਟ ਦੇ ਉੱਤੇ ਬਣੀ ਹੋਈ ਫੋਟੋ ਦੀ ਚਰਚਾ। ਉੱਥੇ ਇਹ ਵੀ ਚਰਚਾ ਕਿ ਭਾਈ ਜਦੋਂ ਕਿਤੇ ਹੋਰ ਪਾਸੇ ਫੈਸਲੇ ਲੈਣੇ ਹੁੰਦੇ ਆ ਤਾਂ ਇਕੱਠੇ ਹੋ ਕੇ ਲੈਂਦੇ ਆ, ਕਿ ਟਕੈਤ ਸਾਹਿਬ ਨੇ ਕਿਸੇ ਨੂੰ ਪੁੱਛਿਆ ਨਹੀਂ। ਜਾਣੀ ਚਰਚਾਵਾਂ ਚਲਾਈਆਂ ਜਾ ਰਹੀਆਂ ਕਿ ਇਹਨਾਂ ਨੂੰ ਵਰਗ ਵੰਡ ਦੇ ਵਿੱਚ ਵੰਡ ਦਿੱਤਾ ਜਾਵੇ। ਪਰ ਅਸੀਂ ਤਾਂ ਆਮ ਲੋਕਾਂ ਨੂੰ ਹਮੇਸ਼ਾ ਬੇਨਤੀ ਕਰਦੇ ਹੁੰਦੇ ਆ ਕਿ ਭਾਈ ਉਹ ਜਿਹੜਾ ਖੂਨ ਡਿੱਗਿਆ ਉੱਥੇ ਅੱਠਾਂ ਦੇ ਕਹਿੰਦੇ ਆਪਾਂ
ਉਹ ਕਿਸੇ ਹਿੰਦੂ ਦਾ, ਸਿੱਖ ਦਾ ਜਾਂ ਮੁਸਲਮਾਨ ਦਾ ਨਹੀਂ ਸੀ, ਉਹ ਕਿਸੇ ਜਾਤੀ ਵਾਲੇ, ਉਹ ਬੰਦੇ ਦਾ ਖੂਨ ਸੀ। ਦੁਬਾਰਾ ਕਿਉਂਕਿ ਜੇ ਤਾਂ ਮੰਨ ਲਓ ਕਿ ਬਾਰਡਰ ਦੇ ਉੱਤੇ ਕੋਈ ਝਗੜਾ ਹੋਇਆ, ਆਪਾਂ ਤਾਂ ਦੁਨੀਆ ਭਰ 'ਚ ਸ਼ਾਂਤੀ ਦੀ ਗੱਲ ਕਰਦੇ ਹਾਂ ਕਿ ਸਾਰੀ ਦੁਨੀਆ ਲੜਨਾ ਕਾਹਤੋਂ ਹੈ, ਕਰੋਨੇ ਨਾਲ ਲੜ ਲਓ। ਬਹੁਤ ਸਾਰੇ ਲੋਕ ਭੁੱਖ ਦਾ ਸ਼ਿਕਾਰ ਨੇ, ਉਹਦੇ ਨਾਲ ਲੜ ਲਓ। ਤੁਸੀਂ ਹਥਿਆਰਾਂ ਦੇ ਨਾਲ ਇੱਕ ਦੂਜੇ ਨਾਲ ਕਿਉਂ ਲੜਦੇ ਆ? ਚਲੋ ਆਪਾਂ ਦੁਨੀਆ ਤੋਂ ਦੇਸ਼ ਦੇ ਅੰਦਰ ਆ ਜਾਂਦੇ ਆ। ਬਾਰਡਰ ਦੇ ਉੱਤੇ ਕੋਈ ਗੱਲ ਹੋਈ ਹੁੰਦੀ, ਵੱਖਰੀ ਗੱਲ ਸੀ। ਕੋਈ ਖੋਜ ਕਰਦੇ ਆ, ਕੋਈ ਦੁਨੀਆ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ, ਕੋਈ ਘਟਨਾ ਵਾਪਰਦੀ, ਕਿਸੇ ਦੀ ਮੌਤ ਹੋ ਜਾਂਦੀ, ਇੱਕ ਵੱਖਰੀ ਗੱਲ ਸੀ। ਉਹ ਪਰਿਵਾਰ ਕੀ ਸੋਚਦੇ ਹੋਣਗੇ, ਕੀ ਕਹਿੰਦੇ ਹੋਣਗੇ, ਜਾਂ ਅਸੀਂ 40 ਸਾਲਾਂ ਬਾਅਦ ਹਿਸਟਰੀ ਕੀ ਪੜਾਵਾਂਗੇ ਕਿ ਭਾਈ ਲਖੀਮਪੁਰ ਖੀਰੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ, ਮਦਸੌਰ ਮੱਧ ਪ੍ਰਦੇਸ਼ 'ਚ। ਅੱਜ ਤੱਕ ਜ਼ਿਕਰ ਹੁੰਦਾ, ਕਈ ਸਾਲ ਪਹਿਲਾਂ ਉੱਥੇ ਕਿਸਾਨਾਂ ਦੀ ਮੌਤ ਹੋਈ ਸੀ, ਅੱਜ ਤੱਕ ਜ਼ਿਕਰ ਹੁੰਦਾ। ਕੀ ਕਹਿਣਗੇ ਆਪਣੇ ਪਰਿਵਾਰ ਵਾਲਿਆਂ ਨੂੰ ਕਿ ਕਿਹਨੇ ਥੱਲੇ ਦੇ ਦਿੱਤੇ ਸੀ, ਕਿਉਂ ਥੱਲੇ ਦੇ ਦਿੱਤੇ ਸੀ? ਅਸੀਂ ਇਦਾਂ ਦੇ ਲੀਡਰ ਚੁਣਦੇ ਸੀ ਜਿਨ੍ਹਾਂ ਦੇ ਉੱਤੇ 7-7 8-8 ਪਰਚੇ ਆ, ਹਾਈ ਕੋਰਟ ਦੇ ਵਿੱਚ ਕੇਸ ਚੱਲਦੇ ਆ, ਸਜ਼ਾਵਾਂ ਦਾ ਪਤਾ ਨਹੀਂ ਹੋਣੀਆਂ ਕਿ ਨਹੀਂ ਹੋਣੀਆਂ। ਅਸੀਂ ਉਹਨਾਂ ਨੂੰ ਦੇਸ਼ ਦੇ ਗ੍ਰਹਿ ਵਿਭਾਗ ਦੇ ਵਿੱਚ ਨਿਯੁਕਤ ਕਰ ਲੈਂਦੇ ਆ। ਮੁੜ ਕੇ ਅਗਲਾ ਬੰਦਾ ਕਹਿੰਦਾ ਮੇਰਾ ਪਤਾ ਹੈ ਕਿ ਮੈਂ ਐਮਐਲਏ ਐਮਪੀ ਤੇ ਮੰਤਰੀ ਹੋਣ ਤੋਂ ਪਹਿਲਾਂ ਕੀ ਸੀ। ਮੈਂ ਸੋਚਿਆ ਯਾਰ ਕਾਲਜ ਦਾ ਪ੍ਰਿੰਸੀਪਲ ਸੀ, ਮੈਂ ਸੋਚਿਆ ਪਤਾ ਨਹੀਂ ਇਹ 500-700 ਨਿਆਣੇ ਨੂੰ ਮੁਫਤ ਪੜਾਉਂਦਾ ਹੋਊਗਾ, ਸ਼ਾਇਦ ਇਹਨੇ ਕੋਈ ਇਦਾਂ ਦਾ ਹਸਪਤਾਲ ਖੋਲਿਆ, ਖਰਚਾ ਸਾਰਾ ਇਹ ਦਿੰਦਾ ਤੇ ਉੱਥੇ ਮਰੀਜ਼ਾਂ ਦਾ ਮੁਫਤ ਇਲਾਜ ਹੁੰਦਾ। ਮੈਨੂੰ ਐ ਵੀ ਲੱਗੇ ਹੋ ਸਕਦਾ ਕਿ ਵਾਤਾਵਰਣ ਪ੍ਰੇਮੀ ਬੰਦਾ ਹੋਵੇ, ਇਹ ਚਿਪਕੋ ਅੰਦੋਲਨ ਚਲਾਉਂਦਾ ਹੋਵੇ ਉੱਥੇ ਕਿ ਭਾਈ ਮੈਂ ਨਹੀਂ ਕੋਈ ਦਰਖਤ ਵੱਢਣ ਦੇਣਾ। ਉਹ ਬਾਅਦ ਚ ਪਤਾ ਲੱਗਾ ਇਦਾਂ ਨਹੀਂ, ਉਹ ਤੇ ਤਾਂ ਪਰਚਿਆਂ ਪੁਰਚਿਆਂ ਦੀ ਉਹ ਗੱਲ ਕਰਦਾ ਹੈ ਕਿ ਘਰ ਦੇ ਅੰਦਰ ਵੜ ਕੇ ਕੁੱਟਣਾ ਹੈ ਜਾਂ ਹਥਿਆਰ ਲੈ ਕੇ ਕੁੱਟਣਾ ਹੈ ਜਾਂ ਹੱਤਿਆ ਦਾ ਕੇਸ ਦਰਜ ਹੋ ਜਾਣਾ, ਜ਼ਮਾਨਤ ਦੇ ਉੱਤੇ ਹੁੰਦੇ, ਆਪਾਂ ਮੰਤਰੀ ਬਣਾ ਛੱਡਦੇ ਹਾਂ। ਇਹਦੀ ਟੋਨ ਟਨੈਲਿਟੀ ਬੰਦੇ ਦੀ ਹੋਰ ਹੁੰਦੀ ਨਾ, ਤੁਸੀਂ ਟੋਨ ਸਮਝਿਆ ਕਰੋ ਨਾ। ਜੇ ਉਹਦੀ ਟੋਨ ਉਹ ਜਿੰਦੀ, ਫਿਰ ਉਹਨੇ ਕਹਿਣਾ ਵੀ ਯਾਰ ਇਹ ਐਮਐਲਏ ਐਮਪੀ ਤਾਂ ਮੈਂ ਹੁਣ ਬਣਿਆ ਯਾਰ, ਮੇਰੇ ਬਾਰੇ ਪਹਿਲਾਂ ਪਤਾ ਕਰ ਲਓ, ਇੱਥੇ ਹੀ ਰਿਹਾ ਤੁਹਾਡੇ 'ਚ ਹੀ, ਹੈ ਨਾ। ਫਿਰ ਤੇ ਬੰਦਾ ਕਹਿੰਦਾ ਵੀ ਯਾਰ ਜੇ ਤੁਸੀਂ ਸਿਰਫ ਐਮਪੀ ਐਮਐਲਏ ਦਾ ਕਰਕੇ ਮੇਰੇ ਤੇ ਦੋਸ਼ ਲਾਉਣੇ, ਇਦਾਂ ਦਾ ਕੁਝ ਨਹੀਂ, ਮੈਂ ਤਾਂ ਸਧਾਰਨ ਬੰਦਾ ਜੀ। ਜਦੋਂ ਬੰਦਾ ਘੁਮਾ ਕੇ ਕਹਿੰਦਾ ਫਿਰ ਮੇਰਾ ਪਤਾ ਹੀ ਹੈਲੋ, ਹੈ ਨਾ, ਉਦੋਂ ਫਿਰ ਆਪੇ ਸਮਝ ਆ ਜਾਂਦੀ। ਪਰ ਇੱਕ ਗੱਲ ਹੈਗੀ ਆ WhatsApp, ਇਹ ਜਿੱਧਰ ਨੂੰ ਵੀ ਕੰਮ ਇਸ ਵਕਤ ਤੁਰ ਪਿਆ, ਇਹਦੇ 'ਚ ਮੇਰੇ ਖਿਆਲ ਨਾਲ ਇੱਕ ਚੀਜ਼ ਦੀ ਆਸ ਕੀਤੀ ਜਾ ਰਹੀ ਹੈ ਕਿ ਸ਼ਾਇਦ ਹੌਲੀ ਹੌਲੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਡਿਬੇਟ ਵੀ ਚੱਲ ਪਈ ਵੀ ਜੇ ਆਪਾਂ ਇਹ ਸਾਰੇ ਕੁਛ ਨੂੰ ਇੰਨਾ ਕੁ ਗੰਧਲਾ ਕਰ ਲਿਆ, ਇੱਕ ਹੁੰਦਾ ਨਾ ਵੀ ਚਲੋ ਠੀਕ ਹੈ ਯਾਰ, ਪਾਣੀ ਹੁਣ ਥੋੜਾ ਜਿਹਾ ਗੰਗਲਿਆ, ਥੋੜਾ ਚਿਰ ਰਹਿਣ ਦਿਓ, ਇਹਨੂੰ ਹਿੱਲੂਗਾ ਨਹੀਂ ਤੇ ਆਪੇ ਸ਼ਾਇਦ ਨਿੱਤਰ ਜੇ। ਪਰ ਜੇ ਇਹਨੂੰ ਆਪਾਂ ਇੰਨਾ ਚੀਜ਼ ਮਤਲਬ ਗੰਧਲਾ ਕਰ ਲਿਆ ਵੀ ਉਹਦੋਂ ਬਾਅਦ ਜਿੰਨਾ ਚਿਰ ਮਰਜ਼ੀ ਪਿਆਰ ਆਵੇ ਮੁਸ਼ਕ ਜਾਊਗਾ, ਪਰ ਇਹਨੇ ਉਸ ਤੋਂ ਬਾਅਦ ਨਿੱਤਰਨਾ ਨਹੀਂ, ਉਹ ਨੌਬਤ ਨਾ ਆ ਜੇ। ਮੈਂ ਸਿਆਸਤ ਦੇ ਪੱਖ ਤੋਂ ਗੱਲ ਕਰ ਰਿਹਾ। ਨਹੀਂ, ਇਦਾਂ ਹੀ ਆ ਬਿਲਕੁਲ। ਦੇਖੋ, ਸਿਆਸੀ ਪਾਰਟੀਆਂ ਨੇ ਨਹੀਂ ਦੇਖਣਾ ਕਿ ਅਸੀਂ ਟਿਕਟਾਂ ਕਿ ਇਹਨਾਂ ਨੂੰ ਦਿੰਨੇ ਆ, ਲੋਕਾਂ ਨੇ ਦੇਖਣਾ ਕਿ ਅਸੀਂ ਵੋਟਾਂ ਕਿ ਇਹਨਾਂ ਨੂੰ ਪਾਉਂਦੇ ਆ। ਕਿਉਂਕਿ ਜਦੋਂ ਪਾਰਲੀਮੈਂਟ ਦੇ ਅੰਦਰ, ਵਿਧਾਨ ਸਭਾਵਾਂ ਦੇ ਅੰਦਰ, ਵਿਧਾਨ ਪ੍ਰੀਸ਼ਦਾਂ ਦੇ ਅੰਦਰ ਇਹ ਚਰਚਾ ਚੱਲਦੀ ਹੈ, ਇੰਨੇ % ਲੋਕ ਜਿਹੜੇ ਜਿਨ੍ਹਾਂ ਤੇ ਪਰਚੇ ਆ, ਇੰਨਿਆਂ ਦੇ ਉੱਤੇ ਕੇਸ ਆ, ਇੰਨਿਆਂ ਦੇ ਉੱਤੇ ਗੰਭੀਰ ਕੇਸ ਆ ਤੇ ਇੰਨਿਆਂ ਦੇ ਉੱਤੇ ਬਹੁਤ ਗੰਭੀਰ ਕੇਸ ਆ, ਆਪਾਂ ਇੱਥੇ ਪੜਚੋਲ ਕਰਕੇ ਸੁਣਾਉਣੇ ਹੁੰਦੇ ਆ ਕੇਸ, ਗੰਭੀਰ ਕੇਸ, ਅਤੀ ਗੰਭੀਰ ਕੇਸ। ਜੇ ਇਦਾਂ ਦੇ ਬੰਦਿਆਂ ਨੂੰ ਵੋਟਾਂ ਪਾ ਕੇ ਆਪਾਂ ਉੱਥੇ ਪਹੁੰਚਾਉਣਾ ਹੈ, ਉਹਨਾਂ ਦੇ ਵਿੱਚੋਂ ਕੈਬਨਿਟ ਚੁਣੀ ਜਾਣੀ ਹੈ, ਚਾਹੇ ਸੂਬੇ ਦੀ ਹੈ ਚਾਹੇ ਕਿਤੇ ਦੀ ਹੈ, ਉਹਨਾਂ ਨੇ ਫਿਰ ਫੈਸਲੇ ਕਰਨੇ। ਉਹਨਾਂ ਨੇ ਫਿਰ 2 ਮਿੰਟ ਦੇ ਵਿੱਚ ਹੀ ਕਹਿਣਾ ਕਿ ਬਲੀਆ ਹੀ ਨਹੀਂ, ਲਖੀਮਪੁਰ ਤੋਂ ਵੀ ਅੱਗੇ ਜਾਓਗੇ ਤੁਸੀਂ, ਫਿਰ ਤਾਂ ਉਹਨਾਂ ਨੇ ਇਹ ਕੁਝ ਕਹਿਣਾ। ਚਲੋ ਆਪਾਂ ਪੰਜਾਬ ਵਾਲੇ ਪਾਸੇ ਤੁਰਦੇ ਹਾਂ। ਨਹੀਂ ਪੰਜਾਬ ਵਾਲੇ ਪਾਸੇ ਆਪਾਂ ਨਹੀਂ ਤੁਰਨਾ, ਉਹ ਬੰਦੇ ਤੁਰਨ ਵਾਲਿਆਂ ਨੇ ਤੁਰਨਾ, ਅੱਜ ਮੋਹਾਲੀਓਂ ਤੁਰਨਾ। ਤੇ ਅਜੇ ਤੱਕ ਤੇ ਇਦਾਂ ਹੀ ਸੁਣਿਆ ਵੀ ਮਤਲਬ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, ਅਜੇ ਕੱਲ ਆਪਾਂ ਗੱਲ ਕਰਦੇ ਵੀ ਬੰਦੇ ਦਿੱਲੀ ਸੱਦ ਲਏ ਨੇ, ਪਤਾ ਨਹੀਂ ਪ੍ਰਧਾਨਗੀ ਵਾਲਾ ਤਾਜ ਕਿਹਦੇ ਸਿਰ ਤੇ ਰੱਖਿਆ ਜਾਣਾ, ਉਹ ਗੱਲ ਤੇ ਵਿੱਚ ਹੀ ਰਹਿ ਗਈ। ਚੰਨੀ ਸਾਹਿਬ ਨੂੰ ਲੈ ਕੇ ਰਾਹੁਲ ਗਾਂਧੀ ਉਰੇ ਯੂਪੀ ਨੂੰ ਚਲ ਗਏ। ਪਰ ਜੇ ਆਪਾਂ ਮੰਨ ਲਈਏ ਵੀ ਸ਼ਾਇਦ ਉਹ ਮਸਲਾ ਠੰਡਾ ਪੈ ਗਿਆ ਹੋਊਗਾ ਕਾਂਗਰਸ ਪਾਰਟੀ ਦੇ ਵਿੱਚ, ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕਿਹਾ ਸੀ ਵੀ ਜੇ ਇਨਸਾਫ ਨਹੀਂ ਮਿਲਦਾ, ਪ੍ਰਿਅੰਕਾ ਗਾਂਧੀ ਨੂੰ ਰਿਹਾ ਨਹੀਂ ਕੀਤਾ ਜਾਂਦਾ, ਤੇ ਮੈਂ ਕਾਂਗਰਸ ਪਾਰਟੀ ਨੂੰ ਲੈ ਕੇ ਤੇ ਮਾਰਚ ਕਰਨਾ। ਅੱਜ ਉਹਨਾਂ ਨੇ 10,000 ਗੱਡੀ ਦਾ ਦਾਅਵਾ ਕੀਤਾ ਵੀ 10,000 ਗੱਡੀਆਂ ਜਿਹੜੀਆਂ ਨੇ ਉਹ ਯੂਪੀ ਨੂੰ ਜਾਣੀਆਂ। ਮੈਂ ਨਹੀਂ ਕਹਿੰਦਾ ਵੀ ਉਹ ਖੜ ਨਹੀਂ ਸਕਦੇ, ਪਰ ਮੈਂ ਵੈਸੇ ਮੋਟਾ ਜਿਹਾ ਹਿਸਾਬ ਲਾਉਂਦਾ ਹੈ ਵੀ ਚਲੋ 117 ਦੇ ਵਿੱਚੋਂ ਜੇ 100 ਬੰਦਾ ਵੀ ਉਹਨਾਂ ਦੇ ਨਾਲ ਹੋਵੇ ਤੇ ਹਰੇਕ ਹਲਕੇ 'ਚੋਂ 100 ਗੱਡੀ ਜਾਵੇ, ਫਿਰ 10,000 ਗੱਡੀ ਪੂਰੀ ਹੁੰਦੀ ਹੈ। ਦੇਖੋ, ਪਹਿਲੀ ਗੱਲ ਇਹ ਹੈ ਕਿ ਜੇ ਅਕਾਲੀ ਦਲ ਦਾ ਵਫਦ ਵੀ ਚੱਲਿਆ, ਆਮ ਆਦਮੀ ਪਾਰਟੀ ਦਾ ਵੀ ਗਿਆ, ਕਾਂਗਰਸ ਦਾ, ਸਮਾਜਵਾਦੀ ਪਾਰਟੀ ਦਾ, ਜਿੰਨਾ ਪ੍ਰੈਸ਼ਰ ਬਣੇ ਵਧੀਆ, ਪਰ ਉਹਦੇ ਵਿੱਚ ਸਿਆਸਤ ਘੱਟ ਹੋਵੇ, ਕਿਸਾਨਾਂ ਦਾ ਹਿੱਤ ਵੱਧ ਹੋਵੇ। ਇਹਦੇ ਤੋਂ ਪਹਿਲਾਂ ਕਿ ਅੱਜ ਹੁਣ ਤੋਂ ਥੋੜੀ ਦੇਰ ਬਾਅਦ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਦਾ 10,000 ਗੱਡੀਆਂ ਦਾ ਕਾਫਲਾ ਤੁਰੇ, 2 ਚੀਜ਼ਾਂ ਆਪਾਂ ਕਲੀਅਰ ਕਰ ਦਈਏ। ਕੱਲ ਆਪਾਂ ਰਾਵਤ ਸਾਹਿਬ ਦੇ ਟਵੀਟ ਦੀ ਗੱਲ ਕੀਤੀ ਸੀ ਨਾ, ਉਹ ਕਹਿੰਦੇ ਕਿ ਬਹੁਤ ਵਧੀਆ, ਬੜਾ ਹੀ ਵਧੀਆ ਹੋ ਗਿਆ, ਸਿੱਧੂ ਸਾਹਿਬ ਚੱਲੇ ਆ ਲੈ ਕੇ, ਮੈਂ ਵੀ ਆਉਂਗਾ। ਅੱਜ ਉਹਨਾਂ ਨੇ ਵੀ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਦੇ ਕਾਫਲੇ ਦੇ ਵਿੱਚ 1000 ਗੱਡੀ ਲੈ ਕੇ ਉੱਤਰਾਖੰਡ ਤੋਂ ਮੈਂ ਵੀ ਸ਼ਾਮਲ ਹੋਊਂਗਾ। ਵਧੀਆ, ਆਪਾਂ ਨੂੰ ਜਾਣਾ ਚਾਹੀਦਾ। ਦੂਸਰਾ, ਜਦੋਂ ਨਵਜੋਤ ਸਿੰਘ ਸਿੱਧੂ ਨੇ ਇਹ ਪ੍ਰੋਗਰਾਮ ਬਣਾਇਆ, ਉਹਨਾਂ ਨੇ ਇੱਕ ਮੀਟਿੰਗ ਕੀਤੀ ਕਾਂਗਰਸ ਪਾਰਟੀ ਦੀ। ਹੁਣ ਤੱਕ ਉਹਨਾਂ ਨੇ ਬਿਸਤਰਾ ਲਾਇਆ ਸੀ ਕਾਂਗਰਸ ਭਵਨ 'ਚ, ਮੀਟਿੰਗ ਕੀਤੀ ਆ ਪੰਜਾਬ ਭਵਨ 'ਚ, ਕਾਂਗਰਸ ਭਵਨ 'ਚ ਨਹੀਂ ਕੀਤੀ। ਹੁਣ ਉਹਦੇ ਪਿੱਛੇ ਲੌਜਿਕ ਕੀ ਆ, ਤਰਕ ਕੀ ਆ, ਬੰਦੇ ਵੱਧ ਕੀ ਸੀ, ਇਹ ਨਹੀਂ ਪਤਾ। ਤੇ ਉੱਥੇ ਜਿਹੜੇ 4 ਕਾਰਜਕਾਰੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਆਏ, ਉਹਨਾਂ ਦੇ ਵਿੱਚੋਂ ਕੁਲਜੀਤ ਸਿੰਘ ਨਾਗਰਾ ਨੂੰ ਛੱਡ ਕੇ ਹੋ ਸਕਦਾ ਉਹਨਾਂ ਨੂੰ ਕੋਈ ਕੰਮ ਹੋਵੇ, ਉਹ ਖੁਦ ਜਾਂਦੇ ਰਹੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਘਰੇ।
ਬਾਕੀ ਤਿੰਨੋਂ ਪ੍ਰਧਾਨ, ਕਾਰਜਕਾਰੀ ਪ੍ਰਧਾਨ ਗੋਇਲ ਸਾਹਿਬ, ਡੈਨੀ ਸਾਹਿਬ ਤੇ ਨਾਲ ਦੀ ਨਾਲ ਸੰਗਤ ਸਿੰਘ ਗਿਲਜੀਆਂ ਸਾਹਿਬ, ਉਹ ਤਿੰਨੋਂ ਆਏ। ਜਨਰਲ ਸਕੱਤਰ ਪ੍ਰਗਟ ਸਿੰਘ ਹੋਰੀ ਵੀ ਆਏ। ਇਹ ਪ੍ਰਗਟ ਸਿੰਘ ਨੇ ਆ ਕੇ ਪ੍ਰੈਸ ਨੂੰ ਦੱਸਿਆ ਕਿ 10,000 ਗੱਡੀ ਤੁਰੂਗੀ, ਨਵਜੋਤ ਸਿੰਘ ਸਿੱਧੂ ਹੋਰੀ ਅਗਵਾਈ ਕਰਨਗੇ, ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨੇ, ਅਸੀਂ ਕਿਸਾਨਾਂ ਦੇ ਮੁੱਦੇ ਦੇ ਉੱਤੇ ਉੱਥੇ ਜਾ ਕੇ ਪਹੁੰਚਣਾ ਹੈ, ਲਖੀਮਪੁਰ ਖੀਰੀ ਵਧੀਆ। ਇਹਦੇ ਨਾਲ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ, ਉਹ ਕਹਿੰਦੇ ਉਹ ਵੀ ਇਹਦੇ ਵਿੱਚ ਸ਼ਾਮਲ ਹੋਣਗੇ। ਪੰਜਾਬ ਦੇ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕ, ਕੈਪਟਨ ਸਾਹਿਬ ਤਾਂ ਨਹੀਂ ਜਾਣਗੇ, ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕ ਸ਼ਾਮਲ ਹੋਣਗੇ। ਜਿੰਨੇ ਕਾਂਗਰਸ ਪਾਰਟੀ ਦੇ ਵੱਡੇ ਅਹੁਦੇਦਾਰ ਨੇ ਉਹ ਵੀ ਸਾਰੇ ਸ਼ਾਮਲ ਹੋਣਗੇ। ਜੇ ਇਸ ਮੁੱਦੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਸਰਗਰਮ ਹੋ ਕੇ ਕਾਂਗਰਸ ਪਾਰਟੀ ਦੇ ਮੰਤਰੀਆਂ ਨੂੰ, ਵਿਧਾਇਕਾਂ ਨੂੰ, ਵੱਡੇ ਛੋਟੇ ਲੀਡਰਾਂ ਨੂੰ ਨਾਲ ਤੋਰਨ ਦੇ ਵਿੱਚ ਕਾਮਯਾਬ ਰਹਿੰਦੇ ਆ, 10,000 ਨਹੀਂ, ਮੈਂ ਕਹਿੰਦਾ 5,000 ਗੱਡੀ ਵੀ, ਹਾਲਾਂਕਿ ਉਹਦੇ ਨਾਲ ਫਰਕ ਕੋਈ ਨਹੀਂ ਪੈਣਾ। ਮੈਨੂੰ ਨਹੀਂ ਲੱਗਦਾ ਕਿ ਯੂਪੀ ਵਾਲਾ ਬਾਰਡਰ ਉਹਨਾਂ ਨੂੰ ਟੱਪਣ ਦੇਣਗੇ। ਉਹ 19 ਘੰਟੇ ਦਾ 9 ਘੰਟੇ ਦਾ ਸਫ਼ਰ ਵੀ ਆ ਉੱਥੋਂ, ਹੁਣ ਕਾਫੀ ਲੰਬਾ ਸਮਾਂ ਲੱਗਣਾ ਜੇ ਨਹੀਂ ਰੁਕਦੇ ਤਾਂ। ਜੇ ਤਾਂ ਯੂਪੀ ਵਾਲਾ ਬਾਰਡਰ ਟੱਪਣ ਦੇਤਾ ਫਿਰ ਤਾਂ ਧੁਰ ਪਹੁੰਚ ਜਾਣਗੇ, ਪਰ ਅਗਲਿਆਂ ਨੇ ਤਾਂ 5-6 ਗੱਡੀਆਂ ਮਸਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀਆਂ ਜਾਣ ਦਿੱਤੀਆਂ, ਤੁਹਾਡੀ 10,000 ਕਿੱਦਾਂ ਚਲੇ ਜਾਊ। ਪਰ ਇਹਦੇ ਨਾਲ ਇੱਕ ਗੱਲ ਕਲੀਅਰ ਹੋ ਗਈ ਕਿ ਹਾਲ ਦੀ ਘੜੀ ਨਵਜੋਤ ਸਿੰਘ ਸਿੱਧੂ ਦੀ ਕੁਰਸੀ ਨੂੰ ਬਹੁਤਾ ਖਤਰਾ ਨਹੀਂ। ਦੂਸਰਾ, ਉਹਨਾਂ ਦੇ ਚੁੱਪ ਕਰਕੇ ਘਰੇ ਬੈਠਣ ਦੇ ਬਾਵਜੂਦ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲਾਉਣ ਦੇ ਲਈ ਸਾਰੇ ਬੰਦੇ ਉਹਨਾਂ ਦੇ ਨੇੜੇ ਇਕੱਠੇ ਹੁੰਦੇ ਸੀ, ਉਹਨਾਂ ਦੇ ਵਿੱਚੋਂ ਬਹੁਤੇ ਬੰਦੇ ਅਜੇ ਵੀ ਚਾਹੁੰਦੇ ਆ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਨੂੰ ਲੀਡ ਕਰਨ, ਸਾਨੂੰ ਲੀਡ ਕਰਨ, ਸਾਡੇ ਨਾਲ ਰਹਿਣ, ਸਾਨੂੰ ਕੁਝ ਸੌਖ ਹੋਊਗੀ। ਤੇ ਤੀਸਰਾ, ਜੇ ਇਸ ਮੁੱਦੇ ਦੇ ਉੱਤੇ ਠੋਕਮਾ ਇਕੱਠ ਕਰਨ ਦੇ ਵਿੱਚ ਉਹ ਕਾਮਯਾਬ ਰਹਿੰਦੇ ਆ ਤੇ ਹੋ ਸਕਦਾ ਕਿ ਇੱਕ ਵਾਰੀ ਫਿਰ ਕਾਂਗਰਸ ਪਾਰਟੀ ਦੇ ਅੰਦਰ ਲੱਗੇ, ਯਾਰ ਠੀਕ ਆ ਨਾਲ ਹੀ ਰੱਖੋ। ਨਹੀਂ, ਉਹ ਤਾਂ ਅੱਜ ਇੰਪ੍ਰੈਸ਼ਨ ਇਹ ਚਲੇ ਜਾਣਾ। ਪਰ ਵੈਸੇ ਮੈਂ ਆਸ ਕਰਦਾ ਮੈਂ ਵੀ ਯਾਰ ਬਾਟ ਸਾਹਿਬ ਹੁਣੇ ਲੌਜਿਕ ਦੇਣਗੇ ਵੀ ਇਹ 10,000 ਗੱਡੀ ਜਿਹੜੀ ਇੱਕੇ ਦਿਨ ਉੱਥੇ ਜਾ ਕੇ ਪੈਟਰੋਲ ਡੀਜ਼ਲ ਫੂਕਣ ਚੱਲੀਏ, ਇਹ 10,000 ਗੱਡੀ ਪੰਜਾਬ ਦੇ ਹਿੱਸੇ ਕਿਉਂ ਨਹੀਂ ਆਈ, ਇਹ ਕੱਲੇ ਹਲਕੇ ਦੇ ਵਿੱਚ ਕਿਉਂ ਨਹੀਂ ਲੋਕਾਂ ਦੀ ਸੇਵਾ ਕਰਦੀ, ਕਿਸੇ ਨੂੰ ਅੱਧੀ ਰਾਤ ਨੂੰ ਲੋੜ ਪੈਂਦੀ, ਅਗਲੇ ਨੰਬਰ ਦੇਣ ਫਲਾਣੇ ਥਾਂ ਤੇ ਸਾਡੀ ਗੱਡੀ ਲੱਗੀ ਉੱਥੇ ਪਹੁੰਚ ਜਿਓ, ਅੱਜ ਕਿਹਾ ਨਹੀਂ ਯਾਰ ਨਹੀਂ। ਉਹਦਾ ਕਾਰਨ ਹੈ ਕਿਉਂਕਿ ਉੱਥੇ 4 ਬੰਦੇ ਜਿਹੜੇ ਆ ਉਹ ਘਰਾਂ ਦੇ ਵਿੱਚੋਂ ਲੋਥਾਂ ਦੇ ਰੂਪ 'ਚ ਪਏ ਆ। ਜੇ ਉੱਥੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਗਏ, ਜੇ ਆਮ ਆਦਮੀ ਪਾਰਟੀ ਦਾ ਵਫਦ ਗਿਆ, ਜੇ ਸੁਖਜਿੰਦਰ ਸਿੰਘ ਰੰਧਾਵਾ ਗਏ, ਜੇ ਚਰਨਜੀਤ ਸਿੰਘ ਚੰਨੀ ਹੈਲੀਕਾਪਟਰ ਦੇ ਉੱਤੇ ਬਹਿ ਕੇ ਗਏ, ਜੇ ਭੁਪੇਸ਼ ਬਘੇਲ ਆਏ, ਜੇ ਇੱਕ ਮਿੰਟ ਜੇ ਸਮਾਜਵਾਦੀ, ਇੱਕ ਮਿੰਟ ਬੇਨਤੀ ਸੁਣੋ, ਮੇਰੀ ਬੇਨਤੀ ਤਾਂ ਸੁਣੋ। ਮੈਂ ਸੁਣਨੀ ਨਹੀਂ, ਮੇਰੀ ਬੇਨਤੀ ਸੁਣੋ। ਮੈਂ ਇਹ ਕਹਿੰਦਾ ਵੀ ਉਹ ਲੈ ਜਾਣ, ਹਾਂ, ਪਰ ਬਾਅਦ 'ਚ ਵੀ ਉਹ 10,000 ਗੱਡੀ ਲੋਕਾਂ ਲਈ ਵਰਤ ਲਿਆ ਕਰਨ। ਮੈਂ ਸਿਰਫ ਉੱਥੇ ਆਉਣ ਲੱਗਿਆ ਕਿ ਉਹ ਸਾਰੇ ਬੰਦੇ ਜਾਣ, ਕਿਉਂਕਿ ਅੱਜ ਲੋੜ ਹੈ। ਅੱਜ ਜੇ ਉੱਥੇ ਜਿੱਦਾਂ ਦਾ ਮੀਡੀਆ ਨੇ ਰੋਲ ਪਲੇ ਕੀਤਾ, ਜਿੱਦਾਂ ਦਾ ਸਥਾਨਕ ਪ੍ਰਸ਼ਾਸਨ ਨੇ ਰੋਲ ਪਲੇ ਕੀਤਾ, ਜਿੱਦਾਂ ਅਜੇ ਤੱਕ ਇੱਕ ਵੀ ਬੰਦੇ ਦੀ ਗ੍ਰਿਫਤਾਰੀ ਨਹੀਂ ਹੋਈ, ਉਹਦੇ ਤੋਂ ਬਾਅਦ ਜੇ ਉਸ ਮੁੱਦੇ ਤੇ ਇਨਸਾਫ ਨਾ ਮਿਲਿਆ, ਫਿਰ ਥਾਂ ਦੇ ਉੱਤੇ ਟਾਇਰ ਹੋਣਗੇ। ਕਲਕੱਤੇ ਦੇ ਵਿੱਚ ਦੁਰਗਾ ਪੂਜਾ ਦੇ ਲਈ ਪੰਡਾਲ ਤਿਆਰ ਹੈ, ਸਭ ਤੋਂ ਵੱਡਾ, ਤੇ ਉਹਦੇ ਬਾਹਰ ਤੁਸੀਂ ਦੇਖੋ ਕਲਕੱਤੇ ਵਾਲੇ ਕਿੰਨੇ ਖੇਤੀ ਕਰਦੇ ਹੋਣਗੇ, ਬਹੁਤ ਸੰਘਣੀ ਵਸੋਂ ਵਾਲਾ ਸ਼ਹਿਰ ਹੈ। ਉੱਥੇ ਇੱਕ ਉਹਨਾਂ ਨੇ ਤਸਵੀਰ ਬਹੁਤ ਵੱਡੀ ਬਣਾ ਕੇ ਲਾਈ ਹੈ ਕਿ ਇੱਕ ਜੀਪ ਹੈ, ਜੀਪ ਦੇ ਥੱਲੇ ਬੰਦਾ ਆਇਆ, ਉਧਰਲੇ ਪਾਸੇ ਇੱਕ ਟਰੈਕਟਰ ਹੈ। ਯਾਨੀ ਜੋ ਕੁਝ ਇੱਥੇ ਲਖੀਮਪੁਰ ਖੀਰੀ ਦੇ ਵਿੱਚ ਘਟਿਆ, ਉਹਦਾ ਅਸਰ ਕਲਕੱਤੇ ਤੱਕ ਹੈ। ਦੁਨੀਆ ਭਰ ਦੇ ਵਿੱਚੋਂ ਚਰਚਾ ਚੱਲੀ। ਆਪਣੇ ਇੱਥੇ ਕੈਨੇਡਾ ਦੇ ਵਿੱਚੋਂ ਕਈ ਮੈਂਬਰ ਪਾਰਲੀਮੈਂਟਾਂ ਨਿਖੇਧੀ ਕੀਤੀ ਕਿ ਇਦਾਂ ਨਹੀਂ ਹੋਣਾ ਚਾਹੀਦਾ। ਹੁਣ ਉਸ ਮੁੱਦੇ ਦੇ ਉੱਤੇ ਇਨਸਾਫ ਵੀ ਬਹੁਤ ਜ਼ਰੂਰੀ ਹੈ। ਬਾਕੀ ਆਪਾਂ ਤੇ ਵੀ ਕਿਹਨਾਂ ਨੇ ਇੱਕ ਤੁਪਕਾ ਵੀ ਤੇਲ, 1 ਮਿੰਟ ਵੀ ਸਮਾਂ, 1 ਰੁਪਈਆ ਵੀ ਸਰਕਾਰੀ, ਇਦਾਂ ਦੀ ਗੱਲ ਦੇ ਉੱਤੇ ਜਾਇਆ ਨਹੀਂ ਹੋਣਾ ਚਾਹੀਦਾ। ਚਲੋ ਆਸ ਕਰਦੇ ਆ ਵੀ ਕੋਈ ਨਾ ਕੋਈ ਫਰਕ ਪੈ ਜਾਊਗਾ। ਪਰ ਬਾਕੀ ਇਹ ਹੈ ਨਾ ਵੀ ਦੇਖੋ, ਵਿਰੋਧੀਆਂ ਤੇ ਵਿਰੋਧ ਕਰਨਾ ਹੀ ਹੈ। ਸੁਖਬੀਰ ਬਾਦਲ ਸਾਹਿਬ ਵੀ ਅੰਮ੍ਰਿਤਸਰ ਗੇੜੀ ਗੂੜੀ ਦਿੱਤੀ ਉਹਨਾਂ ਨੇ, ਕਿਉਂਕਿ ਉਹ ਆਂਦੇ ਵੀ ਠੀਕ ਆ, ਬਾਕੀ ਸਾਰਿਆਂ ਦਾ ਧਿਆਨ ਉਧਰ ਲੱਗਾ ਰਹੇ, ਆਪਾਂ ਆਪਣੇ ਬੰਦੇ ਫਿੱਟ ਕਰਨੇ, ਸਰਗਰਮੀ ਪੂਰੀ ਚਾਹੀਦੀ ਹੈ। ਉਹ ਕਹਿੰਦੇ ਐਵੇਂ ਕਿਸਾਨਾਂ ਦਾ ਤੇ ਨਾਂ ਹੀ ਲੈਂਦਾ ਸਿੱਧੂ, ਅਸਲ ਤੇ ਪ੍ਰਿਯੰਕਾ ਗਾਂਧੀ ਦੇ ਕਰਕੇ ਚੱਲਿਆ। ਹੁਣ ਦੇਖੋ ਇਲਜ਼ਾਮ ਤੇ ਉਹਨਾਂ ਲਾਤਾ। ਹੁਣ ਗੱਲ ਹੈ ਵੀ ਇਲਜ਼ਾਮ ਨਿਕਲਿਆ ਵੀ ਟਵੀਟ ਚੋਂ, ਕਿਉਂਕਿ ਨਾਂ ਉਹਨਾਂ ਨੇ ਲਿਆ ਸੀ ਉਹਦੇ ਵਿੱਚ। ਜੀ, ਹੁਣ ਤੁਸੀਂ ਇਹ ਦੇਖੋ ਕਿ ਅਕਾਲੀ ਦਲ ਦਾ ਵਫਦ ਕੱਲ ਗਿਆ ਸੀ ਤੇਜਿੰਦਰ ਸਿੰਘ ਵਿਰਕ ਹੋਰਾਂ ਦੇ ਕੋਲੇ, ਕਿਸਾਨ ਲੀਡਰ ਕੋਲ, ਕਿਹਾ ਕਿ ਐਸਜੀਪੀਸੀ ਦਿੱਲੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਖਰਚ ਕਰੂ। ਦੂਸਰਾ, ਹੁਣ ਅਮਿਤ ਸ਼ਾਹ ਸਾਹਿਬ ਨੂੰ ਅਕਾਲੀ ਦਲ ਦੇ ਵਫਦ ਨੇ ਮਿਲਣਾ ਕਿ ਭਾਈ ਆ ਦੇਸ਼ ਦੇ ਵਿੱਚ ਕੀ ਹੋਈ ਜਾਂਦਾ, ਇਨਸਾਫ ਚਾਹੀਦਾ। ਤੇ ਤੀਸਰਾ ਦੋਸ਼ ਲਾਇਆ, ਉਹ ਕਹਿੰਦੇ ਕਾਂਗਰਸੀਆਂ ਨੂੰ ਹੈ ਨਹੀਂ ਕੁਝ ਵੀ, ਨਵਜੋਤ ਸਿੰਘ ਸਿੱਧੂ ਨੂੰ ਦਰਦ ਵਾਲੀ ਕਿਹੜੀ ਗੱਲ ਹੈ। ਹਾਂ, ਇਹ ਤਾਂ ਆਪਣੀਆਂ ਸਿਆਸੀ ਤੌਰ ਤੇ ਰੋਟੀਆਂ ਸੇਕਣ ਚੱਲੇ ਆ। ਹੁਣ ਸੁਖਬੀਰ ਸਿੰਘ ਬਾਦਲ ਹੋਰੀ ਅੱਜ ਕੱਲ੍ਹ ਬਹੁਤ ਤੇਜ਼ ਗਤੀ ਦੇ ਨਾਲ ਅੱਗੇ ਚੱਲ ਰਿਹਾ। ਕੱਲ ਆਪਾਂ ਕੈਪਟਨ ਹਰਮਿੰਦਰ ਸਿੰਘ ਹੋਰਾਂ ਦੀ ਗੱਲ ਕੀਤੀ, ਸੁਲਤਾਨਪੁਰ ਲੋਧੀ ਤੋਂ ਕੈਂਡੀਡੇਟ ਬਣਾਏ। ਪਿਛਲੇ ਹਫ਼ਤੇ ਦੇ ਵਿੱਚ ਉਹਨਾਂ ਨੇ 2 ਗੇੜੇ ਲੁਧਿਆਣੇ ਲਾਏ। ਹੁਣ ਅੰਮ੍ਰਿਤਸਰ ਦੇ ਵਿੱਚ ਇੱਕੋ ਹੀ ਦਿਨ ਦੇ ਵਿੱਚ 5 ਥਾਵਾਂ ਦੇ ਉੱਤੇ ਸਮਾਗਮਾਂ ਦੇ ਵਿੱਚ ਗਏ। ਤੇ ਸੰਧਾਲੀਆ ਸਾਹਿਬ, ਅੰਮ੍ਰਿਤਸਰ ਤੇ ਲੁਧਿਆਣਾ 2 ਪੰਜਾਬ ਦੇ ਉਹ ਸ਼ਹਿਰ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਵੱਧ ਜ਼ੋਰ ਹੈ। ਲੁਧਿਆਣੇ ਵੀ ਕੁਝ ਸੀਟਾਂ ਉਹ ਲੜਦੇ ਸੀ ਅਕਾਲੀ ਭਾਜਪਾ ਗੱਠਜੋੜ, ਤੇ ਅੰਮ੍ਰਿਤਸਰ ਦੇ ਵਿੱਚ ਵੀ। ਇਹ ਦੋਨੇ ਹੀ ਸ਼ਹਿਰ ਉਹ ਨੇ ਜਿੱਥੋਂ ਭਾਰਤੀ ਜਨਤਾ ਪਾਰਟੀ ਦੇ ਬੰਦੇ ਅਕਾਲੀ ਦਲ ਨੇ ਪੱਟ ਕੇ ਲਿਆਂਦੇ ਆ, ਤੇ ਉਹਨਾਂ ਦੇ ਵਿੱਚੋਂ ਟਿਕਟਾਂ ਵੀ ਦਿੱਤੀਆਂ। ਹੁਣ ਇੱਕ ਹਫ਼ਤੇ ਦੇ ਵਿੱਚ 2 ਵਾਰੀ ਲੁਧਿਆਣੇ ਜਾਣਾ ਤੇ ਇੱਕੋ ਦਿਨ ਅੰਮ੍ਰਿਤਸਰ ਦੇ ਵਿੱਚ 5 ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨਾ, ਤੇ ਜਾ ਕੇ ਕਹਿਣਾ ਦੇਖੋ ਕੈਬਨਿਟ ਮੰਤਰੀ ਦਾ ਹਲਕਾ,
ਵਿਕਾਸ ਦੇਖ ਲਓ ਕਿੰਨਾ, ਆ ਸਿੱਧੂ ਦਾ ਹਲਕਾ ਵਿਕਾਸ ਦੇਖ ਲਓ ਕਿੰਨਾ। ਇਹਦਾ ਮਤਲਬ ਹੈ ਕਿ ਉਹ ਹਰ ਉਸ ਕਮਜ਼ੋਰ ਕੜੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਜਿੱਥੋਂ ਉਹਨਾਂ ਨੂੰ ਲੱਗੇ ਕਿ ਭਾਈ ਸਾਨੂੰ ਭਾਜਪਾ ਦੇ ਜਾਣ ਕਰਕੇ ਘਾਟਾ ਪੈ ਜਾਊ। ਨਹੀਂ ਗੱਲ ਤਾਂ ਹੈਗੀ ਆ। ਹੁਣ ਦੇਖੋ ਮੇਰੇ ਖਿਆਲ ਨਾਲ ਇੱਕ ਦਿਨ ਉਹ ਬਿਆਨ ਜਿਹੜਾ ਉਹ ਇਸ ਹਿਸਾਬ ਨਾਲ ਦਿੰਦੇ ਆ ਵੀ ਆਪਾਂ ਇੱਥੇ ਥੋੜ੍ਹਾ ਜਿਹਾ ਧਾਰਮਿਕ ਮੁੱਦਾ ਦੇ ਦਈਏ, ਧਾਰਮਿਕ ਐਂਗਲ ਦੇ ਲਈਏ। ਪਰ ਇੱਕ ਗੱਲ ਹੈਗੀ ਆ, ਮੈਂ ਨਾ ਵੀ ਐਤਕੀ ਹੋਰ ਕੁਝ ਹੋਵੇ ਨਾ ਹੋਵੇ, ਆਮ ਆਦਮੀ ਪਾਰਟੀ ਵਾਲੇ ਘੱਟੋ ਘੱਟ ਮੁੱਛਾਂ ਕੁੰਡੀਆਂ ਕਰਕੇ ਰੱਖਣ ਵੀ ਯਾਰ ਪਿਛਲੀਆਂ ਇਲੈਕਸ਼ਨਾਂ ਵੇਲੇ ਸਾਨੂੰ ਕਿਹੜੇ ਟੋਪੀ ਵਾਲੇ ਕਿਹੜੇ ਝਾੜੂ ਵਾਲੇ ਉਹਨਾਂ ਨੂੰ ਕੌਣ ਜਾਣਦਾ ਹੀ ਲੈ, ਤੇ ਐਤਕੀ ਘੱਟੋ ਘੱਟ ਉਹਨਾਂ ਦਾ ਉਹ ਭਾਵੇਂ ਕਿਸੇ ਤਰ੍ਹਾਂ ਸਹੀ ਪੁੱਠਾ ਸਿੱਧਾ ਜੇ ਕਰਕੇ ਨਾਂ ਤੇ ਲੈਂਦੇ ਨਾ ਯਾਰ, ਉਹ ਫਿਰ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੀਆਂ ਇਲੈਕਸ਼ਨਾਂ ਦੇ ਵਿੱਚ ਉਹ ਫਿਰ ਸਿਰਸਾ ਸਾਹਿਬ ਦੀ ਮੈਂਬਰੀ ਨਹੀਂ ਹੋਣ ਦਿੰਦੇ, ਉਹ ਫਿਰ ਇਦਾਂ ਨਹੀਂ ਜੇ ਗੱਲ ਬਣਨੀ ਹੈ ਨਾ। ਇਹਦਾ ਮਤਲਬ ਇਹ ਹੋ ਗਿਆ, ਮੈਂ ਨਹੀਂ ਕਹਿੰਦਾ ਵੀ ਆਮ ਆਦਮੀ ਪਾਰਟੀ ਨੇ ਕੋਈ ਬਹੁਤ ਤੀਰ ਮਾਰ ਲਿਆ, ਪਰ ਜੇ ਚਰਚਾ 'ਚ ਉਸ ਬੰਦੇ ਨੂੰ ਗਿਣਨ ਲੱਗ ਪਏ ਨੇ ਜਾਂ ਆਮ ਆਦਮੀ ਪਾਰਟੀ ਨੂੰ ਕੰਪੀਟੀਸ਼ਨ 'ਚ ਰੱਖਿਆ ਜਾਣ ਲੱਗ ਪਿਆ, ਇਹਦਾ ਮਤਲਬ ਇਹ ਹੋਗਾ ਪੰਜਾਬੀਆਂ ਦੀ ਜਿਹੜੀ ਬੜੀ ਦੇਰ ਤੋਂ ਇੱਕ ਡਿਮਾਂਡ ਸੀ ਵੀ ਯਾਰ ਦੋ ਹੀ ਧਿਰਾਂ ਨੇ, ਜਾਂ ਆ ਤੇ ਜਾਂ ਆ, ਤੀਜੀ ਕਿਉਂ ਨਹੀਂ। ਇਹਦਾ ਮਤਲਬ ਜੇ ਤੀਜੀ ਧਿਰ ਦੀ ਚਰਚਾ ਹੋਣ ਲੱਗ ਪਈ, ਭਾਵੇਂ ਕਿਸੇ ਤਰ੍ਹਾਂ ਹੋਵੇ, ਮੈਂ ਨਹੀਂ ਕਹਿੰਦਾ ਚੰਗੀ ਮਾੜੀ, ਐਟਲੀਸਟ ਉਹ ਤੀਜੀ ਧਿਰ ਨੂੰ ਵੀ ਥੋੜ੍ਹਾ ਸੋਚ ਲੈਣਾ ਚਾਹੀਦਾ ਵੀ ਯਾਰ ਲੋਕ ਬਹਿੰਦੇ ਸਾਡੇ ਵੱਲ। ਨਹੀਂ, ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਉਹਨਾਂ ਦੇ ਪੈਰ ਥੱਲੇ ਬਟੇਰਾ ਆਉਣ ਲੱਗਾ। ਅਕਾਲੀ ਦਲ ਨੇ ਚੰਗੀ ਤਰ੍ਹਾਂ ਦੇਖ ਲਿਆ ਸੀ ਕਿ ਭਾਈ ਅਸੀਂ ਤੇਜ਼ ਰਫ਼ਤਾਰ ਨਾਲ ਚੱਲ ਰਹੇ ਹਾਂ। ਜਦੋਂ ਉਹਨੇ ਦੇਖਿਆ ਕਿ ਕਾਂਗਰਸ ਦੇ ਵਿੱਚ 2-3 ਧੜੇ ਬਣ ਗਿਆ ਤੇ ਅਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅੱਗੇ ਕਿਹਨੇ ਲੱਗਣਾ, ਫਿਰ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਚਰਚਾ ਤੇ ਚੱਲਦੀ ਹੋਣੀ ਹੈ ਯਾਰ ਜੇ ਕਾਂਗਰਸ ਦੀਆਂ ਵੋਟਾਂ ਘਟਣਗੀਆਂ, ਜੇ ਸਾਡੇ ਵੱਲ ਆਈਆਂ ਤਾਂ ਜਾਣਗੀਆਂ ਕਿੱਧਰ, ਤੇ ਫਿਰ ਜਿੱਧਰ ਜਾਣਗੀਆਂ ਉਹਨਾਂ ਨੂੰ ਟਾਈਮ ਨਾਲ ਹੀ ਮਾੜਾ ਜਿਹਾ ਨੱਪੀਏ ਘੁੱਟੀਏ ਤਾਂ ਚੰਗਾ, ਟਾਈਮ ਨਾਲ ਉਹਨਾਂ ਦੇ ਵਿਰੋਧਤਾ ਸ਼ੁਰੂ ਕਰੀਏ ਤਾਂ ਚੰਗਾ। ਇਹ ਨਾ ਹੋਵੇ ਕਿ ਅਸੀਂ ਠੋਕ ਵਜਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਦੀ ਨਿਖੇਧੀ ਕਰਦੀ ਰਹੀਏ, ਕਾਂਗਰਸ ਦੀਆਂ ਵੋਟਾਂ ਘਟਣ ਤੇ ਸਾਡੇ ਵੱਲ ਆਉਣ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਮਜ਼ਬੂਤ ਕਰ ਜਾਣ। ਨਹੀਂ ਮਤਲਬ ਵੀ ਉਦਾਂ ਹੀ ਹੋਏ ਜਦੋਂ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਦੀ ਲੜਾਈ ਚੰਨੀ ਸਾਹਿਬ ਦਾ ਲੱਗਾ। ਨਹੀਂ ਮੈਂ ਨਹੀਂ ਕਹਿੰਦਾ ਇਦਾਂ, ਮੈਂ ਤਾਂ ਕਹਿੰਦਾ ਵੀ ਮੈਂ ਵੀ ਨਹੀਂ ਕਹਿੰਦਾ। ਇਹ ਤਾਂ ਬੇਸਿਕਲੀ ਇੱਕ ਅੱਜ ਕੱਲ ਉਹ ਇੱਕ ਹੈ ਦਾ ਮੀਡੀਆ ਦਾਰਾ ਹੀ, ਉਹ ਇੱਕ ਉਹ ਬਣਾਉਂਦੇ ਸੌਰੀ ਵਾਲਾ ਵੀਡੀਓ ਜਾਂ ਨਿਗਾ ਜਾ, ਉਹਦੀ ਜੇ ਕਿਦਾਂ ਦੀ ਵੀਡੀਓ ਹੈ, ਇੱਕ ਤਾਜ ਆ, ਉਹ ਤਾਜ ਲੈ ਕੇ ਤੇ ਮਤਲਬ ਕਦੀ ਕੈਪਟਨ ਸਾਹਿਬ ਦੇ ਕੋਲ, ਕਦੀ ਸਿੱਧੂ ਸਾਹਿਬ ਉਹਦੇ ਤੋਂ ਖੋਂਦਾ, ਅਖੀਰ ਉਹ ਮਾਲ ਦੇ ਵਿੱਚੋਂ ਬਾਹਰ ਡਿੱਗ ਪੈਂਦਾ ਤਾਜ, ਤੇ ਗੱਡੀ 'ਚ ਇੱਕ ਬੰਦਾ ਜਾਂਦਾ ਹੁੰਦਾ, ਉਹ ਚੰਨੀ ਸਾਹਿਬ ਬਣਾਏ ਉਹਨਾਂ ਨੇ। ਫਿਰ ਉਹ ਦੋਵੇਂ ਕਹਿੰਦੇ ਯਾਰ ਆਹੋ ਸੌਖਾਣ। ਬਾਕੀ ਜੇ ਤੁਸੀਂ ਤਾਜ ਦੀ ਗੱਲ ਕੀਤੀ ਹੈ, ਕੈਪਟਨ ਸਾਹਿਬ ਦਿੱਲੀ ਚਲ ਗਏ। ਆਹੋ ਮੈਨੂੰ ਪਤਾ ਹੈ ਵੀ ਗੱਲ ਤੇ ਤੁਸੀਂ ਕਰਨੀ ਨਹੀਂ ਗੱਲ ਕਰਨੀ ਹੈ, ਮੈਨੂੰ ਇਹ ਸੀ ਜਦ ਤੁਸੀਂ ਕਿਹਾ ਸੀ ਉਹਦੀ ਗੱਲ ਜ਼ਰੂਰ ਕਰੀ, ਮੈਨੂੰ ਕਰਨੀ ਪੈਣੀ, ਮੈਂ ਰੋਟੀ ਨਹੀਂ ਖਾਣੀ ਭਰਾ। ਨਹੀਂ ਰੋਟੀ ਤੇ ਹੁਣ ਉਹਦੇ ਰੋਟੀ ਛੱਡ ਕੇ ਉਹਦਾ ਲੰਚ ਡਿਨਰ ਜਦੋਂ ਮਰਜ਼ੀ ਖਾਓ ਉਦੋਂ ਸੱਦ ਲੈਂਦੇ, ਕੱਲੀ ਰੋਟੀ ਥੋੜਾ ਉਹਦੇ ਕੀ ਆਪ ਬਣਾ ਕੇ ਖਵਾ ਦਿੰਦੇ ਯਾਰ। ਵਾਹ ਇਹ ਵੀ ਗੱਲ ਤੁਹਾਡੀ ਇਹਦੀ ਨਹੀਂ ਗੱਲ, ਮੁੜ ਕੇ ਐਂ ਦੇਖਦੇ ਹੁੰਦੇ ਕਿ ਬਣ ਗਿਆ। ਆਨੇ ਦਿੱਲੀ ਗਏ ਨਾਲ ਚਰਚਾ ਇਹ ਵੀ ਚੱਲ ਪਈ ਆ ਵੀ ਭਾਈ ਯਾਰ ਹੁਣ ਪਤਾ ਨਹੀਂ ਕੀ ਪਟਾਕਾ ਪਾ ਦੇਣਾ, ਪਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਵੀ ਉਹ ਵੈਸੇ ਵੀ ਕਿਤੇ ਕੀੜਾ ਗੂੜਾ ਵੀ ਮਾਰ ਲੈਂਦੇ, ਐਵੇਂ ਪਟਾਕਾ ਹੀ ਡੀਕੀ ਜਾਂਦੇ ਆਪਣੇ ਵਾਲੇ, ਕੋਈ ਏਡਾ ਪਟਾਕਾ ਪਾਉਣਾ ਨਹੀਂ ਉਹਨਾਂ ਨੇ। ਨਹੀਂ ਚਲੋ ਦੇਖੋ ਦਿੱਲੀ ਗਏ, ਸਫ਼ਰ ਕਰਕੇ ਗਏ ਆ, ਜਾਂ ਤਾਂ ਕੋਈ ਸਮਾਗਮ ਹੋਏਗਾ ਕਿਉਂਕਿ ਅੱਜ ਕੱਲ੍ਹ ਆਪਣੇ ਦੋਸਤਾਂ ਨੂੰ, ਪੁਰਾਣੇ ਦੋਸਤਾਂ ਨੂੰ ਬਹੁਤ ਮਿਲਦੇ ਆ, ਉਹਨਾਂ ਨੂੰ ਲੰਚ ਡਿਨਰ ਦੇ ਉੱਤੇ ਵੀ ਸੱਦਦੇ ਆ, ਪਰ ਕਿਉਂਕਿ ਜਿਹੜਾ ਆਖਰੀ ਉਹਨਾਂ ਦਾ ਬਿਆਨ ਸੀ ਪਿਛਲੇ ਦਿਨਾਂ ਦੇ ਵਿੱਚ ਉਹ ਇਹੀ ਸੀ ਨਾ ਕਿ ਕਾਂਗਰਸ ਮੈਂ ਛੱਡ ਦੇਣੀ ਹੈ, ਭਾਜਪਾ 'ਚ ਮੈਂ ਜਾਣਾ ਨਹੀਂ। ਚਰਚੇ ਚੱਲਦੇ ਸੀ ਕੋਈ ਸਿਆਸੀ ਪਾਰਟੀ ਬਣਾ ਲੈਣਗੇ ਜਾਂ ਗੈਰ ਸਿਆਸੀ ਧਿਰ। ਹੁਣ ਉਹਦੇ ਤੋਂ ਬਾਅਦ ਉਹ ਚੁੱਪ ਨੇ, ਅਚਾਨਕ ਦਿੱਲੀ ਚਲੇ ਗਏ। ਹੁਣ ਪਟਿਆਲਾ ਭਵਨ ਤਾਂ ਉਹਨਾਂ ਦੇ ਕੋਲੇ ਹੈ ਨਹੀਂ, ਬੀਬੀ ਪ੍ਰਨੀਤ ਕੌਰ ਹੋਰਾਂ ਦੇ ਸਰਕਾਰੀ ਘਰ ਦੇ ਵਿੱਚ ਉਹ ਕਹਿੰਦੇ ਠਹਿਰੇ ਆ, ਤੇ ਜਦੋਂ ਠਹਿਰੇ ਆ ਉੱਥੇ ਤਾਂ ਇਹਦਾ ਮਤਲਬ ਹੈ ਕਿ ਕਿਸੇ ਵੀ ਵੇਲੇ ਕੋਈ ਵੀ ਮੁਲਾਕਾਤ ਹੋ ਸਕਦਾ ਕਿ ਲਖੀਮਪੁਰ ਵਾਲੀ ਘਟਨਾ ਦੇ ਮੁੱਦੇ ਦੀ ਉਹ ਕੇਂਦਰ ਸਰਕਾਰ ਦੇ ਕਿਸੇ ਮਿਨਿਸਟਰ ਨੂੰ ਮਿਲ ਜਾਣ, ਹੋ ਸਕਦਾ ਰਾਸ਼ਟਰਪਤੀ ਸਾਹਿਬ ਤੋਂ ਸਮਾਂ ਲੈਣ ਦੀ ਕੋਸ਼ਿਸ਼ ਕਰਨ ਕਿਉਂਕਿ 2 ਵਾਰ ਦੇ ਮੁੱਖ ਮੰਤਰੀ ਨੇ, ਭਾਰਤੀ ਫੌਜ ਦੇ ਵਿੱਚ ਸਰਵਿਸ ਕੀਤੀ ਹੈ ਉਹਨਾਂ ਨੇ, ਇਹਦੇ ਤੋਂ ਇਲਾਵਾ ਕੇਂਦਰ ਦੇ ਵਿੱਚ ਵੀ ਉਹਨਾਂ ਦੇ ਵੱਡੇ ਅਹੁਦੇ ਰਹੇ ਨੇ। ਇਸ ਕਰਕੇ ਹੋ ਸਕਦਾ ਕਿਸੇ ਕੇਂਦਰ ਸਰਕਾਰ ਦੇ ਜੇ ਅਕਾਲੀ ਦਲ ਦਾ ਵਫਦ ਮਿਲ ਸਕਦਾ ਅਮਿਤ ਸ਼ਾਹ ਸਾਹਿਬ ਨੂੰ, ਤੇ ਜੇ ਕੈਪਟਨ ਸਾਹਿਬ ਸਮਾਂ ਮੰਗਣਗੇ ਮਿਲ ਵੀ ਛੇਤੀ ਜਾਂਦਾ, ਹੋ ਸਕਦਾ ਮਿਲਣ। ਨਹੀਂ ਆ ਜਿਹੜਾ ਮਿਲ ਵੀ ਛੇਤੀ ਜਾਂਦਾ ਸ਼ਬਦ ਇਹ ਰੌਲਾ ਤੇ ਇਸੇ ਦੀ ਹੈ ਨਾ, ਕਿਉਂਕਿ ਕਾਰਨ ਪਤਾ ਕਿ ਜਦੋਂ ਸਮਾਂ ਮਿਲਦਾ ਨਾ ਉਦੋਂ ਹੀ ਰੌਲਾ ਪਾ ਕੇ ਬਹਿ ਜਾਂਦਾ ਸੰਯੁਕਤ ਕਿਸਾਨ ਮੋਰਚਾ। ਉਹ ਕਹਿੰਦੇ ਯਾਰ ਕਮਾਲ ਹੋ ਗਈ ਵੀ 4.5 ਸਾਲ ਤੇ ਕੈਪਟਨ ਸਾਹਿਬ ਮਿਲੇ ਨਹੀਂ ਉੱਥੇ ਕਿਸੇ ਨੂੰ, ਹੁਣ ਜਦੋਂ ਦਾ ਕੰਮ ਇਧਰੋਂ ਵਿਗੜਿਆ ਉਦੋਂ ਅਗਲੇ ਵੀ ਟਾਈਮ ਦੇਣ ਨੂੰ ਕਾਲੇ ਰਹਿੰਦੇ ਨੇ, ਮਿਲਣ ਨੂੰ ਕਾਲੇ ਰਹਿੰਦੇ ਨੇ। ਐਸੀ ਕੀ ਗੱਲ ਹੈ? ਐਸੀ ਗੱਲ ਕਿਹੜੀ ਹੈ? ਹੁਣ ਸੰਧਾਲੀਆ ਸਾਹਿਬ 2 ਗੱਲਾਂ ਜਿਹੜੀਆਂ ਆਪਾਂ ਪਹਿਲਾਂ ਵਿੱਚੋਂ ਛੱਡ ਗਿਆ ਸੀ, ਖਾਲੀ ਥਾਵਾਂ ਭਰ ਦਈਏ। ਇੱਕ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਬਿਆਨ ਦਿੱਤਾ ਕਿ 8 ਤਰੀਕ ਨੂੰ ਸਾਡੀ ਮੀਟਿੰਗ ਹੈ, 8 ਤਰੀਕ ਤੱਕ ਜੇ ਗ੍ਰਿਫਤਾਰੀਆਂ ਲਖੀਮਪੁਰ ਵਾਲੀ ਘਟਨਾ ਦੇ ਵਿੱਚ ਨਾ ਹੋਈਆਂ ਤੇ ਅਸੀਂ ਕਰੜਾ ਐਕਸ਼ਨ ਲੈ ਲੈਣਾ। ਦੂਸਰਾ, ਪੰਜਾਬ ਭਾਰਤੀ ਜਨਤਾ ਪਾਰਟੀ ਬਿਲਕੁਲ ਚੁੱਪ ਹੈ, ਅਜੇ ਤੱਕ ਕੋਈ ਵੀ ਬਿਆਨ ਉਹਨਾਂ ਦਾ ਨਾ ਤਾਂ ਲਖੀਮਪੁਰ ਵਾਲੀ ਘਟਨਾ ਤੇ ਸੱਜੇ ਤੇ ਨਾ ਖੱਬੇ ਪਾਸਿਓਂ ਆਇਆ, ਕਿਉਂਕਿ ਹੁਣ ਤੱਕ ਕੰਮ ਹੀ ਹੋਰ ਹੋ ਗਿਆ। ਹੁਣ ਅਜੇ ਤੱਕ ਇਸ ਮੁੱਦੇ ਤੇ ਉਹਨਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਵੀ ਦੇਖੀਏ, ਉਹਦੇ ਤੇ ਹੋਰ ਸਾਰੀਆਂ ਚੀਜ਼ਾਂ ਦੱਸੀਆਂ ਕਿ ਵਿਰੋਧੀ ਪਾਰਟੀਆਂ ਰਾਜਸੀ ਰੋਟੀਆਂ ਸੇਕ ਰਹੀਆਂ, ਪਰ ਆਪ ਨਾ ਤਾਂ ਉਹ ਇੱਧਰ ਦੀ ਗੱਲ ਕਰਦੇ ਆ ਖੁੱਲ੍ਹ ਕੇ ਤੇ ਨਾ ਉੱਧਰ ਦੀ ਕਰਦੇ ਆ। ਇਹਦੀ ਚਰਚਾ ਵੀ ਬੜੀ ਹੈ। ਇਹਦੀ ਚਰਚਾ ਵਿਚਾਰੇ ਕਰਨਗੇ, ਇਹਦੀ ਕੰਮ ਉਹੀ ਹੋ ਗਿਆ ਨਾ ਵੀ ਮੈਨੂੰ ਜਾਪਦਾ ਵੀ ਆਹ ਕੰਮ ਗਲਤ ਹੋਇਆ। ਹੁਣ ਜਦੋਂ ਮੈਂ ਕਹੂੰਗਾ ਵੀ ਇਹ ਕੰਮ ਗਲਤ ਹੋਇਆ, ਉੱਤੋਂ ਫੋਨ ਆ ਜਾਣਾ
ਜਾਂ ਫਿਰ ਉਹਨਾਂ ਨੇ ਕਹਿਣਾ ਵੀ ਉਹ ਫਿਰ ਕਾਰਨ ਦੱਸੋ ਨੋਟਿਸ। ਪਿਛਲੇ ਦਿਨੀ ਇੱਕ ਬੰਦਾ ਅੰਮ੍ਰਿਤਸਰ ਵਾਲੇ ਪਾਸੋਂ ਆ ਗਿਆ, ਅੱਜ ਕੱਲ੍ਹ ਅਕਾਲੀ ਦਲ 'ਚ ਹੁਣ ਤੇ ਟਿਕਟ ਵੀ ਦਿੱਤੀ ਸੁਖਬੀਰ ਸਾਹਿਬ ਨੇ, ਉਹਨੇ ਵੀ ਇਹੋ ਕਿਹਾ ਵੀ ਯਾਰ ਇਹ ਗਲਤ ਆ। ਨਹੀਂ ਆ ਤੁਸੀਂ ਕੱਲੀ ਟਿਕੜੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਬਣਾਏ, ਨਹੀਂ ਉਹਦੇ ਅੱਗੇ ਵੀ ਕਈ ਨੇ ਨਾ, ਉਹਦੇ ਬਹੁਤ ਨੇ। ਉਹ ਤਾਂ ਉਹਨੇ ਜੋਸ਼ੀ ਸਾਹਿਬ ਨੂੰ ਪਤਾ ਵੀ ਯਾਰ ਇਹ ਤੇ ਐਵੇਂ ਤੁਸੀਂ ਮੈਨੂੰ ਐਵੇਂ ਜਾਇਜ਼ ਹੀ ਬਣਾਇਆ। ਚਲੋ ਫੜਾ, ਇਹ ਵੀ ਫੜਾਉਣਾ। ਨਹੀਂ ਉਹ ਕਹਿੰਦੇ ਇਹ ਤੇ ਐਵੇਂ ਤੁਸੀਂ ਮੇਰਾ ਨਾਂ ਹੀ ਲਾਇਆ। ਪਰ ਇੱਕ ਗੱਲ ਦੇਖੋ, ਇੱਕ ਚੀਜ਼ ਤੇ ਹੈਗੀ ਆ, ਮੈਂ ਨਾ ਵੀ ਬੀਜੇਪੀ ਵਾਲੇ ਹੋਰ ਕੁਝ ਨਹੀਂ, ਸੰਯੁਕਤ ਕਿਸਾਨ ਮੋਰਚੇ ਨੂੰ ਕਹਿ ਕੇ ਆਖਣ ਵੀ ਯਾਰ ਆਓ ਅਸੀਂ ਇੱਕ ਬਹਿ ਕੇ ਮੀਟਿੰਗ ਕਰ ਲਈਏ, ਤੁਸੀਂ ਸਾਨੂੰ ਤੇ ਐਟਲੀਸਟ ਸਮਝਾ ਦਿਓ ਜੀ ਵੀ ਜੇ ਸਾਡੀ ਸਮਝ ਨਹੀਂ ਆਉਂਦੀ ਕਹਾਣੀ ਤੇ ਸਾਨੂੰ ਸਮਝਾ ਲਓ, ਆਪਾਂ ਉੱਤੇ ਜਾ ਕੇ ਅਸੀਂ ਮੀਟਿੰਗ ਕਰ ਲੈਂਦੇ ਉਹਨਾਂ ਨਾਲ। ਜੇ ਉਹ ਮੇਰੇ ਖਿਆਲ ਉਹ ਕਿਤੇ ਇਕੱਠੇ ਹੀ ਨਹੀਂ ਹੋ ਪਾ ਰਹੇ ਤਾਂ ਕਿਸੇ ਤਰ੍ਹਾਂ ਕਹਾਣੀ। ਹੁਣ ਆਹ ਜਿਹੜਾ ਮਸਲਾ ਇਹ ਗੱਲ ਜ਼ਰੂਰ ਆ, ਕੋਈ ਬੰਦਾ ਇਹ ਤੋਂ ਇਨਕਾਰੀ ਨਹੀਂ ਹੋ ਸਕਦਾ ਵੀ ਆਪਸ 'ਚ ਉਹਨਾਂ ਨੇ ਫੋਨ ਤੇ ਗੱਲ ਨਾ ਕੀਤੀ ਵੀ ਯਾਰ ਆਹ ਨਵਾਂ ਸਿਆਪਾ ਪਾ ਲਈ ਵੀ ਅਸੀਂ ਤੇ ਮਾੜੀ ਮੋੜ ਨਿਬੇੜਨ ਡਏ, ਉੱਥੇ ਪਤਾ ਨਹੀਂ ਕਿੱਦਾਂ ਦੇ ਦਿਮਾਗ ਵਾਲੇ ਰੱਖੇ ਵੀ ਉਹਨੇ ਆ ਨਵਾਂ ਪੰਗਾ ਪਾਤਾ। ਮੇਰੇ ਖਿਆਲ ਨਾਲ ਜੇ ਇਸ ਵਕਤ ਉੱਠ ਕੇ ਤੁਰ ਪੈਣ, ਕਿਸੇ ਵੇਲੇ ਹੁੰਦਾ ਨਾ ਵੀ ਯਾਰ ਕੋਈ ਸਲਾਹ ਦੇਣ ਵਾਲਾ ਚੰਗਾ ਲੱਭ ਜਾਂਦਾ ਉੱਤੇ, ਤੇ ਸਲਾਹ ਹੀ ਦੇਣ, ਹੋਰ ਨਹੀਂ ਕੁਛ। ਨਹੀਂ ਬਹੁਤ ਜ਼ਰੂਰੀ ਹੈ। ਜੇ ਨਹੀਂ ਪਤਾ ਲੱਗਦਾ ਤਾਂ ਕਾਂਗਰਸੀਆਂ ਤੋਂ ਪੁੱਛ ਲੈਣ। ਸਿੱਧੂ ਸਾਹਿਬ ਦੀ ਗੱਡੀਆਂ ਚਲੇ ਜਾਂ 10,000 ਜਾਣੀ। ਨਹੀਂ ਮੈਂ ਉਦਾਂ ਨਹੀਂ ਕਰਨ ਲੱਗਾ, ਮੈਂ ਹੋਰ ਗੱਲ ਦੱਸਣ ਲੱਗਾ। ਉਹ ਪੁੱਛਣਾ ਕੀ ਹੈ ਕਿ ਪਿਛਲੇ ਦਿਨ ਹੀ ਹੁੰਦਾ ਸੀ ਕਿ ਜੇ ਕਿਸੇ ਨੇ ਚੰਡੀਗੜ੍ਹ ਜਾਣਾ, ਜਾ ਕੇ ਧਰਨਾ ਮੁਜ਼ਾਹਰਾ ਕਰਨਾ, ਪਹਿਲਾਂ ਐਲਾਨ ਕਰ ਦੇਣਾ ਉਹਨਾਂ ਨੇ ਮੁਹਾਲੀ ਬੈਰੀਕੇਡ ਲਾ ਲੈਣੇ, ਉੱਥੇ ਡਾਂਗ ਵੀ ਫੇਰਨੀ, ਪਾਣੀ ਦੀਆਂ ਬਸ਼ਾਰਾਂ ਵੀ ਮਾਰਨੀਆਂ, ਅਥਰੂ ਗੈਸ ਦੇ ਗੋਲੇ ਵੀ ਮਾਰਨੇ, ਉੱਥੋਂ ਫਿਰ ਗਿੱਲੇ ਗੁਲੇ ਹੋ ਕੇ ਆ ਜਾਣਾ। ਐਤਕੀ ਜਿੱਦਾਂ ਨਵਜੋਤ ਸਿੰਘ ਸਿੱਧੂ ਨੇ ਕੀਤੀ ਸੀ, ਚੁੱਪ ਕਰਕੇ 5-7 ਜਣੇ ਜਾਂਦੇ ਆ, ਐਲਾਨ ਪਹਿਲਾਂ ਕਰਨਾ ਨਹੀਂ, ਅਗਲੇ ਨੇ ਤਿਆਰੀ ਨਹੀਂ ਕਰਨੀ, ਜਾ ਕੇ ਰਾਜਪਾਲ ਦੇ ਘਰ ਮੂਹਰੇ ਬਹਿ ਜਾਓ। ਹੁਣ ਇਦਾਂ ਹੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ, ਕਾਂਗਰਸ ਪਾਰਟੀ ਦਾ ਵਿਦਿਆਰਥੀ ਵਿੰਗ ਹੈ, ਖੱਟਰ ਸਾਹਿਬ ਨੇ ਪਿਛਲੇ ਦਿਨ ਬਿਆਨ ਦਿੱਤਾ ਸੀ, ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਨੇ ਵੀ ਸੋਚਿਆ ਹੋਣਾ ਜੇ ਐਲਾਨ ਕਰਕੇ ਗਏ ਫਿਰ 4 ਡਾਂਗਾਂ ਪੈਣੀਆਂ, ਪਾਣੀ ਦੀਆਂ ਬਸ਼ਾਰਾਂ ਪੈਣੀਆਂ, ਕੁਝ ਵੀ ਹੋ ਸਕਦਾ, ਚੁੱਪ ਕਰਕੇ ਗਏ। ਉਧਰ ਦੇ ਉਹਨਾਂ ਨੂੰ ਵੀ ਲੱਗਾ ਕਿ ਭਾਈ ਲੰਘਦੇ ਆ, ਜਾ ਕੇ ਜੇਬ ਦੇ ਵਿੱਚੋਂ ਕੱਢੇ ਇੱਕ ਪੋਸਟਰ ਜਿਹਾ ਖੜੇ ਕਰਕੇ ਮੁਰਦਾਬਾਦ ਮੁਰਦਾਬਾਦ, ਉਹ ਫਿਰ ਘੜੀਸਦੇ ਫਿਰਨ ਉੱਥੇ। ਹਾਜ਼ਰੀ ਤਾਂ ਲੱਗ ਹੀ ਗਈ ਨਾ। ਨਹੀਂ ਇਹ ਤਾਂ ਲੱਗਦਾ ਵੀ ਹੁਣ ਇਦਾਂ ਦੀ ਹਾਜ਼ਰੀ ਲਵਾਉਣ ਉਹ। ਨਹੀਂ ਜੁਗਤ ਦੀ ਗੱਲ ਕਰਦੇ, ਜੁਗਤ ਤਾਂ ਠੀਕ ਹੈ, ਪਰ ਜੇ ਉਹ ਕਰ ਲੈਣ ਤੇ ਤਾਂ ਆ। ਪਰ ਇੱਕ ਗੱਲ ਤੇ ਬਾਕੀ ਆ, ਦੇਖੋ ਹੋ ਸਕਦਾ ਵੀ ਅਜੇ ਵੀ ਮੇਰੇ ਖਿਆਲ ਨਾਲ ਬੀਜੇਪੀ ਖਾਸ ਕਰਕੇ ਪੰਜਾਬ ਵਾਲੀ ਲੀਡਰਸ਼ਿਪ ਇਹ ਸੋਚਦੀ ਹੋਵੇ ਵੀ ਆਪਾਂ ਉੱਪਰਲੇ ਆਸ਼ੀਰਵਾਦ ਨਾਲ ਹੀ, ਇੱਕ ਹੁੰਦਾ ਨਾ ਵੀ ਮਤਲਬ ਆ ਜਿਹੜਾ ਕੰਮ ਚੱਲਦਾ ਹੈ ਫਲਾਣੇ ਬਾਬਾ ਜੀ ਦੀ ਕਿਰਪਾ ਸਦਕਾ ਜੀ, ਇਹ ਨਾ ਹੋਵੇ ਬਾਬਾ ਜੀ ਦੀ ਕਿਰਪਾ ਪਰਾਂ ਮਤਲਬ ਵਾਲਿਓਂ ਪਰਾਂ ਹੀ ਰਹਿ ਜਾਏਗੀ। ਸਹੀ ਹੈ ਨਾ, ਕਿਉਂਕਿ ਇੱਥੇ ਵੀ ਤੇ ਲੋਕਾਂ ਨੇ ਵੇਖਣਾ ਨਾ ਵੀ ਯਾਰ ਤੁਸੀਂ ਇੱਥੇ ਰਹਿਣਾ, ਇੱਥੇ ਸਾਡੇ 'ਚ ਰਹਿਣਾ, ਤੇ ਜੇ ਆਪਾਂ ਸਿਆਸਤ ਹੀ ਕਰਨੀ ਆ ਤੇ ਸਿਆਸਤ ਚੰਗੀ ਕਰ ਲਈਏ। ਨਹੀਂ ਜ਼ਰੂਰੀ ਹੈ ਸੰਧਾਲੀਆ ਸਾਹਿਬ, ਚੰਗੀ ਸਿਆਸਤ ਕਰਨ, ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਨੁਕਸਾਨ ਤਾਂ ਲੋਕਾਂ ਦਾ ਹੋਇਆ ਨਾ। ਅਜੇ ਵੀ ਇੱਕ ਟਰੈਕ ਦੇ ਉੱਤੇ ਸਾਰੇ ਜਣੇ ਆ ਜਾਣ, ਇੱਕ ਟਰੈਕ ਦੇ ਉੱਤੇ ਆ ਜਾਣ ਚੰਗਾ। ਉਧਰ ਚੀਨ ਜਿਹੜਾ ਤਾਈਵਾਨ ਵਾਲੇ ਨਾਲ ਪੰਗਾ ਲੈਣ ਨੂੰ ਫਿਰਦਾ, ਜਹਾਜ਼ ਉੱਧਰ ਉੱਪਰ ਉਡਾਉਣ ਨੂੰ ਫਿਰਦਾ, ਆਪਾਂ ਬਾਰ-ਬਾਰ ਸੰਕੇਤ ਉਧਰਲੇ ਪਾਸੇ ਦੇ ਨੇ, ਕੋਈ ਪਤਾ ਨਹੀਂ ਉਹਨੇ ਕਦੋਂ ਵਿਹਲਾ ਹੋ ਜਾਣਾ। ਲੋਕ, ਸਰਕਾਰ, ਅਫਸਰਸ਼ਾਹੀ ਇੱਕ ਟਰੈਕ ਤੇ ਹੋਵੇ, ਕਮਜ਼ੋਰੀਆਂ ਦੂਰ ਕਰੀਏ, ਆਪਸ 'ਚ ਖਾਈ ਜਾਵਾਂਗੇ, ਕੋਈ ਫਾਇਦਾ ਨਹੀਂ। ਬਿਲਕੁਲ ਚਲਿਏ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਇੱਕ ਤਾਂ ਉਹ ਲਾਈਕ ਵਾਲਾ ਬਟਨ ਦੱਬ ਦਿਆ ਕਰੋ, ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ। ਸੁਣਦੇ ਰਹਿਣਾ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।